ਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੈ ਮੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਵਾਜੀ ਗੁਰੂ ਸਰੂਪ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਗੁਰਮੁਖ ਪਰਿਵਾਰਾਂ ਦੀ ਸੇਵਾ ਆਰੰਭੀ ਹੋਈ ਸਤਿਗੁਰਾਂ ਨੇ ਸੰਪੂਰਨ ਕੀਤੀ ਹੈ। ਸਪੁੱਤਰ ਦੀ ਖੁਸ਼ੀ ਵਿੱਚ ਗੁਰੂ ਦਾ ਧੰਨਵਾਦ ਕਰਦੇ ਹੋਏ ਅਖੰਡ ਪਾਠ ਸਾਹਿਬ ਗੁਰੂ ਕੀ ਲੰਗਰਾਂ ਦੀ ਸੇਵਾ 3 ਦਿਨ ਤੋਂ ਆਰੰਭ ਸੀ। ਆਪ ਮਾਈ ਭਾਈ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦਾ ਜਸ ਬਾਣੀ ਸਰਵਣ ਕਰ ਰਹੇ ਹੋ। ਆਪ ਵੀ ਧੰਨਤਾ ਦੇ ਯੋਗ ਹੋ। ਆ ਜਿੱਥੇ ਗੁਰਮੁਖ ਪਰਿਵਾਰ ਨੇ ਸਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਮਨਾਈ ਹੈ ਉਥੇ ਮਹਾਨ ਸਾਰੇ ਸਿੱਖ ਜਗਤ ਨੂੰ ਇਹ ਖੁਸ਼ੀ ਹੈ ਕਿ ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਦਿਨ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਅਵਤਾਰ ਗੁਰਪੁਰਬ ਹੈ। ਇਹ ਜਿਹੜਾ ਗੁਰਪੁਰਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਵੱਧ ਧੂਮ ਧਾਮ ਨਾਲ ਇਹ ਦਿਨ ਮਨਾਇਆ ਜਾਂਦਾ ਹੈ ਜੋ ਅੱਜ ਦਿਨ ਹੈ ਚੌਥੇ ਪਾਤਸ਼ਾਹ ਦਾ ਅਵਤਾਰ ਦਿਨ। ਸਤਿਗੁਰਾਂ ਨੇ ਮਿਹਰ ਕਰਕੇ ਆਪਾਂ ਨੂੰ ਇਹ ਸੁਭਾਗਾ ਸਮਾਂ ਬਖਸ਼ਿਆ ਹੈ ਜਿੱਥੇ ਪਰਿਵਾਰ ਨੂੰ ਸਪੁੱਤਰ ਦੇ ਜਨਮ ਦੀ ਖੁਸ਼ੀ ਹੈ। ਉੱਥੇ ਸਾਰੇ ਹੀ ਸਿੱਖ ਜਗਤ ਨੂੰ ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰਾਂ ਦੇ ਅਵਤਾਰ ਦੀ ਵਧਾਈ ਹੋਵੇ। ਗੁਰੂ ਮਹਾਰਾਜ ਸੰਸਾਰ ਤੇ ਅਮਨ ਸ਼ਾਂਤੀ ਬਖਸ਼ਣ। ਧੰਨ ਗੁਰੂ ਰਾਮਦਾਸ ਮਹਾਰਾਜ ਗੁਰਸਿੱਖਾਂ ਵਿੱਚ ਪਿਆਰ ਇਤਫਾਕ ਜੋ ਗੁਰੂ ਦੇ ਬਚਨ ਸਾਨੂੰ ਬਖਸ਼ੇ ਹੋਏ ਨੇ ਉਹ ਸਾਨੂੰ ਮੰਨਣ ਦਾ ਮਹਾਰਾਜ ਬਲ ਬਖਸ਼ਣ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਲਾਹੌਰ ਸ਼ਹਿਰ ਵਿੱਚ ਚੂਨਾ ਮੰਡੀ ਇੱਕ ਮਹੱਲਾ ਹੈ ਚੂਨਾ ਮੰਡੀ ਜਿੱਥੇ ਬਾਬਾ ਹਰਦਾਸ ਜੀ ਸੋਢੀ ਦੇ ਘਰ ਸਤਿਗੁਰ ਪਾਤਸ਼ਾਹ ਮਾਤਾ ਅਨੂਪੀ ਜੀ ਦੀ ਕੁੱਖ ਤੋਂ 1534 ਨੂੰ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਅੱਜ ਦੇ ਦਿਨ ਚੌਥੇ ਪਾਤਸ਼ਾਹ ਦਾ ਅਵਤਾਰ ਲਾਹੌਰ ਸ਼ਹਿਰ ਦਾ ਹੈ। ਸੋਢੀਆਂ ਦੀ ਕੁਲ ਵਿੱਚ ਗੁਰੂ ਨਾਨਕ ਦੀ ਗੱਦੀ ਇੱਥੋਂ ਹੀ ਆਰੰਭ ਹੋਈ ਹੈ।
ਪਹਿਲੀ ਗੱਦੀ ਬੇਦੀਆਂ ਕੋਲ ਖੱਤਰੀਆਂ ਕੋਲ ਸੀ। ਦੂਸਰੀ ਗੱਦੀ ਤ੍ਰੇਹਣ ਗੁਰੂ ਅੰਗਦ ਦੇਵ ਜੀ ਤ੍ਰੇਹਣ ਗੋਤ ਵਿੱਚ ਸਨ। ਤੀਸਰੀ ਗੱਦੀ ਗੁਰੂ ਅਮਰਦਾਸ ਜੀ ਭੱਲੇ ਗੋਤ ਵਿੱਚ ਸਨ। ਇਹਨਾਂ 3 ਗੱਦੀਆਂ ਤੋਂ ਬਾਅਦ ਫਿਰ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਚੌਥੇ ਪਾਤਸ਼ਾਹ ਤੋਂ ਗੁਰਗੱਦੀ ਭਾਈ ਸੋਢੀਆਂ ਦੀ ਕੁਲ ਵਿੱਚ ਪ੍ਰਵੇਸ਼ ਹੋਈ ਹੈ। ਇਥੋਂ ਲੈ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹ ਸੋਢੀਆਂ ਦੀ ਕੁਲ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਸੇਵਾ ਹੁੰਦੀ ਰਹੀ ਹੈ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਉਹਨਾਂ ਦੇ ਉੱਤੇ ਕਰੋਪੀ ਅਕਾਲ ਪੁਰਖ ਵਾਹਿਗੁਰੂ ਦੀ ਇਹ ਹੋਈ ਕਿ ਛੋਟੀ ਜੀ ਉਮਰ ਸੀ 5 ਸਾਲ ਦੀ, ਜਦੋਂ ਗੁਰਮੁਖ ਪਿਆਰਿਓ ਮਾਤਾ ਜੀ ਚੜ੍ਹਾਈ ਕਰ ਗਏ, ਮਾਤਾ ਅਨੂਪੀ ਜੀ। ਜਦੋਂ 7 ਸਾਲ ਦੇ ਹੋਏ ਉਦੋਂ ਪਿਤਾ ਬਾਬਾ ਹਰਦਾਸ ਜੀ ਵੀ ਚੜ੍ਹਾਈ ਕਰ ਗਏ। ਇਹ ਛਾਇਆ ਮਾਤਾ ਪਿਤਾ ਦਾ ਸਿਰ ਤੋਂ ਉੱਠ ਗਿਆ। ਇਹ ਵੱਡਾ ਪੁੱਤ ਹੋਣ ਕਰਕੇ ਇਹਨਾਂ ਦਾ ਨਾਂ ਜੇਠਾ ਜੀ ਸੀ। ਸਤਿਗੁਰ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਭਾਈ ਜੇਠਾ ਸੀ ਰੱਖਿਆ। ਵੱਡਾ ਪੁੱਤਰ ਸੀ, ਵੱਡੇ ਨੂੰ ਆਪਾਂ ਜੇਠਾ ਪੁੱਤ ਕਹਿੰਦੇ ਹੁੰਦੇ ਸੀ ਪੰਜਾਬ ਵਿੱਚ। ਜਦੋਂ ਮਾਤਾ ਪਿਤਾ ਨਾ ਰਹੇ ਫਿਰ ਆਪਾਂ ਸਭ ਨੂੰ ਪਤਾ ਹੈ ਗ੍ਰਸਤੀਆਂ ਨੂੰ ਕਿ ਬੱਚੇ ਦਾ ਫਿਰ ਇੱਕੋ ਹੀ ਆਸਰਾ ਹੁੰਦਾ ਨਾਨਕੇ। ਫਿਰ ਨਾਨਕੇ ਹੀ ਬੱਚੇ ਨੂੰ ਪਰਵਰਿਸ਼ ਕਰਦੇ ਹੁੰਦੇ ਹੈ। ਇਸ ਕਰਕੇ ਮਹਾਰਾਜ ਦੇ ਕੋਈ ਪਿਛਲੇ ਜਨਮ ਦਾ ਸਰਬੰਧ ਸੀ ਕਿ ਜਿਸ ਪਿੰਡ ਵਿੱਚ ਗੁਰੂ ਰਾਮਦਾਸ ਜੀ ਦੇ ਨਾਨਕੇ ਸਨ, ਉਸੇ ਪਿੰਡ ਗੁਰੂ ਅਮਰਦਾਸ ਜੀ ਦਾ ਅਵਤਾਰ ਹੋਇਆ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਾਸਰਕੇ ਪਿੰਡ ਹੈ। ਬਾਸਰਕੇ ਵਿੱਚ ਗੁਰੂ ਅਮਰਦਾਸ ਜੀ ਦਾ ਅਵਤਾਰ ਹੋਇਆ, ਤੀਸਰੇ ਪਾਤਸ਼ਾਹ ਦਾ। ਤੇ ਜਿਸ ਪਿੰਡ ਵਿੱਚ ਗੁਰੂ ਅਮਰਦਾਸ ਜੀ ਦਾ ਅਵਤਾਰ ਹੈ, ਉਸੇ ਪਿੰਡ ਵਿੱਚ ਚੌਥੇ ਪਾਤਸ਼ਾਹ ਦੇ ਨਾਨਕੇ ਨੇ। ਜਿਸ ਕਰਕੇ ਸੰਜੋਗ ਬਣਿਆ ਉਸ ਪਿੰਡ ਵਿੱਚ ਜਾਣ ਦਾ। ਨਾਨੀ ਜੀ ਲੈ ਗਏ, ਪਰਵਰਿਸ਼ ਕੀਤੀ ਤੇ 5 ਸਾਲ ਗੁਰੂ ਚੌਥੇ ਪਾਤਸ਼ਾਹ ਜੀ 12 ਸਾਲ ਦੀ ਉਮਰ ਤੱਕ ਆਪਣੇ ਨਾਨਕੇ ਘਰ ਵਿੱਚ ਰਹੇ ਨੇ ਬਾਸਰਕੇ, ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪਿੰਡ ਵਿੱਚ। ਉਥੋਂ ਫਿਰ ਗੁਰਮੁਖ ਪਿਆਰਿਓ ਬੌਲੀ ਸਾਹਿਬ ਦੀ ਸੇਵਾ ਚੱਲਦੀ ਸੀ। ਸੰਗਤਾਂ ਜਥੇ ਬੰਨ ਕੇ ਜਾਂਦੀਆਂ ਹੁੰਦੀਆਂ ਸੀ। ਉਹ 12 ਸਾਲ ਦੀ ਉਮਰ ਵਿੱਚ ਭਾਈ ਜੇਠਾ ਜੀ ਜਿਨ੍ਹਾਂ ਦਾ ਅਵਤਾਰ ਦੇ ਨੇ, ਉਹ ਵੀ ਸੇਵਾ ਕਰਨ ਵਾਸਤੇ ਗੁਰਮੁਖ ਪਿਆਰਿਓ ਸ੍ਰੀ ਗੋਇੰਦਵਾਲ ਸਾਹਿਬ ਗਏ। ਤੇ ਗੋਇੰਦਵਾਲ ਸਾਹਿਬ ਜਾ ਕੇ 12 ਸਾਲ ਦੀ ਉਮਰ ਤੋਂ ਜਿਉ ਸੇਵਾ ਕੀਤੀ, ਮੰਡਾਸਾ ਬੰਨ ਲਿਆ ਤੇ ਟੋਕਰੇ ਢੋਣ ਦੀ ਸੇਵਾ ਮਿੱਟੀ ਦੀ। ਜਿਨੀ ਬੌਲੀ ਸਾਹਿਬ ਬਣੀ ਹੈ, ਜਿੱਥੇ ਤੁਸੀਂ ਦਰਸ਼ਨ ਇਸ਼ਨਾਨ ਕਰਦੇ ਹੋ, ਬੌਲੀ ਸਾਹਿਬ ਦਾ ਕਾੜ 6 ਸਾਲ ਵਿੱਚ ਟੁੱਟਿਆ ਸੀ ਭਾਈ। 6 ਸਾਲ ਲਗਾਤਾਰ ਸੇਵਾ ਹੁੰਦੀ ਰਹੀ ਸੀ ਬੌਲੀ ਸਾਹਿਬ ਦੀ। 6 ਸਾਲ ਸੰਗਤਾਂ ਨੇ ਪਟਾਈ ਕੀਤੀ। ਹੇਠਲਾ ਬਹੁਤ ਕੈੜਾ ਕੜ ਹੈ ਬੌਲੀ ਸਾਹਿਬ ਦਾ, ਪੱਥਰ ਹੀ ਪੱਥਰ ਸਨ। 6 ਸਾਲ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਦੇ ਰੂਪ ਵਿੱਚ ਮਿੱਟੀ ਦੇ ਟੋਕਰੇ ਢੋਣੇ। ਫਿਰ ਚੌਥੇ ਪਾਤਸ਼ਾਹ ਨੇ ਜਦੋਂ ਆਰਾਮ ਕਰਨਾ, ਇਸ਼ਨਾਨ ਕਰਾਉਣੇ, ਫਿਰ ਚਰਨ ਘੁੱਟਣੇ, ਲੰਗਰ ਦੇ ਭਾਂਡੇ ਮਾਂਜਣੇ। ਉਹ ਸੇਵਾ ਤੋਂ ਖੁਸ਼ ਹੋ ਕੇ ਤੁਸੀਂ ਸਵਈਆਂ ਦੀ ਕਥਾ ਵਿੱਚ ਸੁਣਿਆ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਸ੍ਰੀ ਗੁਰੂ ਅਮਰਦਾਸ ਜੀ ਦਾ ਸਾਰੇ ਪਾਸੇ ਤੋਂ ਜਦੋਂ ਮਨ ਮੰਨ ਗਿਆ। ਆਪਾਂ ਵੀ ਜਦੋਂ ਕੋਈ ਰਿਸ਼ਤਾ ਕਰਦੇ ਹਾਂ ਭਾਈ, ਪਿਛਲੇ ਬਜ਼ੁਰਗ ਵੇਖ ਲਓ, ਸਭ ਕੁਝ ਨਾਨਕੇ ਦਾਦਕੇ ਸਾਰਾ ਕਾਰੋਬਾਰ ਦੇਖਦੇ ਹੁੰਦੇ ਤੇ ਸਾਰਾ ਪਾਸੇ ਤੋਂ ਮਨ ਮੰਨੇ ਤਾਂ ਹੀ ਰਿਸ਼ਤਾ ਕਰੀਦਾ ਸੀ। ਇਸੇ ਕਰਕੇ ਗੁਰੂ ਅਮਰਦਾਸ ਜੀ ਦਾ ਜਦੋਂ ਮਨ ਮੰਨ ਗਿਆ, ਉਦੋਂ ਉਹਨਾਂ ਦੀ ਛੋਟੀ ਸੁਪੁੱਤਰੀ ਬੀਬੀ ਭਾਨੀ ਵਰ ਦੇ ਕਾਬਲ ਸੀ। ਮਾਤਾ ਜੀ ਨੇ ਵਚਨ ਕੀਤਾ ਕਿ ਸਤਿਗੁਰ ਜੀ ਪੁੱਤਰੀ ਵਾਸਤੇ ਕੋਈ ਵਰ ਟੋਲੋ। ਇੰਨੇ ਨੂੰ ਭਾਈ ਜੇਠਾ ਜਿਨ੍ਹਾਂ ਦਾ ਅੱਜ ਭਾਈ ਅਵਤਾਰ ਦਿਹਾੜਾ ਚੌਥੇ ਪਾਤਸ਼ਾਹ ਜੀ ਦਾ, ਉਹ ਟੋਕਰਾ ਚੁੱਕੀ ਆਉਂਦੇ ਸੀ ਮਿੱਟੀ ਦਾ। ਹੁਣ ਆਰਸੀ ਗੁਰਮੁਖ ਪਿਆਰਿਓ ਤੇ ਮਾਤਾ ਜੀ ਦੀ ਨਿਗਾਹ ਵਿੱਚ ਪੈ ਗਏ। ਆਪਣੀਆਂ ਮਾਵਾਂ ਧੀਆਂ ਭੈਣਾਂ ਵਾਸਤੇ ਆਮ ਵਿਚਾਰ ਕਰਦੀਆਂ ਹੁੰਦੀਆਂ ਕਿਹੋ ਜਿਹਾ ਵਰ ਚਾਹੀਦਾ। ਭਾਈ ਜੇਠਾ ਜੀ ਟੋਕਰਾ ਲਈ ਆਉਂਦੇ ਸੀ ਤੇ ਮਾਤਾ ਜੀ ਨਿਗਾਹ ਤੇ ਪੈ ਕੇ ਕਹਿੰਦੇ, ਸਤਿਗੁਰ ਜੀ ਕੋਈ ਇਹੋ ਜਿਹਾ ਸਿੱਖ ਬੱਚਾ ਚਾਹੀਦਾ ਆਪਣੀ ਪੁੱਤਰੀ ਵਾਸਤੇ ਜਿਵੇਂ ਅਨੁਮਾਨ ਲਾ ਲੈਣਾ। ਸਤਿਗੁਰ ਗੁਰੂ ਅਮਰਦਾਸ ਜੀ ਕਹਿੰਦੇ ਤੁਹਾਡਾ ਮਨ ਬਣ ਗਿਆ, ਇਹਦੇ ਵਰਗਾ ਤਾਂ ਦੁਨੀਆ ਵਿੱਚ ਇਹੀ ਹੈ, ਕਿਉਂਕਿ ਇੱਕ ਵਰਗਾ ਦੂਜਾ ਵਾਹਿਗੁਰੂ ਨੇ ਦੁਨੀਆ ਵਿੱਚ ਭੇਜਿਆ ਹੀ ਕੋਈ ਨਹੀਂ। ਮੇਰੇ ਠਾਕਰੇ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਵੇਖੋ ਕੈਸੀ ਟੈਕਨੀਕ ਹੈ ਵਾਹਿਗੁਰੂ ਦੀ, ਇੱਕ ਵਰਗਾ ਦੂਜਾ ਨਹੀਂ ਭੇਜਿਆ। ਗੁਰਸਿੱਖ ਪਿਆਰਿਓ ਬੜੀ ਮੁਸ਼ਕਲ ਹੋ ਜਾਂਦੀ। ਆਪਾਂ ਨੂੰ ਚਾਚੇ ਤਾਇਆਂ ਦੀ ਪਛਾਣੇ ਨਹੀਂ ਸੀ ਰਹਿਣੀ। ਅੱਜ ਕਹੇ ਆਖੋ ਸਤਨਾਮ, ਇਹ ਆਪੇ ਫਰਕ ਕਰੇ ਕਰ ਵੇਖੇ।
ਇਹ ਮਹਾਰਾਜ ਨੇ ਕਿੰਨਾ ਸੋਹਣਾ ਸਟੇਜਾ ਢੰਗ ਵਟਾ ਦਿੱਤਾ ਹੈ। ਇੱਕ ਬਾਪ ਦੇ 5-6 ਪੁੱਤ ਹੋਣ, ਉਹ ਵੀ ਇੱਕ ਜੇ ਨਹੀਂ ਹੁੰਦੇ। ਚਲੋ ਪੁੱਤਰਾਂ ਦੀ ਤਾਂ ਗੱਲ ਛੱਡੋ, ਦਰਖਤ ਖੜੇ ਐ, ਇੱਕ ਬੂਟੇ ਦੇ ਫੁੱਲ ਦੇਖ ਲਓ, ਇੱਕ ਜੇ ਨਹੀਂ ਹੋਣਗੇ, ਪੱਤੇ ਇੱਕ ਜੇ ਨਹੀਂ ਹੋਣਗੇ, ਉਹਨਾਂ 'ਚ ਵੀ ਫਰਕ ਹੁੰਦਾ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਇਹਦੇ ਵਰਗਾ ਤੇ ਇਹੀ ਹੈ। ਬਸ ਸੰਗਤ ਜੋੜ ਲਈ ਗੁਰਸਿੱਖ ਪਿਆਰਿਓ, ਤੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਦੇ ਦਿੱਤਾ ਚੌਥੇ ਪਾਤਸ਼ਾਹ ਦੇ ਨਹੀਂ ਭਾਈ ਜੇਠਾ ਜੀ ਦੇ ਰੂਪ ਵਿੱਚ। ਐਡੀ ਸੇਵਾ ਵਿੱਚੋਂ ਘਾਲ ਕਮਾਈ ਕੀਤੀ। ਗੁਰਮੁਖ ਪਿਆਰਿਓ, ਯਤੀਮ ਬੱਚਾ ਲਾਹੌਰ ਦਾ ਘੁੰਗਣੀਆਂ ਵੇਚਦੇ ਹੁੰਦੇ ਸੀ। ਇਹਨਾਂ ਦੇ ਮਾਤਾ ਪਿਤਾ ਦਾ ਛੋਲਿਆਂ ਦਾ ਵਪਾਰ ਸੀ ਲਾਹੌਰ ਦੇ ਵਿੱਚ। ਇਹ ਵੀ ਛਾਬੜੀ ਲਾ ਕੇ ਛੋਲੇ ਵੇਚਦੇ ਰਹੇ ਆ ਚੌਥੇ ਪਾਤਸ਼ਾਹ। ਉਸੇ ਵਸਤਾਂ ਨੂੰ ਫਿਰ ਆਪ ਬਾਣੀ ਵਿੱਚ ਲਿਖਿਆ ਹੈ, ਜੋ ਹਮਰੀ ਵਿਧ ਹੋਤੀ ਮੇਰੇ ਸਤਗੁਰਾ ਸਾਬੇ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता, गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। वो अपनी गल लिखी है चौथे पातशाह जी ने भाई। अपनी सपुत्री दा रिश्ता दे दिता। 2 पुत्रियां सी गुरु अमरदास जी दे, 2 पुत सी। मोहन जी ते मोहरी जी 2 पुत सी भाई। बीबी भानी ते दानी जी 2 लड़कियां सी। ਉਹਨਾਂ ਦੋਹਾਂ ਪੁੱਤਰਾਂ ਨੇ ਤਾਂ ਬਚਨ ਨਹੀਂ ਸੀ ਮੰਨਿਆ, ਤੁਹਾਨੂੰ ਪਤਾ ਹੀ ਹੈ। ਪੁੱਤਰੀ ਕੌਲ ਨਾ ਪਾਲਿਓ। ਤੇ ਹੁਣ ਜਵਾਈ ਘਰ ਰਹਿੰਦੇ ਸੀ। ਬੀਬੀ ਭਾਨੀ ਜੀ ਨੇ ਬਚਨ ਕੀਤਾ ਸੀ, ਮੈਨੂੰ ਵਿਆਹ ਦਿਓ ਜਿੱਥੇ ਮਰਜੀ, ਪਰ ਮੇਰੇ ਪਿਤਾ ਗੁਰੂ ਅਮਰਦਾਸ ਜੀ ਮੈਨੂੰ ਆਪਣੀ ਸੇਵਾ ਵਿੱਚ ਰੱਖਿਓ, ਮੈਂ ਸੇਵਾ ਕਰਨੀ ਹੈ। ਤੁਹਾਡੀ ਭਗਤੀ ਦਾ ਅਵਤਾਰ ਸੀ ਭਾਈ ਬੀਬੀ ਭਾਨੀ ਜੀ ਗੁਰਮਤਿ ਵਿੱਚ, ਉਹਨਾਂ ਨੂੰ ਭਗਤੀ ਦਾ ਅਵਤਾਰ ਆਖਿਆ। ਉਹ ਆਪਣੀ ਮੰਗ ਸੀ ਕਿ ਮੈਂ ਪਿਤਾ ਜੀ ਦੇ ਕੋਲ ਰਹਿ ਕੇ ਸੇਵਾ ਕਰਨੀ ਹੈ। ਤਾਂ ਗੁਰਸਿੱਖ ਪਿਆਰਿਓ, ਬਚਨ ਗੁਰੂ ਅਮਰਦਾਸ ਜੀ ਨੇ ਪੂਰਾ ਕੀਤਾ। ਪਰਖਾਂ ਤੋਂ ਬਾਅਦ ਗੱਦੀ ਭਾਈ ਜੇਠਾ ਜੀ ਨੂੰ ਦੇ ਕੇ ਤੇ ਚੌਥੇ ਪਾਤਸ਼ਾਹ ਦੇ ਰੂਪ ਵਿੱਚ ਜਿਨ੍ਹਾਂ ਦਾ ਅੱਜ ਅਵਤਾਰ ਹੈ ਗੁਰੂ ਰਾਮਦਾਸ ਮਹਾਰਾਜ, ਬੀਬੀ ਭਾਨੀ ਜੀ ਉਹਨਾਂ ਦੀ ਭਰਜਾਈ ਮੋਹਰੀ ਜੀ ਦੇ ਘਰੋਂ ਗੁਰਸਿੱਖ ਪਿਆਰਿਓ ਵਿਹੜੇ ਵਿੱਚ ਬੈਠੀਆਂ ਸੀ ਗੋਇੰਦਵਾਲ ਸਾਹਿਬ। ਤੇ ਤੀਸਰੇ ਪਾਤਸ਼ਾਹ 96 ਸਾਲ ਦੀ ਉਮਰ ਸੀ ਉਦੋਂ ਮਹਾਰਾਜ ਦੀ। ਸਭ ਤੋਂ ਵੱਡੀ ਉਮਰ 10 ਗੁਰੂਆਂ ਵਿੱਚੋਂ ਤੀਸਰੇ ਪਾਤਸ਼ਾਹ ਜੀ ਦੀ ਹੋਈ ਹੈ। ਸਭ ਤੋਂ ਛੋਟੀ ਉਮਰ 8ਵੇਂ ਪਾਤਸ਼ਾਹ ਦੀ ਹੋਈ ਹੈ। 96 ਸਾਲ ਦੀ ਉਮਰ ਸੀ ਤੇ ਤੀਸਰੇ ਪਾਤਸ਼ਾਹ ਬਿਰਧ ਅਵਸਥਾ ਵਿੱਚ ਬੀਬੀ ਭਾਨੀ ਜੀ ਦੇ ਕੋਲ ਆ ਗਏ। ਉਹਨਾਂ ਦੀ ਨੂੰਹ ਬੈਠੀ ਸੀ। ਬੀਬੀ ਭਾਨੀ ਜੀ ਕਹਿੰਦੇ, ਸਤਿਗੁਰ ਜੀ ਹੁਕਮ ਕਰੋ, ਤੁਸੀਂ ਚੱਲ ਕੇ ਆਏ ਹੋ, ਸਾਨੂੰ ਬੁਲਾ ਲੈਣਾ ਸੀ। ਗੁਰੂ ਅਮਰਦਾਸ ਜੀ ਕਹਿੰਦੇ, ਪੁੱਤਰੀ ਤੇਰੇ ਨਾਲ ਇੱਕ ਬਚਨ ਕਰਨਾ ਹੈ। ਬੀਬੀ ਭਾਨੀ ਜੀ ਕਹਿੰਦੇ, ਦੱਸੋ ਕੀ ਹੁਕਮ ਹੈ। ਗੁਰੂ ਅਮਰਦਾਸ ਜੀ ਕਹਿੰਦੇ, ਹੁਕਮ ਨਹੀਂ, ਬਚਨ ਕਰਨਾ ਹੈ। ਬੀਬੀ ਭਾਨੀ ਜੀ ਕਹਿੰਦੇ, ਕਰੋ ਮੇਰੇ ਧਨ ਭਾਗ ਨੇ। ਗੁਰੂ ਅਮਰਦਾਸ ਜੀ ਕਹਿੰਦੇ, ਪੁੱਤਰੀ ਪਹਿਲਾਂ ਬਚਨ ਦੇ ਕਿ ਸਾਡੇ ਬਚਨ ਤੋਂ ਗੁੱਸਾ ਤਾਂ ਨਹੀਂ ਕਰੇਂਗੀ। ਗੁਰੂ ਅਮਰਦਾਸ ਮਹਾਰਾਜ। ਬੀਬੀ ਭਾਨੀ ਜੀ ਕਹਿੰਦੇ, ਸਤਿਗੁਰ ਇੱਕ ਤਾਂ ਤੁਸੀਂ ਗੁਰੂ ਨਾਨਕ ਦੇ ਰੂਪ, ਇੱਕ ਮੇਰੇ ਬਾਪੂ ਜੀ, ਤੁਹਾਡੇ ਬਚਨ ਦਾ ਕਿਉਂ ਗੁੱਸਾ ਕਰਨਾ। ਅਮਰਦਾਸ ਗੁਰੂ ਮਹਾਰਾਜ ਕਹਿੰਦੇ, ਬੀਬੀ ਜੀ ਸੋਚ ਲਓ, ਅੱਜ ਮੈਂ ਇਹੋ ਜਿਹਾ ਬਚਨ ਕਰਨਾ ਨਾ ਕਿਸੇ ਬਾਪ ਨੇ ਆਪਣੇ ਧੀ ਨਾਲ ਕੀਤਾ ਤੇ ਨਾ ਗਾਹਾਂ ਨੂੰ ਕਰੂਗਾ। ਇਹੋ ਜਿਹਾ ਬਚਨ ਕਰਨਾ। ਬੀਬੀ ਭਾਨੀ ਜੀ ਹੱਥ ਬੰਨ ਕੇ ਖੜੇ ਹੋ ਗਏ, ਤੁਸੀਂ ਹੁਕਮ ਕਰੋ ਜੀ। ਤੀਸਰੇ ਪਾਤਸ਼ਾਹ ਨੇ ਬਚਨ ਕੀ ਕੀਤਾ ਸੀ ਗੁਰਮੁਖੋ। ਤੀਸਰੇ ਪਾਤਸ਼ਾਹ ਆਪਣੀ ਪੁੱਤਰੀ ਨੂੰ ਕਹਿੰਦੇ, ਪੁੱਤਰੀ ਤੇਰੇ ਪਤੀ ਦੇ ਤੇਰਾ ਪਤੀ ਮਰ ਜਾਵੇ, ਚੜ੍ਹਾਈ ਕਰ ਜਾਵੇ, ਤੂੰ ਕੀ ਕਰੇਂਗੀ। ਕੋਈ ਬਾਪ ਆਪਣੀ ਧੀ ਨੂੰ ਐ ਨਹੀਂ ਕਹਿੰਦਾ ਹੁੰਦਾ। ਦੇਖੋ ਪਰਖ, ਜੇ ਤੇਰੇ ਘਰ ਆ ਚੜ੍ਹਾਈ ਕਰ ਗਿਆ ਤੂੰ ਕੀ ਕਰੇਂਗੀ। ਉਥੇ ਪਰਖ ਦੀ ਘੜੀ ਸੀ। ਆਪਣੇ ਗਹਿਣੇ ਇਤਿਹਾਸ ਵਿੱਚ ਲਿਖੇ ਤਾਰ ਕੇ ਰੱਖ ਦਿੱਤੇ ਤੇ ਹੱਥ ਬੰਨ ਕੇ ਬੀਬੀ ਭਾਨੀ ਨੇ ਬਚਨ ਕੀਤਾ ਮੂੰਹ ਤੋਂ ਕਿ ਪਿਤਾ ਜੀ ਜਿਹੜਾ ਤੁਹਾਡਾ ਬਚਨ ਹੈ ਨਿਸਫਲਤਾ ਜਾਣਾ ਨਹੀਂ। ਇਹ ਕਿਹੜਾ ਐਵੇਂ ਬਚਨ ਹੈ, ਕੋਈ ਇਹਦਾ ਕਾਰਨ ਹੈ ਕੋਈ। ਪਰ ਤੁਸੀਂ ਮੈਨੂੰ ਪੁੱਛਦੇ ਹੋ ਜੇ ਮੇਰੇ ਘਰ ਵਾਲਾ ਚੜ੍ਹਾਈ ਕਰ ਗਿਆ ਕੀ ਕਰੇਂਗੀ। ਮੈਂ ਇੱਕੋ ਕੰਮ ਕਰੂੰਗੀ, ਤੇਰਾ ਭਾਣਾ ਮੰਨੂੰਗੀ। ਇਹ ਬਚਨ ਕੀਤਾ ਸੀ ਬੀਬੀ ਭਾਨੀ ਜੀ ਨੇ, ਮੈਂ ਭਾਣਾ ਮੰਨੂੰਗੀ। ਜਦ ਆਹ ਪਰਖ ਵਿੱਚ ਪੂਰੀ ਹੋ ਗਈ ਬੀਬੀ ਭਾਨੀ, ਫਿਰ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਜੀ ਨੇ ਉਸੇ ਸਮੇਂ ਸੰਗਤ ਬੁਲਾ ਲਈ ਤੇ ਸੰਗਤ ਵਿੱਚ ਐਲਾਨ ਕਰ ਦਿੱਤਾ, ਪੁੱਤਰੀ ਤੇਰੇ ਪਤੀ ਜੇਠਾ ਜੀ ਨੇ ਪਰਸੋਂ ਨੂੰ ਚੜ੍ਹਾਈ ਕਰ ਜਾਣਾ ਸੀ, ਜਿਨ੍ਹਾਂ ਦਾ ਅੱਜ ਅਵਤਾਰ ਹੈ। ਉਹਨਾਂ ਦੀ 3 ਦਿਨ ਉਮਰ ਰਹਿੰਦੀ ਸੀ ਸਾਰੀ, ਉਹ 3 ਦਿਨ ਬਾਕੀ। ਪਰ ਤੂੰ ਹੁਣ ਹੁਕਮ ਮੰਨ ਲਿਆ, ਭਾਣਾ ਮੰਨ ਲਿਆ। ਹੁਕਮ ਮੰਨਣ ਵਿੱਚ ਇਸ ਦਰ ਦੀ ਵਡਿਆਈ ਹੈ ਗੁਰਸਿੱਖ ਪਿਆਰੇ, ਹੋਰ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਜਿਹੜੇ ਬਾਕੀ ਕੰਮ ਕਰਦੇ ਫਿਰਦੇ ਤਾਂ ਆਪਣੇ ਭਲੇ ਖਾਤਰ ਕਰਦੇ ਫਿਰਦੇ ਆਪਾਂ। ਇਹ ਰੱਬ ਤੇ ਕਾਹਦਾ ਆਸਾਨ ਹੈ ਗੁਰਸਿੱਖ ਪਿਆਰਿਓ। ਇਹ ਤਾਂ ਅਸੀਂ ਆਪਣਾ ਭਲਾ ਕਰਦੇ ਫਿਰਦੇ ਹਾਂ, ਪਰ ਗੁਰੂ ਦੀ ਖੁਸ਼ੀ ਇੱਕੋ ਗੱਲ ਤੇ ਹੁਕਮ।
ਤੁਹਾਡੇ ਜੀਵਨ ਵਿੱਚ ਵੀ ਜਿਹੜਾ ਨੌਕਰ ਹੁਕਮ ਮੰਨੇ ਪੁੱਤਾਂ ਨਾਲ ਵੀ ਪਿਆਰਾ ਹੋ ਜਾਂਦਾ ਹੈ, ਜਿਹੜਾ ਪੁੱਤ ਹੁਕਮ ਨਾਲ ਉਹਨੇ ਨੌਕਰਾਂ ਨਾਲ ਵੀ ਪਰੇ ਹੋ ਜਾਂਦਾ ਹੈ। ਇਹ ਤਾਂ ਹੁਕਮ ਮੰਨਣ ਦੀ ਗੱਲ ਹੈ, ਤੂੰ ਹੁਕਮ ਮੰਨ ਲਈ। ਜਹਾਂਗੀਰ ਦਾ ਇੱਕ ਗੋਲਾ ਹੁੰਦਾ ਸੀ ਜ਼ੈਦ, ਉਹਦਾ ਸੇਵਾਦਾਰ ਸੀ ਜ਼ੈਦ ਮੁਸਲਮਾਨ। ਉਹ ਹੁਕਮ ਮੰਨਦਾ ਸੀ ਜਹਾਂਗੀਰ ਦਾ, ਤੇ ਗੁਰਮੁਖ ਪਿਆਰੇ ਉਹ ਇੰਨਾ ਪਿਆਰ ਕਰਨ ਲੱਗੇ ਨਾ ਜਹਾਂਗੀਰ, ਵਜ਼ੀਰਾਂ ਦੀ ਗੱਲ ਮੋੜ ਦੇਣੀ, ਤੇ ਗੁਰਮੁਖ ਪਿਆਰੇ ਉਹ ਆਪਣੀਆਂ ਬੇਗਮਾਂ ਦੀ ਕਹਿਣਾ ਵੀ ਮੋੜ ਦੇਣਾ। ਪਰ ਜੋ ਜ਼ੈਦ ਕਹਿੰਦਾ ਸੀ ਉਹੀ ਕਰਦਾ ਸੀ। ਵਜ਼ੀਰ ਵੀ ਗੁੱਸੇ ਕਿ ਸਾਡੀ ਗੱਲ ਮੰਨਦਾ ਨਹੀਂ, ਨੌਕਰ ਦੀ ਗੱਲ ਮੰਨਦਾ, ਤੇ ਬੇਗਮਾਂ ਦਾ ਜ਼ਿਆਦਾ ਹੱਕ ਹੁੰਦਾ। ਉਹ ਬੇਗਮਾਂ ਨੇ ਤਾਂ ਭੁੱਖ ਹੜਤਾਲ ਕਰਤੀ, ਅਸੀਂ ਬੇਗਮਾਂ ਕਾਹਦੀਆਂ, ਤੂੰ ਤਾਂ ਗੋਲੇ ਦੇ ਕਹਿਣੇ ਤੇ ਚੱਲਦਾ, ਸਾਡਾ ਕਹਿਣਾ ਨਹੀਂ ਮੰਨਦਾ। ਤੇ ਜਹਾਂਗੀਰ ਨੇ, ਬਾਦਸ਼ਾਹ ਨੇ ਦਰਬਾਰ ਲਾ ਲਿਆ ਗੁਰਮੁਖ ਪਿਆਰਿਓ, ਸਭ ਬੇਗਮਾਂ ਬੁਲਾ ਲੀਆਂ, ਵਜ਼ੀਰ ਬੁਲਾ ਲਏ, ਤੇ ਜ਼ੈਦ ਵੀ ਬੈਠਾ ਖੜਾ ਸੇਵਾਦਾਰ। ਜਿਹੜਾ ਤੋਸ਼ੇਖਾਨਾ ਹੁੰਦਾ ਨਾ, ਖਜ਼ਾਨਚੀ ਤੋਸ਼ੇਖਾਨਾ ਕਹਿੰਦੇ ਹੁੰਦੇ ਸੀ, ਉਹਦੇ ਵਿੱਚ ਕੀਮਤੀ ਚੀਜ਼ਾਂ ਹੁੰਦੀਆਂ, ਜਿਵੇਂ ਅੰਮ੍ਰਿਤਸਰ ਸਾਹਿਬ ਤੋਸ਼ੇਖਾਨਾ ਬਰਬਾਦ ਕੀਤਾ ਜਦੋਂ 84 ਦਾ ਦੰਗੇ ਹੋਏ ਨੇ, ਭਾਈ ਅਟੈਕ ਹੋਇਆ, ਮਹਾਨ ਤੋਸ਼ੇਖਾਨਾ ਸੀ ਖਾਲਸੇ ਦਾ, ਉੱਥੇ ਕੀਮਤੀ ਚੀਜ਼ਾਂ ਸੀ। ਹੁਣ ਵੀ ਕੀਮਤੀ ਚੀਜ਼ਾਂ ਸਭ ਤੋਸ਼ੇਖਾਨੇ ਵਿੱਚ ਨੇ। ਤੇ ਅੱਜ ਦਾ ਜਿਹੜਾ ਦਿਨ ਹੈ ਨਾ, ਨੋਟ ਕਰ ਲਿਓ, ਜਿੰਨੀਆਂ ਵੀ ਉੱਥੇ ਕੀਮਤੀ ਚੀਜ਼ਾਂ ਨੇ ਉਹ ਅੱਜ ਦੇ ਦਿਨ ਕੱਢੀਆਂ ਜਾਂਦੀਆਂ ਨੇ, ਸਾਲ ਵਿੱਚ ਇੱਕ ਦਿਨ ਸਿਰਫ ਅੱਜ ਦੇ ਦਿਨ ਦਰਸ਼ਨ ਕਰਾਏ ਜਾਂਦੇ। ਮਹਾਰਾਜਾ ਰਣਜੀਤ ਸਿੰਘ ਦਾ 1.25 ਲੱਖ ਦਾ ਚੌਰ, ਚੰਨਣੀਆਂ, ਗੁਰਸਿੱਖ ਪਿਆਰਿਓ, ਹੀਰੇ ਮੋਤੀ ਜਵਾਹਰਾਤ, ਆ ਚੌਥੇ ਪਾਤਸ਼ਾਹ ਦੇ ਅਵਤਾਰ ਵਾਲੇ ਦਿਨ ਜਲਾਓ ਲੱਗਦਾ, ਬਾਕੀ ਨਹੀਂ ਲੱਗਦਾ ਕਦੇ। ਅੱਜ ਦਰਸ਼ਨ ਕਰਾਏ ਜਾਂਦੇ ਉਹਨਾਂ ਚੀਜ਼ਾਂ ਦੇ। ਉਹ ਤੋਸ਼ੇਖਾਨੇ ਦਾ ਜਿਹੜਾ ਖਜ਼ਾਨਚੀ ਸੀ ਉਹਨੂੰ ਬੁਲਾ ਲਿਆ ਜਹਾਂਗੀਰ ਨੇ, ਕਹਿੰਦੇ ਐਂ ਕਰ, ਮੇਰੇ ਖਜ਼ਾਨੇ ਵਿੱਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਕੱਢ ਕੇ ਲਿਆ। ਉਹ ਬਾਦਸ਼ਾਹ ਦਾ ਹੁਕਮ, ਖਜ਼ਾਨਚੀ ਗਿਆ ਤੇ ਕੀਮਤੀ ਚੀਜ਼ ਉਹਦੇ ਖਜ਼ਾਨੇ ਵਿੱਚ ਇੱਕ ਸੀ ਜਹਾਂਗੀਰ ਦੇ। ਈਰਾਨ ਦੇ ਬਾਦਸ਼ਾਹ ਨੇ ਉਹਨੂੰ ਇੱਕ ਜਾਮ ਪਿਆਲਾ ਦਿੱਤਾ ਸੀ, ਕੰਚ ਦਾ ਪਿਆਲਾ, ਉਹਦੇ ਵਿੱਚ ਕਰੋੜਾਂ ਦੇ ਹੀਰੇ ਜੜੇ ਹੋਏ ਸੀ। ਪਿਆਲਾ ਕੰਚ ਦਾ, ਕਰੋੜਾਂ ਦੇ ਹੀਰੇ ਸੀ ਉਹਦੇ ਵਿੱਚ। ਸਭ ਤੋਂ ਵੱਧ ਕੀਮਤੀ ਜਹਾਂਗੀਰ ਦੇ ਦਰਬਾਰ ਵਿੱਚ ਉਹ ਚੀਜ਼ ਸੀ। ਉਹ ਕੰਚ ਦਾ ਪਿਆਲਾ ਕੱਢ ਲਿਆ ਤੇ ਗੁਰਮੁਖ ਪਿਆਰਿਓ, ਜਹਾਂਗੀਰ ਕਹਿੰਦਾ ਨੂੰ ਮੇਜ਼ ਤੇ ਰੱਖ ਦੇ। ਗੋਲੇ ਨੇ ਰੱਖਤਾ ਤੇ ਗੁਰਮੁਖ ਪਿਆਰਿਓ ਇੱਕ ਰੌੜ ਲੈ ਕੇ ਨਾ, ਛੋਟੀ ਡੰਡਾ ਹੱਥ ਵਿੱਚ, ਲੋਹਾ ਕਹਿ ਲੋ, ਲੱਕੜੀ ਕਹਿ ਲੋ, ਕੋਲ ਖੜ ਗਿਆ ਜਹਾਂਗੀਰ। ਆਪਣੇ ਬੜੇ ਵਜ਼ੀਰ ਨੂੰ ਕਹਿੰਦਾ, ਵਜ਼ੀਰ ਸਾਹਿਬ ਆਓ। ਉਹ ਆ ਗਿਆ ਤੇ ਜਹਾਂਗੀਰ ਨੇ ਉਹ ਰੌੜ ਨੂੰ ਫੜਾਤੀ, ਕਹਿੰਦਾ ਪਿਆਲੇ ਨੂੰ ਭੰਨ ਦੇ, ਹੁਕਮ ਹੈ ਮੇਰਾ। ਬੜੇ ਵਜ਼ੀਰ ਨੂੰ ਕਹਿੰਦਾ। ਉਹ ਵਜ਼ੀਰ ਕਹਿੰਦਾ, ਜਹਾਂ ਪਨਾਹ ਅੰਨਦਾਤਾ ਹੈ, ਭੰਨਣ ਵਾਲੀ ਚੀਜ਼ ਹੈ, ਇਹ ਤਾਂ ਮੁੜ ਕੇ ਮਿਲਣਾ ਹੀ ਨਹੀਂ, ਇਹ ਨਹੀਂ ਭੰਨਣਾ ਹੈ। ਮੈਂ ਨਹੀਂ ਕਹਿਣਾ ਮੰਨਦਾ, ਚਾਹੇ ਵਜ਼ੀਰ ਹੈ ਤੇਰਾ, ਇਹ ਕੋਈ ਭੰਨਣ ਵਾਲੀ ਚੀਜ਼ ਹੈ, ਤੈਨੂੰ ਤੋਹਫਾ ਦਿੱਤਾ ਈਰਾਨ ਦੇ ਬਾਦਸ਼ਾਹ ਨੇ। ਉਹਨੇ ਵੀ ਜਵਾਬ, ਦੂਏ ਵਜ਼ੀਰ ਨੇ ਵੀ ਜਵਾਬ। ਬੇਗਮ ਬੁਲਾ ਲਈ ਜਿਹੜੀ ਗੁੱਸੇ ਹੁੰਦੀ ਸੀ, ਬੇਗਮ ਨੂੰ ਕਹਿੰਦਾ ਭਾਨੇ ਨੂੰ। ਬੇਗਮਾਂ ਦਾ ਘਰ ਵਾਲੀ ਦਾ ਥੋੜਾ ਜਿਹਾ ਹੱਕ ਹੁੰਦਾ ਜ਼ਿਆਦੇ। ਉਹ ਕਹਿੰਦਾ ਇਹਦਾ ਦਿਮਾਗ ਖਰਾਬ ਹੋ ਗਿਆ। ਬੇਗਮ ਕਹਿੰਦੀ ਚੱਕ ਕੇ ਅੰਦਰ ਰੱਖ ਕੇ ਆਓ, ਅੱਜ ਖੇ ਰੱਖੋ ਸਤਨਾਮ, ਇਹਦੇ ਦਿਮਾਗ 'ਚ ਖਰਾਬੀ ਆ ਗਈ, ਇਹਨੇ ਲੈ ਜਾਓ, ਇੱਥੇ ਲੈ ਜਾਓ, ਜਿੰਦੇ ਦੇ ਅੰਦਰ ਰੱਖ ਭਨਾਉਣ ਲੱਗਿਆ। ਉਹਦਾ ਹੱਕ ਹੁੰਦਾ ਘਰ ਵਾਲੀ ਦਾ। ਗੁਰਸਿੱਖ ਪਿਆਰਿਓ, ਇੱਥੇ ਤਾਂ ਦੇਖ ਲਓ ਮੇਰੀਆਂ ਧੀਆਂ ਭੈਣਾਂ ਘਰ ਵਾਲੀਆਂ ਕਿਵੇਂ ਬੁਲਾਉਣੀਆਂ, ਘਰ ਵਾਲਿਆਂ ਨੂੰ ਪਤਾ ਤੁਹਾਨੂੰ ਕਿਵੇਂ ਬੁਲਾਉਣੀ ਹੈ। ਜਿਵੇਂ ਨੌਕਰ ਰੱਖਿਆ ਬੰਦਾ, ਉਹ ਕੁਲਦੀਪ ਸਬਜ਼ੀ ਲੈ ਆਇਆ, ਦੇਖੋ ਕਿਵੇਂ ਨਾਂ ਲੈਣੀਆਂ ਮੇਰੀਆਂ ਧੀਆਂ ਭੈਣਾਂ। ਅਜਮੇਰ ਕਿੱਥੇ ਤੇ ਆਏ, ਜਿਵੇਂ ਨਿਆਣਾ ਹੁੰਦਾ ਭਈਆ ਕੋਈ ਰੱਖਿਆ ਹੋਇਆ। ਉਹ ਸੁਰਿੰਦਰ ਤੂੰ ਮੈਨੂੰ ਦੱਸਿਆ ਹੀ ਨਹੀਂ ਕਿੱਥੇ ਜਾਣਾ, ਤਾਂ ਐ ਹੱਕਾਂ ਮਾਰਦੀਆਂ ਨੇ। ਮੈਂ ਉੱਥੇ ਮਾਲਟਨ ਕਰਿਆ, ਅੰਮ੍ਰਿਤ ਪ੍ਰਚਾਰ, ਟੋਰਾਂਟੋ 700, ਤੁਹਾਡੀ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਅੰਮ੍ਰਿਤ ਪ੍ਰਚਾਰ ਹੋਇਆ ਸੀ। 700 ਬੰਦੇ ਨੇ ਇੱਕਦਮ ਅੰਮ੍ਰਿਤ ਛਕੇ। ਮੈਂ ਉੱਥੇ ਬੀਬੀਆਂ ਨੂੰ ਬੇਨਤੀ ਕੀਤੀ, ਮੈਂ ਕਿਹਾ ਬੀਬੀਓ, ਪਤੀ ਪਰਮਾਤਮਾ ਹੁੰਦਾ, ਇਹਦਾ ਨਾਂ ਨਾ ਲਿਆ ਕਰੋ, ਜੀਜੂ ਕਹਿ ਕੇ ਬੁਲਾ ਲਿਆ ਕਰੋ। ਉਹ ਪੜੀਆਂ ਲਿਖੀਆਂ ਕੁੜੀਆਂ, ਹੁਣ ਮੈਂ ਤਾਂ ਇੰਨਾ ਪੜਿਆ ਨਹੀਂ। ਇੱਕ ਬੀਬੀ ਉੱਠ ਕੇ ਖੜੀ ਹੁੰਦੀ, ਕਹਿੰਦੀ ਪਤੀ ਪਰਮਾਤਮਾ ਹੁੰਦਾ। ਮੈਂ ਕਿਹਾ ਹਾਂ। ਕਹਿੰਦੀ ਤਾਂ ਹੀ ਤਾਂ ਅਸੀਂ ਬਾਰ-ਬਾਰ ਨਾਂ ਲੈਂਦੇ ਆ, ਅੱਜ ਖੇ ਰੱਖੋ ਸਤਨਾਮ, ਪਰਮਾਤਮਾ ਦਾ ਨਾਂ ਕਹਿੰਦੀ ਜਪਣਾ ਚਾਹੀਦਾ। ਫਿਰ ਤੁਸੀਂ ਇਹ ਟਲੈਰ ਸਮਝਾ ਲਓ ਇਹਨਾਂ ਨੂੰ, ਬਈ ਕਿੱਥੇ ਸਿੱਖਿਆ ਦੇਣਗੇ। ਅਗੇ ਨਾਲੇ ਤੁਸੀਂ ਪਰਮਾਤਮਾ ਕਹਿੰਦੇ, ਨਾਲੇ ਨਾਂ ਨੇੜ ਤੇ ਪਰਮਾਤਮਾ ਦਾ ਨਾਂ ਤਾਂ ਬਾਰ-ਬਾਰ ਲੈਣਾ ਚਾਹੀਦਾ, ਤਾਂ ਲੈਣੀ ਹੈ। ਉਹਦਾ ਹੱਕ ਸੀ। ਗੁਰਸਿੱਖ ਪਿਆਰਿਓ, ਉਹ ਕਹਿੰਦੀ ਚੱਕ ਕੇ ਅੰਦਰ ਰੱਖ ਇਹਨੂੰ। ਕਹਿੰਦਾ ਨਹੀਂ, ਅੰਦਰ ਨਹੀਂ, ਤੂੰ ਇਹਨੂੰ ਭੰਨ। ਕਹਿੰਦੀ ਬਿਲਕੁਲ ਨਹੀਂ ਭੰਨਣਾ, ਤੇਰਾ ਹੁਕਮ ਕਦੇ ਨਹੀਂ ਮੰਨਣੇ, ਤਾਂ ਕਰੋੜਾਂ ਦੀ ਚੀਜ਼ ਹੈ। ਉਹ ਖੜਾ ਜ਼ੈਦ ਗੋਲਾ, ਗੁਰਮੁਖ ਪਿਆਰਿਓ, ਬਸ ਉਹਨੂੰ ਇਸ਼ਾਰਾ ਕੀਤਾ, ਕਹਿੰਦੇ ਗੋਲਿਆ ਭੰਨ ਦੇ। ਇੱਕ ਸਕਿੰਟ ਨਹੀਂ ਲਾਈ, ਕੀਚਰ ਕਰਤੀ ਡਾਂਗ ਮਾਰ ਕੇ ਕੋਲੇ ਦੀ, ਤੇ ਗੁਰਮੁਖ ਪਿਆਰਿਓ ਸਰਨਾਟਾ ਛਾ ਗਿਆ। ਜਹਾਂਗੀਰ ਕਹਿੰਦਾ, ਉਹ ਗੋਲਿਆ ਤੈਨੂੰ ਪਤਾ ਨਹੀਂ ਸੀ ਇਹਦੀ ਕੀਮਤ ਦੀ ਕਿੰਨੀ ਚੀਜ਼ ਹੈ, ਤੇ ਠੀਕਰੇ ਬਣਾਤੇ। ਜ਼ੈਦ ਗੋਲਾ ਕਹਿੰਦਾ, ਬਾਦਸ਼ਾਹ ਇਹਦੀ ਕੀਮਤ ਦਾ ਤਾਂ ਤੈਨੂੰ ਵੀ ਪਤਾ ਹੈ, ਤੇਰੀਆਂ ਬੇਗਮਾਂ ਨੂੰ ਵੀ ਪਤਾ ਹੈ, ਤੇਰੀਆਂ ਵਜ਼ੀਰਾਂ ਨੂੰ ਵੀ ਪਤਾ ਹੈ,
पर तेरे हुक्म की कीमत का मैनू पता है। अज कहे आखो सतनाम, तू एक कौला कहना तेरे हुक्म पिछे में है जे 100 कौले भनमा हुक्म मने होवे परवान। इत्थे कहना मनण दा, बचन मनण दा, सारिਆਂ ਨੂੰ ਆਪੋ ਆਪਣੇ धर्म प्यारे हैं। ਆਪਾਂ ਨੂੰ ਸਭ ਨੂੰ ਕਿਸੇ ਦੇ धर्म की निंदिया नहीं, ਭੇਖ ਸਾਰੇ प्यारे ने, ਆਪਾਂ भी रखने। पर मैं एक दिन अगे तुहानू बेनती की सी, जपजी साहब विच धर्मी बनना है, अद्धी तुक कोल रखो, बस अद्धी तुक जपजी साहब की पूरी भी नहीं। जे तुसी धर्म नाल रिश्ता जोड़ना ना, अद्धी तुक है सारी। वो केड़ी है? मन्ना धर्म होवे संबंध, पढ़दे हो ना नित, गुरु दा बचन मान लो, तुहाडा धर्म नाल रिश्ता जुड़ जाऊगा। मन्ना है धर्म होवे संबंध, गले नहीं होर कोई। बीबी तू बचन मान लिया, भाना मान लिया, बीबी भानी नू कहंदे ले हुण तेरे पति ने परसों नू करना सी चढ़ाई, पर हुण ए नहीं जाऊगा, हुण एदी जगह असीं जावांगे। गुरु अमरदास जी कहंदे, नोट कर लियो, 6 महीने 11 दिन 17 दिन दी उम्र, 6 साल 11 महीने 17 दिन श्री गुरु अमरदास जी ने अपनी उम्र दे के भाई जेठे नू, जिन्हां दा अज अवतार है, तां उन्हां नू चौथे पातशाह बना के गद्दी दत्ती सी। उन्हां दी अपनी उम्र खत्म हो गई सी। फिर उन्हां नू बचन करता, हुण जाओ ऐसा तीर्थ प्रगट करो जिथे लोकां नू 68 तीर्थां दा इकट्ठा ही महात्म मिल जावे। फिर उन्होंने तुंग पिंड के जिमीदारों तो 700 रुपया उस समय का, 700 आ जी अंबरसर की जगह है, तुंग पिंड की जमीन है, भाई तुंग गलविंडी आदि पिंड ने आले दाले, उन्होंने तो मुल लैके एक हाड़ 77 दे विच गुरसिख प्यारे टक ला के, जिथे हुण दुख भंजनी बेरी है उत्थे थड़ा बनया होया है, इत्थे बैठ के महाराज ने टक ला के श्री अंबरसर साहब वसाया सी। ते सतगुर पातशाह ने तकरीबन 7 साल गुरगद्दी का समा कीता है। उस गुरगद्दी के समय विच अंबरसर साहब का सरोवर गुरसिख प्यारिओ, जिथे तुसी स्नान करते हो, वो नगरी बसा के सानू दिती है कि जिथे सभे छाव नहीं तुर जेहा, बदो पुरख बधाते ता तू सोहिया। चौथे पातशाह गुरु रामदास महाराज जी ने 7 साल दे विच अंबरसर दा शहर बसाउणा, 52 किस्म के लोग इकट्ठे करके तजारती शहर बनाया। इनू सिक्खी डेवलपड अगाह वधू धर्म है, को साडे विच भी लाना पै गया, घर बार छड्डो फिरी जाओ चोले पाके आले दुआले गुरसिख प्यारिओ, ये प्रथा चंगी नहीं हैगी। इस प्रथा विचों सानू गुरु जी ने कढ़िया सी। जदों गुरु नानक दा अवतार आया, बथेरे जोगी फिरदे ते जटाधारी, बथेरे उदासी फिरदे सी, बथेरे बरागी फिरदे सी, चिप्पियां चक्की टोले बन्नी फिरदे सी। महाराज ने उन्हां दा विरोध कीता, घर विच किरत करो, गृहस्थ विच रहो, काम कार करो, अपने जीवन नूं उन्नत करो, क्यों किसे दे उत्ते बोझ बनदे हो तुसीं? किरत का के सिरों किसे दा बोझ आप चको। किरत विरत कर धर्म दी हथीं दे के भला मनाई। वो चौथे पातशाह ने भाई किरती 52 लोग, 52 जातां दे लोग अंबरसर बसाए सी। आप उन्हां नूं पैसे दिते, आप इमदाद कीती। यही गुरु घर दा मैं अगे भी बेनती कीती है, फेर याद करा दिन्ने, चौकीदार हाक मारदा हुंदा है। साडे विचों प्यार कोपरेशन एक दूजे की हमदर्दी नहीं रही। आ गुजराती देखिया करो, थोड़े को बथेरे रहने, इत्थे चीनी रहने, एक गुजराती नवा आ जाए ना इंग्लैंड च, 15 गुजराती इकट्ठे होके पैसे इकट्ठे करके उन्होंने स्टोर खोल देंगे। एक चीनी नवा आ जाए, चीनी ओहदा काम चला देंगे, खोल दुकान। मुसलमान वीरां च भी हैगी, अपने ते ही कृपा हुई है। जे सिख आ जाए सोचांगे वोट कद होंदा है, अज कोई सतनाम दुकान तक कद खोलनी है, भी इतों जांदा कद है। फिर नारे मार के कहने अगर राज करेगा खालसा, सिख सिखा दी लत्तां बढ़दा, कहते राज होऊ साडा। राज तुहानूं पाकिस्तानी चीनी देणगे, नेपाली आके तुहाडा प्यार सत्कार नहीं। आपस विच 52 किरती लोक बसाए सी। उन्हां नूं कोलों माया दत्ती गुरु रामदास जी ने, कोलों जगह दत्ती दुकानां नूं। ताहीं अज गुरु रामदास दी कृपा है, हिंदुस्तान विच 1 नंबर ते तजारती शहर है श्री अंबरसर साहब। वसदी सघन अपार। उदों बचन करता सी जदों थोड़े जे लोग सी, उदों कहता सी इत्थे इन्नी बसों होगी, तिल सिरन नूं जगह नहीं रहूगी। सघन कणी वो हुण तुहाडे सामने होई भी है। ते गुरु रामदास महाराज जी दे 3 सपुत्र होए भाई। वड्डा सपुत्र सी उन्हां दा बाबा पिरथी चंद, दूजा सी महादेव, ते तीजे सी छोटे गुरु अर्जन देव महाराज।
3 ਸਪੁੱਤਰ ਸੀ। ਇੱਕ ਸਪੁੱਤਰ ਗੁਰੂ ਰਾਮਦਾਸ ਜੀ ਦੇ ਹੋਰ ਹੋਣਾ ਸੀ, ਚੌਥਾ ਸਪੁੱਤਰ ਪੈਦਾ ਹੋਣਾ ਸੀ। ਪਰ ਐਸਾ ਗੁਰੂ ਘਰ ਹੈ, ਤੁਸੀਂ ਸਵਈਆਂ ਦੀ ਜਿਨ੍ਹਾਂ ਨੇ ਕਥਾ ਕਰੀ ਹੈ, ਗੁਰੂ ਰਾਮਦਾਸ ਸਰ ਸੁਭਰ ਭਰ, ਖਾਲੀ ਸਰੋਵਰਾਂ ਨੂੰ ਭਰਤਾ, ਖਾਲੀ ਹਿਰਦਿਆਂ ਨੂੰ। ਉਹ ਆਪਣਾ ਚੌਥਾ ਪੁੱਤਰ ਆਪਣੇ ਸੇਵਕ ਨੂੰ ਦੇਤਾ ਜਿਹਦੇ ਔਲਾਦ ਨਹੀਂ ਸੀ ਹੁੰਦੀ। ਬਾਬਾ ਆਦਮ ਤੇ ਮਾਈ ਸਭਰਾਈ, ਗੁਰਮੁਖ ਪਿਆਰੇ, ਉਹਨਾਂ ਦੇ ਔਲਾਦ ਨਹੀਂ ਸੀ। ਇਤਿਹਾਸ ਵਿੱਚ ਤਾਂ 65 ਸਾਲ ਦੀ ਉਮਰ ਲਿਖੀ ਹੈ ਬਾਬੇ ਆਦਮ ਜੀ ਦੀ। ਘਰ ਨੂੰ ਜਿੰਦਾ ਲਾ ਕੇ ਆ ਗਏ ਸੀ ਅੰਮ੍ਰਿਤਸਰ, ਤੇ ਗੁਰਮੁਖ ਪਿਆਰੇ ਬੱਚਾ ਨਹੀਂ ਸੀ ਪੈਦਾ ਹੁੰਦਾ। ਆ ਕੇ ਉੱਥੇ ਦੀ ਸੰਗਤ ਵੇਖੀ, ਭਾਂਡੇ ਮਾਂਜਣ ਲੱਗੀ ਮਾਈ ਸਭਰਾਈ, ਲੱਕੜਾਂ ਢੋਣ ਲੱਗ ਗਿਆ ਬਾਬਾ ਆਦਮ। ਇੰਨੀਆਂ ਲੱਕੜਾਂ ਢੋਣੀਆਂ, ਢੇਰੇ ਢੇਰ ਲਾਤੇ। ਮਾਘੀ ਦਾ ਦਿਨ ਆ ਗਿਆ, ਸੰਗਤ ਬਹੁਤ ਆਈ ਵੀ, ਕਮਰੇ ਬਣੇ ਨਹੀਂ ਸੀ ਉਦੋਂ। ਮੀਂਹ ਪੈਣ ਲੱਗ ਗਿਆ, ਤੇ ਸਰਦੀ ਵਿੱਚ ਮੀਂਹ ਪਵੇ, ਦੇਖ ਲਓ ਟੈਂਪਰੇਚਰ ਕਿੰਨਾ ਡਾਊਨ ਹੋ ਜਾਂਦਾ। ਥਰ ਥਰ ਕੰਬਣ ਬਾਲ ਬੱਚੇ ਬਿਰਧ। ਬਾਬੇ ਆਦਮ ਨੇ ਕੀ ਕੀਤਾ ਨਾ, ਜਿਹੜੀਆਂ ਲੱਕੜੀਆਂ ਇਕੱਠੀਆਂ ਕੀਤੀਆਂ ਸੀ, ਉਹ ਸਰੋਵਰ ਦੇ ਆਲੇ ਦੁਆਲੇ ਪ੍ਰਕਰਮਾ ਵਿੱਚ ਢੇਰ ਲਾ ਲਾ ਕੇ ਅੱਗ ਮਚਾਤੀ। ਸਾਰਿਆਂ ਦਾ ਪਾਲਾ ਦੂਰ ਕਰਤਾ, ਸਕਾਤੇ। ਅੱਗ ਮਚ ਪਵੇ, ਪਾਵਕ ਸੰਗ ਸੀਤ ਕੋ ਨਾਸ, ਪਾਲਾ ਆਪੇ ਨੜ ਜਾਂਦੇ। ਦੂਜੇ ਦਿਨ ਗੁਰੂ ਰਾਮਦਾਸ ਜੀ ਕਹਿੰਦੇ ਉਹ ਸਿੱਖ ਨੂੰ ਬੁਲਾਓ ਜਿਹਨੇ ਸੰਗਤ ਦੀ ਸੇਵਾ ਕੀਤੀ ਹੈ ਰਾਤ। ਆ ਗਿਆ ਬਾਬਾ ਆਦਮ, ਕਹਿੰਦੇ ਮੰਗ ਲੈ ਜੋ ਕੁਛ ਮੰਗਣਾ, ਤੂੰ ਸੰਗਤ ਦੀ ਸੇਵਾ ਕੀਤੀ ਹੈ। ਹੁਣ 65 ਸਾਲ ਦੀ ਉਮਰ, ਪੁੱਤ ਕਿਵੇਂ ਮੰਗੇ? ਸੰਗ ਗਿਆ, ਕਹਿੰਦਾ ਲੋਕ ਕੀ ਕਹਿਣਗੇ, ਹੁਣ ਪੁੱਤ ਮੰਗਦਾ ਫਿਰਦਾ ਬੜਾ ਹੋ ਕੇ। ਕਹਿੰਦਾ ਮਹਾਰਾਜ ਆ ਸੇਵਾ ਹੀ ਦੇ ਦੋ, ਇਹ ਐਸਾ ਘਰ ਹੈ ਗੁਰੂ ਰਾਮਦਾਸ ਜੀ ਦਾ। ਮਹਾਰਾਜ ਕਹਿੰਦੇ ਕੋਈ ਨਹੀਂ, ਸੇਵਾ ਤਾਂ ਤੂੰ ਕਰਦਾ, ਮੰਗ ਲੈ ਜੋ ਕੁਛ ਮੰਗਣਾ। ਕਹਿੰਦਾ ਮਹਾਰਾਜ ਫੇਰ ਸੰਗ ਗਿਆ। ਐਸੇ ਗੁਰੂ ਜੀ ਸਾਡੇ ਹਨ। ਗੁਰੂ ਰਾਮਦਾਸ ਜੀ ਕਹਿੰਦੇ ਜਾ ਐ ਕਰ ਬਾਬਾ, ਜੇ ਤੈਨੂੰ ਮੰਗੇ ਆਦ ਨਹੀਂ ਆਉਂਦੀ, ਘਰ ਵਾਲੀ ਤੇ ਪੁੱਛਿਆ। ਦੇਖੋ ਕੈਸਾ ਦਰ ਹੈ ਇੱਥੇ। ਜਾਂ ਸਲਾਹ ਕਰਿਆ, ਨੱਠੇ ਨੱਠੇ ਗਏ ਗਾ ਮਾਈ ਸਭਰਾਈ। ਗੁਰੂ ਰਾਮਦਾਸ ਲੰਗਰ ਵਿੱਚ ਭਾਂਡੇ ਮਾਂਜੇ। ਗੁਰਮੁਖ ਪਿਆਰਿਓ, ਕਹਿੰਦੇ ਨੱਠੇ ਨੱਠੇ ਆਉਣਾ ਅੱਜ। ਕਹਿੰਦਾ ਸਮਾਂ ਸੀ, ਮੈਂ ਤੋਂ ਖੁੰਝ ਗਿਆ। ਮਹਾਰਾਜ ਨੇ 2 ਵਾਰ ਕਿਹਾ ਜੋ ਕੁਛ ਮੰਗ ਲੈ, ਮੇਰੇ ਤੇ ਪੁੱਤ ਮੰਗ ਨਹੀਂ ਹੋਇਆ। ਕਹਿੰਦੇ ਮੰਗਣ ਦੀ ਤਾਂ ਲੋੜ ਹੀ ਨਹੀਂ ਇੱਥੇ। ਮਾਈ ਸਭਰਾਈ ਲਿਬੜੇ ਹੋਏ ਹੱਥ ਭਾਂਡਿਆਂ ਵਿੱਚ, ਸਵਾਹ ਨਾਲ ਲਿਬੜੀ, ਉਦੋਂ ਹੀ ਚਲੀ ਗਈ। ਤੇ ਗੁਰੂ ਰਾਮਦਾਸ ਜੀ ਕਹਿੰਦੇ ਸਲਾਹ ਕਰਿਆ, ਮੰਗੋ ਕੀ ਮੰਗਦੇ ਹੋ? ਮਾਈ ਸਭਰਾਈ ਹੱਥ ਬਨ ਕੇ ਕਹਿੰਦੀ, ਅੱਖਾਂ ਵਿੱਚ ਜਲ ਆ ਗਿਆ। ਕਹਿੰਦੀ ਸਤਿਗੁਰ ਅਸੀਂ ਤਾਂ ਕਹੀਏ ਜੇ ਤੈਨੂੰ ਪਤਾ ਨਾ ਹੋਵੇ। ਸਾਤੇ ਕਾਹਨੂੰ ਕਹੋਣਾ, ਤੂੰ ਜਾਣਦਾ ਹੀ ਹੈ। ਖਾਲੀ ਜਾਂਦੇ ਨੇ ਮਰਬੇ ਹਵੇਲੀਆਂ, ਕਰਦੇ ਕਿਰਪਾ। ਜਦ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਉਹਨਾਂ ਦੇ ਕਰਮਾਂ ਵਿੱਚ ਪੁੱਤਰ ਨਹੀਂ ਸੀ, ਔਲਾਦ ਨਹੀਂ ਸੀ। ਇਹ ਤਾਂ ਖੁਦਾ ਦੀਆਂ ਦਾਤਾਂ ਹੈ। ਇੱਕ ਮੀਆਂ ਮੀਰ ਫਕੀਰ ਜੀ ਦੇ ਸੇਵਕ ਹੋਏ ਨੇ, ਵਜੀਦਾ ਫਕੀਰ। ਉਹਨੇ ਬਚਨ ਕੀਤਾ ਆਪਣੀ ਕਿਤਾਬ ਦੇ ਵਿੱਚ। ਉਹ ਕਹਿੰਦਾ ਇੱਕ ਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ। ਇੱਕ ਨੂੰ ਰੱਬ ਨੇ ਪੁੱਤ ਦਿੱਤੇ, ਗਾਂ ਪੋਤਰੇ। ਇੱਕ ਨਾ ਦੇ ਘਰ ਧੀ, ਧੀਆਂ ਘਰ ਦੋਤਰੇ। ਪੁੱਤ ਨਹੀਂ ਦਿੱਤਾ, ਲੜਕੀ ਦੇਤੀ, ਉਹ ਵੀ ਬੱਚਾ ਹੀ ਹੈ, ਉਹਦੇ ਦੋਤੇ ਹੋ ਗਏ। ਇੱਕ ਨਾ ਦਿੱਤੇ 2, ਪੁੱਤ ਵੀ ਤੇ ਧੀ ਵੀ, ਉਹ ਕਹਾਵਣ ਸੌਤਰੇ। ਉਹਨਾਂ ਨੂੰ ਆਪਾਂ ਸੌਤਰਾ ਕਹਿੰਦੇ, ਪੁੱਤ ਧੀਵਾਂ ਦੋਵੇਂ ਹੋਣ। ਇੱਕ ਨਾ ਪੁੱਤ ਨਾ ਧੀ, ਕਹਾਵਣ ਔਤਰੇ। ਦੋਏ ਨਹੀਂ ਦਿੱਤੇ ਰੱਬ ਨੇ, ਉਹਦੀ ਦਾਤ ਹੈ। ਗਾਹਾਂ ਉਹ ਇੱਕ ਲਫ਼ਜ਼ ਕਹਿੰਦਾ ਇੱਕ ਨਾ ਦਿੱਤਾ ਇੱਕ। ਕਈਆਂ ਨੂੰ ਇੱਕੋ ਦਿੱਤਾ ਆ ਕੁੜੀ ਆ ਮੁੰਡਾ। ਇੱਕ ਨਾ ਦਿੱਤਾ ਇੱਕ, ਉਹ ਵੀ ਜਾਏ ਮਰ। ਉਹ ਵਜੀਦਾ ਕੌਣ ਕਹੇ ਖੁਦਾ ਨੂੰ ਤੂੰ ਇੰਜ ਨਾ ਇੰਜ ਕਰ। ਉੱਥੇ ਜਾ ਕੇ ਕਹਿਣ ਵਾਲਾ ਕੋਈ ਹੈ ਹੀ ਨਹੀਂ, ਤੂੰ ਐ ਨਹੀਂ ਐ ਕਰ। ਨਾ ਨਾ ਨਾ, ਉੱਥੇ ਤਾਂ ਜੋ ਕੁਛ ਕਰਨਾ ਉਹਨੇ ਆਪੇ ਕਰਨਾ। ਤੁਹਾਡੀ ਕਿਸਮਤ ਵਿੱਚ ਪੁੱਤਰ ਨਹੀਂ ਸੀ, ਪਰ ਤੁਸੀਂ ਸੰਗਤ ਦੀ ਸੇਵਾ, ਜਿਹੜੀ ਭਾਂਡੇ ਮਾਂਜਣੇ, ਸੰਗਤ ਦੀ ਸੇਵਾ ਕਰਨੀ। ਗੁਰੂ ਰਾਮਦਾਸ ਜੀ ਦਿਆਲੂ ਹੋ ਗਏ। ਤੁਸੀਂ ਸੰਗਤ ਦੀ ਕੀਤੀ ਹੈ ਸੇਵਾ, ਇੱਥੋਂ ਖਾਲੀ ਨਹੀਂ ਜਾਣਾ। ਜਿਹੜਾ ਸਾਡੇ ਘਰ ਚੌਥਾ ਪੁੱਤ ਪੈਦਾ ਹੋਣਾ ਸੀ, ਉਹ ਹੁਣ ਤੁਹਾਡੇ ਹੋਊਗਾ। ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਤੋਂ ਛੋਟਾ ਭਾਈ ਪੈਦਾ ਹੋਣਾ ਸੀ ਚੌਥੇ ਪਾਤਸ਼ਾਹ ਦੇ, ਪਰ ਉਹ ਫਿਰ ਬੀਬੀ ਭਾਨੀ ਜੀ ਦੀ ਕੁੱਖ ਤੋਂ ਕਹਿੰਦੇ ਉਹ ਤੁਹਾਨੂੰ ਦਿੱਤਾ। ਗਾਹ ਭਾਈ ਫਿਰ ਸ਼ਰਧਾ ਦੇਖੋ, ਵਿਸ਼ਵਾਸ ਕਰ ਵੀ ਲੈਂਦੇ ਅਸੀਂ ਅਰਦਾਸਾਂ, ਸੇਵਾ, ਭਰੋਸਾ ਨਹੀਂ ਟਿਕਦਾ। ਭਰੋਸੇ ਬਿਨਾਂ ਫਲ ਨਹੀਂ ਲੱਗਣਾ ਗੁਰਸਿੱਖ ਪਿਆਰਿਓ। ਫਿਰ ਭਰੋਸਾ ਇੰਨਾ, ਦੋਏ ਗਲ ਵਿੱਚ ਪੱਲਾ ਪਾ ਕੇ ਕਹਿੰਦੇ ਗੁਰੂ ਰਾਮਦਾਸ, ਜੇ ਹੁਣ ਪੁੱਤ ਤੂੰ ਆਪਣਾ ਦਿੱਤਾ ਹੈ ਨਾ, ਨੌ ਵੀ ਤੂੰ ਹੀ ਰੱਖ ਦੇ। ਇਹ ਭਰੋਸੇ ਦੀ ਗੱਲ ਆ। ਧੰਨਾ ਜੱਟ ਤੁਹਾਡਾ ਭਾਈ, ਉਦੋਂ ਤੁਹਾਡਾ ਭਾਈ ਕਹਿਣਾ ਮੇਰੀ ਗਲਤੀ ਹੈ, ਜੱਟਾਂ ਦਾ ਤਾਂ ਭਾਈ ਹੈ ਨਹੀਂ ਉਹ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ, ਰਵਿਦਾਸੀਏ ਵੀ ਰਵਿਦਾਸ ਦਾ ਗੁਰਪੁਰਬ ਮਨਾਉਣਗੇ, ਕਬੀਰ ਦੇ
ਨਾਮਦੇਵ ਜੀ ਦਾ, ਸੈਣ ਦਾ, ਸਭ ਦਾ ਮਨਾਉਨੇ ਨਾ। ਜੱਟ ਨਾ ਜੱਟ ਦਾ ਮਨਾ ਗਏ ਅੱਜ ਖੇ ਰੱਖੋ ਸਤਨਾਮ, ਬਸ ਇਹ ਡਾਂਗ ਚੱਕੀ ਪਏ ਜੱਟਾਂ ਨੇ। ਲੈ ਜੇ ਜੱਟ ਜੱਟ ਨੂੰ ਮੰਨ ਗਿਆ ਫਿਰ ਜੱਟ ਕਾਹਦਾ ਹੈ? ਇਹ ਨਹੀਂ। ਹੋਰਾਂ ਦੇ ਪਿੱਛੇ ਤੁਰਿਆ ਫਿਰੂ। ਕੋਈ ਗੁਰਦੁਆਰਾ ਕੋਈ ਜਗ੍ਹਾ ਦੇਖੀਏ ਧੰਨੇ ਦਾ ਗੁਰਪੁਰਬ ਮਨਾਉਂਦੇ? ਯਾਦ ਹੀ ਨਹੀਂ। ਗੁਰਸਿੱਖ ਪਿਆਰਿਓ ਨਾਲੇ ਯਾਦ ਰੱਖਿਓ, ਇੱਕ ਧੰਨੇ ਨੇ ਪਰਪਕਾਰ ਕਰਤਾ, ਜੱਟਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ। ਨਹੀਂ ਲੈ ਗਏ ਤੇ ਬਾਜੀ ਹੋ ਰਹੇ, ਸਭ ਦਾ ਨਾਂ ਆ ਗਿਆ ਤਾਂ ਤੁਸੀਂ ਡਾਂਗ ਖੜਕਾਉਂਦੇ ਹੀ ਰਹਿ ਗਏ। ਤੇ ਇਹ ਤਾਂ ਧੰਨੇ ਨੇ ਕਿਰਪਾ ਕਰ ਦਿੱਤੀ। ਇਹ ਸੁਣ ਕੇ ਜੱਟ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਬੜਭਾਗਾ। ਆਪਾਂ ਕਦੇ ਉਹਦਾ ਦਿਨ ਨਹੀਂ ਮਨਾਉਂਦੇ, ਕਦੇ ਗੁਰਪੁਰਬ ਨਹੀਂ ਮਨਾਉਂਦੇ। ਉਹਨੇ ਕਿੱਥੋਂ ਪਾਇਆ? ਲੰਮੀ ਭਗਤੀ ਨਹੀਂ ਕੀਤੀ, ਬਾਹਮਣ ਨੇ ਤਾਂ ਮਖੌਲ ਕੀਤਾ ਸੀ ਉਹਨੂੰ। ਪੰਸੇਰੇ ਜਿੱਡਾ ਪੱਥਰ ਚੱਕ ਕੇ ਦੇਤਾ, ਕਹਿੰਦਾ ਠਾਕਰ ਇਹਨੂੰ ਭੋਗ ਲਵਾਈ। ਭਾਈ ਗੁਰਦਾਸ ਜੀ ਨੇ ਸਾਫ਼ ਕਿਹਾ, ਗੈਲ ਛਡਾਉਣੀ ਮਗਰ ਪਏ ਨੂੰ ਹਟਾਉਣਾ। ਦੇ ਪੱਥਰ ਲੈ ਗੈਲ ਛਡਾਵੇ, ਪੱਥਰ ਦੇਤਾ। ਉਹਨੇ ਕੀਤਾ ਵਿਸ਼ਵਾਸ ਬਚਨਾ ਉਤੇ, ਪਕਾ ਲੀਆਂ ਮਿੱਸੀਆਂ ਰੋਟੀਆਂ, ਲੱਸੀ ਦਾ ਭਰ ਲਿਆ ਛੰਨਾ, ਗੱਠਾ ਰੱਖਤਾ ਕੋਲ, ਖੱਦਰ ਦਾ ਪੌਣਾ ਪਾ ਕੇ ਬੈਠ ਗਿਆ, ਕੁੰਡਾ ਲਾ ਕੇ ਕਹਿੰਦਾ ਠਾਕਰ ਜੀ ਛਕੋ ਮਿੱਸੇ ਪ੍ਰਸ਼ਾਦੇ। ਕਿੰਨੀ ਛੇਤੀ, ਇੰਨੀ ਛੇਤੀ ਕਿੱਥੇ ਛਕੇ? ਧੰਨਾ ਕਹਿੰਦਾ ਮੈਨੂੰ ਪਤਾ ਤੂੰ ਬ੍ਰਾਹਮਣ ਦੀ ਖੀਰ ਖਾਣ ਹਿਲਿਆ ਮੈਂ, ਪਰ ਇੱਥੇ ਤਾਂ ਛੋਲਿਆਂ ਦੀ ਉਹ ਹੈ ਕੋ ਸਤਨਾਮ। ਸਾਰਦਾ ਕਹਿੰਦਾ ਇੱਕ ਅੱਧਾ ਦਿਨ ਉਹ ਕਿੱਥੇ ਆਵੇ? ਕਹਿੰਦਾ ਤੇਰੀ ਮਰਜ਼ੀ ਹੈ। ਫਿਰ ਸ਼ਰਤ ਪਤਾ ਕੀ ਰੱਖਤੀ? ਜਦ ਤੱਕ ਤੂੰ ਨਹੀਂ ਖਾਂਦਾ ਤੇ ਮੈਂ ਵੀ ਨਹੀਂ ਖਾਂਦਾ, ਹਾਂ ਵੀ ਮੂੰਹ ਨਾ ਜੁਠਾਲ ਸਾਂ। ਬਾ ਬੈਠਾ ਰਹੋ, ਤੇਰੀ ਮਰਜ਼ੀ ਹੈ। ਇੱਕ ਦਿਨ ਬੀਤ ਗਿਆ, ਦੂਜਾ ਦਿਨ ਬੀਤਿਆ, ਮਾਂ ਬਾਪ ਨੂੰ ਪੈ ਗਿਆ ਫਿਕਰ ਵੀ ਠਾਕਰਾਂ ਨੇ ਭੋਗ ਨਹੀਂ ਲਾਉਣਾ, ਮੁੰਡੇ ਦਾ ਭੋਗ ਪੈ ਜਾਣਾ। ਅੱਜ ਕੋ ਸਤਨਾਮ, ਤਾਂ ਪਰਸੋਂ ਦਾ ਬੈਠਾ ਅੰਦਰ, ਨਾ ਕੁੰਡਾ ਖੋਲੇ ਨਾ ਕੁਝ ਖਾਵੇ। ਗਾਈਆਂ ਮੱਝਾਂ ਭੁੱਖੀਆਂ ਮਰ ਗਈਆਂ। ਗਏ ਤਲੋਚਨ ਬਾਹਮਣ ਕੋਲ, ਉਹ ਕਹਿੰਦੇ ਪੰਡਤਾ ਕਿਹੋ ਜਿਹਾ ਠਾਕਰ ਦੇਤਾ, ਮੁੰਡੇ ਨੇ ਮਰ ਜਾਣਾ, ਖੂਨ ਪੈ ਜੂ ਤੇਰੇ ਗਲ। ਪਰਸੋਂ ਦਾ ਬੈਠਾ ਅੰਦਰ, ਡਰ ਗਿਆ ਵਿਚਾਰਾ ਬਾਹਮਣ। ਉਦੋਂ ਬੰਦੇ ਦਾ ਮਰਨਾ ਬਹੁਤ ਔਖਾ ਹੁੰਦਾ ਸੀ, ਹੁਣ ਤਾਂ ਕਤਲ ਨੂੰ ਕੋਈ ਸਮਝਦੇ ਹੀ ਨਹੀਂ ਆਪਾਂ। ਗੁਰਸਿੱਖ ਪਿਆਰਿਓ ਜਾ ਕੇ ਦਰਵਾਜ਼ੇ ਖੜਕਾਵੇ। ਉਹ ਕਹਿੰਦਾ ਮੈਂ ਤੇਰਾ ਗੁਰੂ ਆਇਆ, ਖੋਲ ਦਰਵਾਜ਼ਾ। ਗੁਰੂ ਕਰਕੇ ਖੋਲਤਾ। ਕਹਿੰਦਾ ਧੰਨਿਆ ਕਿਤੇ ਏਦਾਂ ਭੋਗ ਲਵਾਈ ਦਾ? ਧੰਨੇ ਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਵੀ ਠਾਕਰਾਂ ਦੇ ਬੁੱਲਾਂ ਨੂੰ ਤਾਂ ਉਂਗਲੀ ਲਾਈ ਦੀ ਹੈ, ਛੰਨਾ ਤਾਂ ਆਪੇ ਪੀਦਾ। ਅੱਜ ਖੇ ਅਖੋ ਸਤਨਾਮ, ਉਹਨੂੰ ਪਤਾ ਨਹੀਂ ਧੰਨੇ ਸੇਵਿਆ ਬਾਲ ਬੁੱਧ। ਬਾਣੀ ਨੇ ਕਹਿਤੀ ਬੱਚੇ ਵਰਗੀ ਬੁੱਧ ਸੀ ਉਹਦੀ। ਕਹਿੰਦਾ ਉੱਥੇ ਏਦਾਂ ਨਹੀਂ ਭੋਗ ਵਾਗ ਲੱਗਦੇ ਹੁੰਦੇ, ਇਹ ਤਾਂ ਅਰਦਾਸੇ ਕਰੀ ਦੀ ਹੁੰਦੀ ਹੈ। ਜਦੋਂ ਨਾ ਉੱਠਿਆ ਤੇ ਬ੍ਰਾਹਮਣ त्रिलोचन ने वचन कह दिता, धन्या पत्थर नहीं सुनता फरियाद किसी की। ठाकर कहने वाला, देवता कहने वाला पत्थर कहने लग पिया। ऐदा नहीं गल्लां सुनदा जिवें तू हाका मार दे। धन्ना बड़ा हैरान होया, कहंदा परसों ठाकर कहता हुण उसे नूं पत्थर कहंदा। बजी सट शरदा, कहंदा पंडित जी परसों मैं तैनूं गुरु धारण कीता सी, तू मैनूं दित्ता सी ठाकर। ਅੱਜ ਜੇ ਮੈਨੂੰ ਤੂੰ ਗੁਰੂ ਧਾਰਨ ਕਰ ਲਵੇਂ, ਅਗਲੀ ਗੱਲ ਮੈਂ ਦੱਸਾਂ ਵੀ ਠਾਕਰ ਤੇ ਗਾਹਾਂ ਵੀ ਹੈਗਾ ਕੁਛ। ਬਾਹਮਣ ਦੇ ਪੈ ਗਿਆ ਤਿਉੜੀਆਂ, ਕਹਿੰਦਾ ਜੱਟ ਬੂਟ ਮੇਰਾ ਗੁਰੂ ਬਣਨ ਨੂੰ ਫਿਰਦਾ ਹੈ। ਅੱਜ ਖੋ ਸਤਨਾਮ ਨਾ ਜਾਵੇ ਕੁਛ। ਕਹਿੰਦਾ ਵੇਖ ਲੈ ਜੇ ਗਾਹਾਂ ਲੱਭਣਾ ਰੱਬ ਤੋਂ ਕੁਝ ਹੈਗਾ ਮੈਂ ਦੱਸ ਦੇ। ਕਹਿੰਦਾ ਦੱਸ ਤੂੰ ਕੀ ਦੱਸੇਗਾ ਮੈਨੂੰ? ਆ ਸੁਣ ਲੋ ਹੁਣ ਧੰਨੇ ਦਾ। ਪਰ त्रिलोचना ਜੇ ਪੱਥਰ ਨਹੀਂ ਸੁਣਤਾ ਫਰਿਆਦ किसी की, नड़ जा इथे ते मेहनत नहीं जाती बर्बाद किसी की। मेरे मेहनत नूं मेरा वाहिगुरू फल लाऊगा। फिर बस शरदा उस पत्थर दे विचों, इत्थे मेरे वर्गे ज्ञाना सू तां कही जने भगवान निकलिया पत्थर चों। कहंदे धन्ने ने पत्थर चों पा लिया। हाँ पत्थर दे विच भगवान दा बैडरूम तां अज आखो सतनाम, उत्थे ओहदा किचन तां रोटी खांदा होना। ਉਹ ਵਿੱਚੋਂ ਤਾਂ ਨਿਕਲੇ ਜੇ ਬਾਹਰ ਨਾ ਹੋਵੇ। ਉਹ ਹੈ ਕਿੱਥੇ ਨਹੀਂ। ਇਹਦੀ ਟੈਕਨੀਕਲ ਪੁਆਇੰਟ ਹੈ ਇੱਕੋ, ਪੱਥਰ ਵਿੱਚੋਂ ਭਗਵਾਨ ਨਹੀਂ ਨਿਕਲਿਆ। ਜਦ ਉਹਨੇ ਮਿਲਣਾ ਤੈਨੂੰ ਪੱਥਰ ਵੀ ਭਗਵਾਨ ਨੇ ਦਿਖਣੇ, ਤੈਨੂੰ ਉਹਦੇ ਬਿਨਾਂ ਇੱਥੇ ਦਿਖਣਾ ਹੀ ਕੁਛ ਨਹੀਂ। ਜੋ ਦਿਸੇ ਸੋ ਤੇਰਾ ਹੀ ਰੂਪ ਹੋ ਜਾਣਾ। ਵਿੱਚੋਂ ਕਿੱਥੇ ਨਿਕਲਣਾ ਸੀ ਉਹਨੇ। ਤੇ ਭਗਵਾਨ ਕਹਿੰਦੇ ਉਹ ਧੰਨਿਆ ਰੋਟੀ ਤਾਂ ਹੁਣ ਸੱਜਰੀ ਲਿਆ ਦੇ ਤਾਂ ਸੁੱਕੀ ਪਈ ਹੈ। ਬੇਰੜਾ ਆਪਾਂ ਵੀ ਖਾਂਦੇ ਹੁੰਦੇ ਤੇ ਪੰਜਾਬ ਵਿੱਚ, ਘੰਟੇ ਬਾਅਦ ਲੱਕੜੀ ਵਰਗਾ ਹੋ ਜਾਂਦਾ। ਇਹ ਸੁੱਕ ਗਈ। ਧੰਨਾ ਬਸ ਜੱਟ ਦੇ ਦਿਮਾਗ ਦਾ ਤੁਹਾਨੂੰ ਪਤਾ ਆਪਣੀ ਕੌਮ ਦਾ ਕਿੰਨਾ ਹੈ। ਜੇ ਤਾਂ ਬੰਦ ਰਵੇ ਤਾਂ ਆਪਣੀ ਟਰੈਕਟਰ ਦੀ ਰੱਖੀ ਚਾਬੀ ਹੋਣੀ ਲੱਭਦੀ, ਨਿਆਣਿਆਂ ਨੂੰ ਕੁੱਟੀ ਜਾਂਦਾ ਤੁਸੀਂ ਖੋਤੀ। ਪੁਰਾਣੇ ਬੁੜਿਆਂ ਨੂੰ ਪ੍ਰੈਣੀਓ ਨਹੀਂ ਸੀ ਲੱਭਦੀ ਹੁੰਦੀ, ਚਾਹੇ ਕੀਲੇ ਨਾਲ ਲਟਕਦੀ ਹੋਵੇ। ਜੇ ਬੰਦ ਹੋ ਜਾਵੇ ਦਿਮਾਗ, ਜੇ ਕਿਤੇ ਜੱਟ ਦਾ ਦਿਮਾਗ ਖੁੱਲ ਜਾਵੇ ਨਾ
समझ लो भाखड़ा टुट गया। अजे आखो सतनाम इन्ना बंद पिया पर यह खुलता ही रब नाल कदे कदे है। देख लो गुरु सिख प्यारे, इत्थे जट दा ही दिमाग सी जिहड़ा फसा गया आपां नूं बलदेव तो। जे जट ना हुंदा आपां निकल गए ते उदों ही। थोड़ा जार्ज जदों आजादी मिली है वह मिन्नतां करे ले लो हुण जो कुछ लेना है। इत्थे थोड़े इंग्लैंड की गल है, बात नहीं इत्थे ही आई सी पंडित जी ते बलदेव सो। एक डिफेंस मिनिस्ट्री पिछे दिमाग कुजे च बंद करता उहदा, कहना असीं नहीं ना तोजो दे होना, ले लो हुण मूंगी भाईयां ते। हुण जिहड़ा हाल सिखां नाल बनाया वे मेरे कहण दी की गल है, वो बंद हो गया दिमाग। नहीं उदों ही बनदा सी सिखां दा राज, अंग्रेज देण नूं तैयार सी, जिवें पाकिस्तानियों ने लिया हुण ले लो तुसीं। ते हुण मैं तुहानूं एक याद कराउणा, शायद तुहाडे दिमाग च गल ना होवे। हुण खालिस्तान दे तां मार दिओ तुसीं नारे, मैं भी चाहुंदा, किहड़ा सिख नहीं चाहुंदा मेरा राज होवे। ये डांग चक्कण वाले कोई ज्यादा ठेकेदार नहीं। जब तक सारी पब्लिक नूं नाल नहीं लेणगे कोई जदोजहद पूरा नहीं हो सकता, जब तक ਉਹਦੇ ਵਿੱਚ पब्लिक इन्वॉल्व ना होवे। ਕਿਹੜਾ जदोजहद पूरा होया अज तक? 4 बंदे किते कर सकते हैं जदोजहद पूरा? एक घर का काम नहीं पूरा होंदा जे घर दे इन्वॉल्व ना होण विच। ये तो बहुत बड़ा कौम का काम सी, ये फेल है तां ही होया, असीं पब्लिक नूं नाल नहीं लिया। मेरे वर्गिਆਂ ਨੂੰ ਤਾਂ पंजाब विच पता ही नहीं सी भी है की खालिस्तान, पता ही नहीं लगे। ये साजिश सी गवर्नमेंट दी। गुरसिख प्यारिओ सारी संगत नूं नाल लेना चाहिदा सी, उदों सी समा। हुण तुसीं खालिस्तान दी गल करदे हो, थोड़ा दिमाग घुमूगा मेरी बेनती सुन के कि तुसीं सिख राज खालिस्तान चाहुंदे हो। तुहानूं तां हिंदुस्तान विच सिख कौम ही नहीं मन्निया गया। कदे सोची है गल? हिंदुस्तान दी सरकार दे विच तुसीं कौम नहीं है, बिल्कुल नहीं। जिवें मर्जी फिरी जाओ, जिवें पंजाब विच आए यूपी दे भईए फिरदे इदां फिरदे हिंदुस्तान च आपां रजिस्टर्ड कौम नहीं है। सिख कौम नेशन नहीं मन्नी इंडिया गवर्नमेंट ने। असीं उदां ही रहने भाई जिवें रहिंदे हुंदे आ, नाल आके साडे नौकर दिहाड़ीए, वो काम है साडे नाल। सब तो वड्डी गल जे तुसीं कराउणी है अपनी पहला कौम रजिस्टर्ड कराओ कि सिख कौम वखरी है, फिर घर बनूंगा। इधर तो ख्याल ही नहीं दिता आपां ने। जदों सरकार तुहानूं कौम ही नहीं मानदी ते तुहानूं घर कित्थे दे दूगी? आखो सतनाम, जिहड़ी गल करन वाली वो तो करदे नहीं आपां। ऐसी अवस्था वो धन्ना गुरसिख प्यारिओ कहंदा लिया दे, कहंदा नहीं यही खा। भगवान कहंदे काते? कहंदा जे सजरी खानी थी परसों ही आ जांदा, मेरा तो कसूर नहीं, मैं तो मखड़ी ना चोपड़ के लिया था। कहना चल ये तो खा लेने। वो 3 दिन की छन्ने विच पई लस्सी पता क्या बन जाता था? थोड़े याद होने मेरे हाण दे हुण दे मुंडिਆਂ ਨੂੰ तो पता ही नहीं। गां दी थोड़ी लात तो मेरे ख्याल पुछे करूगी डैडी नूं भी डैडी लस्सी क्या होंदी है। अज कहे खुश है ना, थोड़े मुंडे जाके न्याणे पुछे करनगे पंजाब च डैडी खूह क्या हुंदा है, खूह दा नहीं पता लगना इन्हां नूं। वो 3 दिन लस्सी पई रवे जामन बन जाता सी, ਉਹਦਾ ਨਾਂ जामन, जहर वर्गी। भगवान कहंदे चल रोटी तो मैं ही खा लूं, मैनूं लस्सी तो ताजी लिया दे। कहना लस्सी तो ताजी तां बनदी दे, मैं गायां कोल गया हुंदा तो 3 दिन दी भुखियां बैठियां पी। हुण यही शरधा ते गल चली सी। वो शरधा गुरसिख प्यारे साडे विचों निकल गई। शरधा सबकी मूल महानी। श्री गुरु रामदास महाराज ने अपना पुत देता जोड़े नूं। शरधा इन्नी कि यह बचन असफल नहीं जाना, जे पुत दत्ता इहदा नाम भी रख दे। देखो शरधा। फिर गुरु रामदास ने आप नाम रखिया सी, कहंदे चंगा असी भगती दी अंश विचों तुहानूं अपना पुत दत्ता है, इहदा नाम तुसीं भाई भगतू रखियो। याद है ना भाई भगतू दी ढाब? सिद्धू जेड़े हैंगे कैथल वाला राजा फिर उदय सिंह उन्हां विचों ही होया गुरसिख प्यारिओ। ये भाई भगतू दी औलाद है सारी, कहंदे भगतू रखियो। उन्हां दे घर बच्चा पैदा होया ते जेड़ा फिर 7वें पातशाह तक रहा, 6वें पातशाह नाल जंगां विच रहा भाई भगतू, 7वें पातशाह नाल भाई भगतू कीरतपुर साहब खेती कराउंदे रहे ने हरराए साहब जी तक। उन्हां दी औलाद हुण बसदी है। महाराज दे चौथे पातशाह दे वर अपना पुत देता सेवक नूं गुरसिख प्यारे, जिन्हां दा अज जन्म दिन है, अवतार दिन है। बिरध अवस्था विच पुत्र पैदा होया। उस इलाके च तुहानूं पता है 10-10 20 कोते पिंड हुंदे ते अगे बठिंडा मुकतसर ते बैठे होने भी तुसीं। उन्हां दे मील भी बहुत वड्डे हैं, भी मैं तो उत्थे जांदा रहना ना। घर भी बहुत बड़े बड़े हैं, डंगर मैसां ऊंट भी बहुत बड़े बड़े। मील पता है उन्होंने किन्ने बड़े हैं? किते किते पुछीदा जाके फलाना पिंड किन्नी दूर है, आज ही 2 मील है।
ਗੱਡੀ ਦੱਸ ਦਿੰਦੀ ਹੈ 20 ਮੀਲ ਅਜਖੇ ਆਖੋ ਸਤ ਨਾ ਉਹ ਸਿਫਰਾਂ ਹੀ ਚੱਕਦੇ ਨੇ ਨਾਲ ਤੇ ਐਡੇ ਲੰਬੇ ਮੀਲ ਆ ਉਹਨਾਂ ਦੇ ਕੱਦ ਕਾਠ ਬੜੇ ਸੋਹਣੇ ਮਹਾਰਾਜ ਦੀ ਕਿਰਪਾ ਸਿਹਤਾਂ ਬਖਸ਼ੀਆਂ। ਉਹ ਦੂਰ ਘਰ ਸੀ ਤੇ ਜ਼ਮੀਨ ਦੂਰ, ਮਾਤਾ ਪਿਤਾ ਨੇ ਜਾਣਾ ਖੇਤਾਂ ਵਿੱਚ ਕੰਮ ਕਰਨ ਤੇ ਮਾਂ ਘੜਾ ਚੱਕ ਕੇ, ਤੁਹਾਨੂੰ ਪਤਾ ਉੱਥੇ ਪਾਣੀ ਪੀਣ ਵਾਲਾ ਨਹੀਂ ਹੈ, ਪਾਣੀ ਹੁਣ ਵੀ ਟਰਾਲੀਆਂ 'ਚ ਨਾਲ ਲਿਜਾਣਾ ਪੈਂਦਾ, ਘੜਾ ਚੱਕ ਕੇ ਲਿਜਾਂਦੀ ਹੁੰਦੀ ਸੀ। ਭਾਈ ਭਗਤੂ ਜੀ ਕਹਿੰਦੇ ਮਾਤਾ ਜੀ ਘੜਾ ਕਾਤੇ ਚੱਕੇ? ਮਾਂ ਕਹਿੰਦੀ ਸਭਰਾਈ ਪੁੱਤ ਉੱਥੇ ਪਾਣੀ ਨਹੀਂ ਮਿਲਦਾ। ਮਾਤਾ ਜੀ ਨੂੰ ਕਹਿੰਦੇ ਐ ਕਰੀ ਅੱਜ ਤੋਂ ਘੜਾ ਨਹੀਂ ਲਿਜਾਣਾ, ਗੁਰੂ ਰਾਮਦਾਸ ਦੀ ਬਖਸ਼ਿਸ਼। ਕਹਿੰਦੀ ਫਿਰ ਮਰ ਜੂ ਤੇ ਆਈ। ਕਹਿੰਦੀ ਤੇ ਆਈ ਕਿਉਂ ਮਰੇਂਗੀ? ਜਿਸ ਖੇਤ ਵਿੱਚ ਕੰਮ ਕਰਦੀ ਹੋਵੇਂ ਜਦ ਪਾਣੀ ਦੀ ਧਿਆਨ ਲੱਗੇ ਖੁਰਪੇ ਨਾਲ ਥੋੜੀ ਜੀ ਮਿੱਟੀ ਪਾਸੇ ਕਰੀ ਤੇ ਪਾਣੀ ਪੀ ਲੈ ਕਰ, ਪਰ ਮਾਂ ਯਾਦ ਰੱਖੀ ਢੱਕ ਦਿਆ ਕਰ। ਜਦੇ ਇਹ ਕੰਮ ਚੱਲਦਾ ਰਿਹਾ ਉਹ ਬੁੜੀ ਵਿਚਾਰੀ ਇੱਕ ਦਿਨ ਭੁੱਲ ਗਈ ਮਿੱਟੀ ਪਾਉਣੀ। ਗੁਰੂ ਦੀ ਅੰਸ਼ ਗੁਰੂ ਰਾਮਦਾਸ ਦੀ ਬਖਸ਼ਿਸ਼ ਗੁਰਮੁਖ ਪਿਆਰਿਓ ਦੂਜੇ ਦਿਨ ਪਿੰਡ ਉੱਠਿਆ 4-5 ਕਿੱਲਿਆਂ ਵਿੱਚ ਪਾਣੀ ਭਰਿਆ ਹੋਇਆ। ਯਾਦ ਕਰ ਲਿਓ ਉਸੇ ਥਾਂ ਨੂੰ ਅੱਜ ਭਾਈ ਭਗਤੂ ਦੀ ਢਾਬ ਕਹਿੰਦੇ ਅੱਜ ਆਖੋ ਸਤਨਾਮ ਪੱਟ ਕੇ ਨਹੀਂ ਬਣਾਈ ਕਿਸੇ ਨੇ, ਇਹ ਕੁਦਰਤੀ ਗੁਰੂ ਰਾਮਦਾਸ ਦੇ ਵਰਤੋਂ ਭਾਈ ਭਗਤੂ ਜੀ ਤੋਂ ਆਪਣਾ ਪੁੱਤ ਵੀ ਦੇਤਾ। ਫਿਰ ਚੌਥੇ ਪਾਤਸ਼ਾਹ ਨੇ ਸਭ ਤੋਂ ਛੋਟੇ ਸੁਪੁੱਤਰ ਨੂੰ ਗੱਦੀ ਦਿੱਤੀ। ਗੁਰਮੁਖ ਪਿਆਰਿਓ ਗੁਰੂ ਅਰਜਨ ਪਾਤਸ਼ਾਹ ਨੂੰ ਲੈਕ ਸਮਝ ਕੇ ਸਤਿਗੁਰ ਪਾਤਸ਼ਾਹ ਜੀ ਗੱਦੀ ਦੇਣ ਤੋਂ 3 ਦਿਨ ਬਾਅਦ 1581 ਨੂੰ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਜੋਤੀ ਜੋਤ ਸਮਾਏ। ਉਹ ਜੋਤੀ ਜੋਤ ਸਮਾਉਣ ਦੀਆਂ ਲਾਈਨਾਂ ਸੁਣੋ, ਸਮਾਪਤੀ ਆ ਅੱਜ ਸਵਈਆਂ ਦੀ। ਉਹ ਤੋਂ ਬਾਅਦ ਇੱਕ ਬੇਨਤੀ ਕਰਾਂਗੇ ਜ਼ਰੂਰੀ, ਉਹ ਜੋਤੀ ਜੋਤ ਸਮਾਉਣ ਜਦੋਂ ਜੋਤੀ ਜੋਤ ਸਮਾ ਗਏ ਚੌਥੇ ਪਾਤਸ਼ਾਹ, ਇਹ ਜਿਹੜੀ 3 ਮਹੀਨੇ ਤੋਂ ਤੁਹਾਡੇ ਚਰਨਾਂ ਵਿੱਚ ਕਥਾ ਚੱਲ ਰਹੀ ਹੈ ਨਾ, ਉਹ ਚੌਥੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੇ ਸਮਾਪਤ ਹੁੰਦੀ ਹੈ। ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਚੌਥੇ ਪਾਤਸ਼ਾਹ ਦਾ, ਇੰਦਰ ਗਿਆ ਅਕਾਲ ਪੁਰਖ ਦੇ ਚਰਨਾਂ ਵਿੱਚ, ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਰਾਖਸ਼ ਉਜਾੜੀ ਜਾਂਦੇ ਟਿਕਣ ਨਹੀਂ ਦਿੰਦੇ, ਇੰਦਰਪੁਰੀ ਨੂੰ ਮੈਨੂੰ ਉਜਾੜ ਦਿੰਦੇ, ਇਹਨਾਂ ਤੋਂ ਖਹਿੜਾ ਛਡਾਓ। ਅਕਾਲ ਪੁਰਖ ਨੇ ਆਖਿਆ ਹੁਣ ਸਾਡੇ ਕੋਲ ਆਉਣਾ ਚੌਥੇ ਪਾਤਸ਼ਾਹ ਜੀ ਨੇ ਸੱਚਖੰਡ, ਉਹ ਭੇਜੇ ਹੋਏ ਆ ਦੁਨੀਆ ਨੂੰ ਤਾਰਨ, ਅਸੀਂ ਉਹਨਾਂ ਨੂੰ ਵਚਨ ਕਰਾਂਗੇ ਉਹ ਆਉਂਦੇ ਹੋਏ ਸੱਚਖੰਡ ਨੂੰ ਤੇਰੀ ਇੰਦਰਪੁਰੀ ਵਿੱਚ ਹੋ ਕੇ ਆਉਣਗੇ। ਉਹ ਹੁਣ ਸਾਰਿਆਂ ਤੋਂ ਆਖਰੀ ਸਵਈ ਹੈ। ਅਕਾਲ ਪੁਰਖ ਨੇ ਵਚਨ ਕੀਤਾ ਗੁਰੂ ਰਾਮਦਾਸ ਜੀ ਨੂੰ ਕਿ ਜਦ ਸੱਚਖੰਡ ਨੂੰ ਆਓਗੇ ਇੰਦਰਪੁਰੀ ਵਿੱਚ ਹੋ ਕੇ ਆਇਓ। ਉਹ ਹੁਣ ਪੱਟ ਕਰਦੇ ਨੇ ਦੇਵਪੁਰੀ ਮੈਂ ਗਇਓ। ਇਹ ਪਿਛਲਾ ਸਵਈਆ ਭਾਈ ਸੰਗਤਾਂ ਲਗਾਤਾਰ ਸੁਣਦੀਆਂ ਰਹੀਆਂ ਨੇ। ਦੇਵਪੁਰੀ ਹੈ ਇੰਦਰਪੁਰੀ ਬੈਕੁੰਠ। ਚੌਥੇ ਪਾਤਸ਼ਾਹ ਨੇ ਜਦੋਂ ਸਰੀਰ ਤਿਆਰ ਤਾਂ ਆਹ ਸਰੀਰ ਤਾਂ ਇੱਥੇ ਰਹਿ ਜਾਂਦਾ, ਅੱਗੇ ਇੱਕ ਸਰੀਰ ਜਾਂਦਾ, ਉਹ ਕਿਹੜਾ ਹੈ? ਇਹ 5 ਤੱਤਾਂ ਦਾ ਸਰੀਰ ਹੈ ਜਿਹੜਾ ਆਪਣਾ ਉੱਪਰਲਾ ਬਣਿਆ। ਮਹਾਰਾਜ ਗਏ ਸੱਚਖੰਡ ਨੂੰ, ਫਿਰ ਅਕਾਲ ਪੁਰਖ ਦਾ ਹੁਕਮ ਮੰਨਿਆ। ਸੁਣਿਓ ਸ਼ਬਦ ਦੇਵਪੁਰੀ ਮੈਂ ਗਇਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜਾਂਦੇ ਹੋਏ ਫਿਰ ਇੰਦਰਪੁਰੀ ਵਿੱਚ ਗਏ। ਹਰ ਭਾਇਓ ਹੁਕਮ ਮੰਨ ਕੇ ਵਾਹਿਗੁਰੂ ਨੂੰ ਭਾਇਆ ਏਦਾਂ ਕਿ ਉੱਥੇ ਹੋ ਕੇ ਆਇਓ। ਉਹਨਾਂ ਦਾ ਭਾਣਾ ਮੰਨਿਆ, ਉਹਨਾਂ ਦਾ ਹੁਕਮ ਮੰਨਿਆ। ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤੈ ਬੈਠਾਇਓ। ਹਰ ਦੇ 200 ਅਰਥ ਹੈ ਭਾਈ ਬਾਣੀ ਵਿੱਚ, ਇੱਥੇ ਹਰ ਦਾ ਅਰਥ ਹੈ ਇੰਦਰ। ਜਦੋਂ ਚੌਥੇ ਪਾਤਸ਼ਾਹ ਗਏ ਨਾ ਇੰਦਰਪੁਰੀ ਵਿੱਚ, ਫਿਰ ਇੰਦਰ ਨੇ ਆਪਣਾ ਆਸਣ ਛੱਡ ਦਿੱਤਾ, ਸਿੰਘਾਸਣ। ਆਪ ਭੁੰਜੇ ਬੈਠ ਗਿਆ, ਚੌਥੇ ਪਾਤਸ਼ਾਹ ਨੂੰ ਆਪਣੇ ਸਿੰਘਾਸਣ ਤੇ ਬਿਠਾ ਲਿਆ। ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤੈ ਬਿਠਾਇਓ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪਣੀ ਗੱਦੀ ਤੇ ਬਿਠਾ ਲਿਆ ਇੰਦਰ ਨੇ। ਤੇ ਜਦੋਂ ਬੈਠ ਗਏ ਸਾਰੇ 33 ਕਰੋੜ ਦੇ ਦੇਵਤੇ ਵਿੱਚ ਮਹਾਰਾਜ ਸਿੰਘਾਸਣ ਦੇ ਉੱਤੇ, ਫਿਰ ਰਹੱਸ ਕੀਓ ਸੁਰਦੇਵ। ਸੁਰਦੇਵ ਸੁਰਾਂ ਦੇਵਤਿਆਂ ਦਾ ਦੇਵ ਰਾਜਾ ਇੰਦਰ ਤੇ 33 ਕਰੋੜ ਦੇਵਤਿਆਂ ਨੇ। ਰਹੱਸ ਦਾ ਅਰਥ ਹੈ ਬਾਣੀ ਵਿੱਚ ਖੁਸ਼ੀ, ਆਨੰਦ। ਰਹਿਸ ਪਾਠ ਨਹੀਂ ਕਰਨਾ, ਰਹੱਸ ਖੁਸ਼ੀ। ਸਾਰੀ ਇੰਦਰਪੁਰੀ ਨੇ ਖੁਸ਼ੀ ਮਨਾਈ। ਤੋਏ ਜਸ ਜੈ ਜੈ ਜੰਪ, ਜੈ ਜੈਕਾਰ ਹੋਣ ਲੱਗੀ ਇੰਦਰਪੁਰੀ ਵਿੱਚ ਕਿ ਸਤਿਗੁਰ ਸਾਡੇ ਘਰ ਆ ਗਏ। ਜੈ ਜੈਕਾਰ ਹੋਣ ਲੱਗੀ ਚੌਥੇ ਪਾਤਸ਼ਾਹ ਦੀ। ਤੇ ਉਦੋਂ ਜਦੋਂ ਚੌਥੇ ਪਾਤਸ਼ਾਹ ਗਏ ਇੰਦਰਪੁਰੀ ਵਿੱਚ, ਫਿਰ ਅਸੁਰ ਗਏ ਤੇ ਭਾਗ। ਬਸ ਚੌਥੇ ਪਾਤਸ਼ਾਹ ਨੂੰ ਦੇਖਦੇ ਸਾਰੇ ਅਸੁਰ ਕਹੀਏ ਜਿਹੜੇ ਰਾਖਸ਼, ਰਹਿਸ ਪਾਠ ਨਹੀਂ ਕਰਨਾ, ਰਹੱਸ ਖੁਸ਼ੀ। ਸਾਰੀ ਇੰਦਰਪੁਰੀ ਨੇ ਖੁਸ਼ੀ ਮਨਾਈ। ਤੋਏ ਜਸ ਜੈ ਜੈ ਜੰਪ, ਜੈ ਜੈਕਾਰ ਹੋਣ ਲੱਗੀ ਇੰਦਰਪੁਰੀ ਵਿੱਚ ਕਿ ਸਤਿਗੁਰ ਸਾਡੇ ਘਰ ਆ ਗਏ। ਜੈ ਜੈਕਾਰ ਹੋਣ ਲੱਗੀ ਚੌਥੇ ਪਾਤਸ਼ਾਹ ਦੀ। ਤੇ ਉਦੋਂ ਜਦੋਂ ਚੌਥੇ ਪਾਤਸ਼ਾਹ ਗਏ ਇੰਦਰਪੁਰੀ ਵਿੱਚ, ਫਿਰ ਅਸੁਰ ਗਏ ਤੇ ਭਾਗ। ਬਸ ਚੌਥੇ ਪਾਤਸ਼ਾਹ ਨੂੰ ਦੇਖਦੇ ਸਾਰੇ ਅਸੁਰ ਕਹੀਏ ਜਿਹੜੇ ਰਾਖਸ਼, ਜਿਹੜੇ ਤੰਗ ਕਰਦੇ ਸੀ ਇੰਦਰ ਨੂੰ, ਉਹ ਦੇਖਦੇ ਸਾਰੇ ਨੱਠ ਗਏ। ਤਾਂ ਸਿੱਧੀ ਉਹ ਗੱਲ ਹੈ,
ਇਹ ਆ ਥਾਣੇਦਾਰ ਦੇਖਿਆ ਨਹੀਂ, ਆ ਚੋਰ ਨੱਠਿਆ ਨਹੀਂ, ਅੱਜ ਕਹੇ ਆਖੋ ਸਤਨਾਮ। ਇਹ ਕਿਹੜੀ ਗੱਲ ਹੈ? ਤੁਹਾਡੀ ਗੱਲ ਦੱਸਾਂ, ਇਹ ਆ ਪੁਲਿਸ ਦੀ ਗੱਡੀ ਦੇਖੀ ਨਹੀਂ, ਆ ਸਪੀਡ ਹੌਲੀ ਹੋਈ ਨਹੀਂ, ਅੱਜ ਕਹੇ ਆਖੋ ਸਤਨਾਮ। ਦੇਖ ਲਓ, ਇਹ ਸਿੱਧੀ ਗੱਲ ਹੈ ਤੁਹਾਡੇ ਨਾਲ। ਉਹ ਤਾਂ 80 ਦੀ ਜਗ੍ਹਾ 120 ਤੇ ਫਿਰ 60 ਤੇ ਚੱਲ ਕੇ ਦਿਖਾਓਗੇ ਵੀ ਮੈਂ ਤਾਂ ਬੜਾ ਹੌਲੀ ਚੱਲਦਾ ਹੈ। ਫਿਰ ਲਾਈਨਾਂ ਲੱਗ ਜਾਂਦੀਆਂ। ਇਸ ਤਰ੍ਹਾਂ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ, ਨੱਠ ਕੇ ਸਾਰੇ ਰਾਖ ਛੱਡ ਕੇ ਇੰਦਰਪੁਰੀ ਨੂੰ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ। ਚੋਰ ਕਿਉਂ ਪੁਲਿਸ ਨੂੰ ਦੇਖ ਕੇ ਨੱਠਦੇ? ਨਾਲੇ ਕਹਿੰਦੀ ਨਹੀਂ ਪੁਲਿਸ ਕੋਈ ਉਹ ਕਿਤੇ ਹੁੰਦਾ, ਉਹਦੇ ਆਪਣੇ ਪਾਪ ਕੰਬਦੇ। ਉਹਨੂੰ ਪਤਾ ਹੈ ਮੈਂ ਪਾਪ ਕੀਤੇ ਹੋਏ। ਪਾਪ ਤਿਨ ਭੀਤਰ ਕੰਪੇ, ਉਹ ਰਾਖਸ਼ਾਂ ਦੇ ਪਾਪ ਕੰਬਣ ਲੱਗੇ ਅੰਦਰ ਕਿ ਹੁਣ ਸਾਡਾ ਵਸੇਬਾ ਨਹੀਂ ਇੱਥੇ। ਕਾਟੇ ਸੋ ਪਾਪ ਤਿਨ ਨਰੋਂ ਕੇ, ਆਜੋ ਹੁਣ ਆਪਣੇ ਵਿੱਚ। ਇੰਦਰਪੁਰੀ ਨੂੰ ਨਹੀਂ ਸੁਖ ਦਿੱਤਾ ਗੁਰੂ ਰਾਮਦਾਸ ਜਿਨ੍ਹਾਂ ਦਾ ਅੱਜ ਅਵਤਾਰ ਹੈ। ਇਸ ਸੰਸਾਰ ਵਿੱਚ ਜਿੰਨਾ ਚਿਰ ਰਹੇ ਮਹਾਰਾਜ, ਸਨ 34 ਤੋਂ ਲੈ ਕੇ 81 ਤੱਕ, ਦੇਖ ਲਓ ਕੋਈ 47 ਸਾਲ ਦੀ ਉਮਰ ਗੁਰੂ ਰਾਮਦਾਸ ਮਹਾਰਾਜ ਜੀ ਦੀ। ਉਸ 47 ਸਾਲ ਦੇ ਵਿੱਚ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ। ਜਿਨ੍ਹਾਂ ਨੇ ਦਰਸ਼ਨ ਕਰ ਲਏ, ਗੁਰੂ ਰਾਮਦਾਸ ਦੇ ਬਚਨ ਸੁਣ ਲਏ, ਗੁਰੂ ਰਾਮਦਾਸ ਜੀ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਦੇ ਦਰਸ਼ਨ ਕਰ ਲਏ, ਉਹਨਾਂ ਦੇ ਜਨਮਾਂ ਦੇ ਪਾਪ ਕੱਟ ਦਿੱਤੇ। ਫਿਰ ਆਖਰੀ ਤੁਕ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਣ ਪ੍ਰਿਥਵੀ ਗੁਰੂ ਅਰਜਨ ਕਉ ਦੇ ਆਇਓ। ਇੱਥੇ ਸਮਾਪਤ ਹੋਣੇ। ਚੌਥੇ ਪਾਤਸ਼ਾਹ ਫਿਰ ਆਪਣਾ ਛਤਰ ਸਿੰਘਾਸਣ ਪ੍ਰਿਥਵੀ, ਕਿ ਤੁਹਾਡੇ ਨਾਲ ਬਚਨ ਹੋਇਆ ਵਾ ਉਦਣ ਦਾ ਕਿ ਚੌਰ ਛਤਰ ਰਹਿ ਗਈ ਸੀ ਗੱਲ ਉਹ ਵਿੱਚ। ਇਹ ਜਿਹੜਾ ਚੌਰ ਛੱਤ ਹੈ ਇੱਥੇ, ਇਹ ਅਰਦਾਸ ਵਿੱਚ ਵੀ ਕਿਹਾ ਜਾਂਦਾ ਹੈ। ਚਮਰ ਤਖਤ ਦੇ ਮਾਲਕ ਕਿਹਾ ਜਾਂਦਾ ਨਾ ਨਿਤ। ਇਹ ਕਦੇ ਸੋਚਿਆ ਕਿਉਂ ਕਿਹਾ ਜਾਂਦਾ? ਇਹ ਚਮਰ ਤਖਤ ਆਪ ਪਰਮੇਸ਼ਰ ਦਿਓ। ਤੁਸੀਂ ਸੁਣਿਆ ਸੀ, ਇਹ ਕਿਸੇ ਦੀ ਦਿੱਤੀ ਗੱਦੀ ਨਹੀਂ ਹੈ। ਇਹ ਵੋਟਾਂ ਨਾਲ ਨਹੀਂ, ਪੈਸੇ ਨਾਲ ਨਹੀਂ ਬਣੀ ਗੱਦੀ। ਇਹ ਪਰਮੇਸ਼ਰ ਨੇ ਆਪ ਗੱਦੀ ਦਿੱਤੀ ਗੁਰੂ ਨਾਨਕ ਨੂੰ। ਆਪਣਾ ਰੂਪ ਧਾਰਨ ਕਰਕੇ ਆਏ ਪਰਮੇਸ਼ਰ। ਜਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ ਨਾ ਤਲਵੰਡੀ ਵਿੱਚ, ਪ੍ਰੇਮੀਓ ਪਿਆਰ ਨਾਲ ਸੁਣਿਓ, ਛਤਰ ਚੌਰ ਤੇ ਛਤਰ ਇਹ ਚੁੱਲ ਰਹੇ ਨਾ। ਉੱਪਰ ਛਤਰ ਹੈ ਮਹਾਰਾਜ ਦੇ ਤੇ ਸੇਵਕ ਚੌਰ ਕਰ ਰਹੇ ਹੈ। ਹਰ ਇੱਕ ਜਗ੍ਹਾ ਛਤਰ ਹੋਵੇਗਾ ਜਿੱਥੇ ਮਹਾਰਾਜ ਪ੍ਰਕਾਸ਼ ਆਉਣਗੇ, ਉੱਥੇ ਹੀ ਚੌਰ ਹੋਊਗਾ। ਭਾਈ ਬਾਲਾ ਜੀ 24 ਘੰਟੇ ਚੌਰ ਕਰਦੇ ਸੀ। ਤੇ ਗੁਰਸਿੱਖ ਪਿਆਰਿਓ, ਕਿੱਥੋਂ ਮਿਲੀ ਇਹ ਦਾਤ? ਜਦੋਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਅਜੇ ਸਤਿਗੁਰ 8 ਘੰਟੇ ਦੇ ਸੀ। ਬਹੁਤ ਧਿਆਨ ਨਾਲ ਸੁਣਿਓ, ਨਾਨਕ ਪ੍ਰਕਾਸ਼ 8 ਘੰਟੇ ਦੇ। ਪੂਰਨਮਾਸ਼ੀ ਨੂੰ ਦੂਜਾ ਦਿਨ ਚੜ ਗਿਆ ਤੇ ਇਹਨਾਂ ਦੇ ਪਿਤਾ ਕਾਲੂ ਜੀ, ਮੈਂ ਤਾਂ ਕਹਿੰਦੇ ਭਾਈ ਫਾਰਸੀ ਵਿੱਚ ਪਟਵਾਰੀ ਨੂੰ, ਕਿਤੇ ਹੋਰ ਨਾ ਸਮਝਿਓ। ਮੈਂ ਤਾਂ ਕਾਲੂ ਕਹੀਏ, ਮੈਂ ਤਾਂ ਨਾਮ ਹੈ ਪਟਵਾਰੀ, ਜਿਹਨੂੰ ਆ ਪਟਵਾਰੀ ਕਹਿੰਦੇ ਹੈ ਫਾਰਸੀ ਵਿੱਚ, ਉਹਨੂੰ ਮੈਂ ਤਾਂ ਕਹਿੰਦੇ। ਇਹ ਪਟਵਾਰੀ ਹੁੰਦੇ ਸੀ 72 ਪਿੰਡਾਂ ਦੇ। ਮੈਂ ਤਾਂ ਜਿਹਦੇ ਘਰ ਖੁਸ਼ੀਆਂ ਹੋਣੀਆਂ ਸੀ, ਕਿਉਂਕਿ 5 ਸਾਲ ਬਾਅਦ ਦੂਜਾ ਬੱਚਾ ਪੈਦਾ ਹੋਇਆ ਸੀ। ਬੇਬੇ ਨਾਨਕੀ ਜੀ 5 ਸਾਲ ਵੱਡੇ ਸੀ ਗੁਰੂ ਨਾਨਕ ਦੇਵ ਤੋਂ। ਪਹਿਲੀ ਪੁੱਤਰੀ ਹੋਈ, ਫਿਰ ਦੂਜਾ 5 ਸਾਲ ਬਾਅਦ ਬੱਚਾ ਹੋਇਆ। ਆ ਦੇਖ ਲਓ ਬੱਚੇ ਦੀ ਉਹ ਖੁਸ਼ੀ ਹੈ। ਹੇਰ ਪਰਿਵਾਰ ਚੱਲ ਰਹੀਆਂ, ਜਲੇਬੀਆਂ ਬਰਫੀਆਂ ਵਿੱਚੇ ਚੱਲੇ ਖੁਸ਼ੀ। ਏਦਾਂ ਹੀ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਕਿੰਨੀ ਕੁ ਹੋਣੀ। ਪਹਿਲਾ ਬੱਚਾ ਇੱਕੋ ਇੱਕ। ਸਾਧ ਸੰਗਤ ਗਿਆ, ਪਿਤਾ ਕਾਲੂ ਜੀ ਕਹਿੰਦੇ ਆਪਣੇ ਸੇਵਕ ਨੂੰ, ਜਾ ਪੰਡਤ ਹਰਦਿਆਲ ਨੂੰ ਬੁਲਾ ਕੇ ਲਿਆ। ਇਹ ਚੌਰ ਛੱਤ ਮੇਰਾ ਉਦਣ ਦਾ ਬਚਨ ਰਹਿ ਗਿਆ ਸੀ ਤੁਹਾਡੇ ਨਾਲ, ਟੇਪ ਵੀ ਨਹੀਂ ਹੋਇਆ। ਕਿੱਥੋਂ ਮਿਲੇ ਚੌਰ ਛੱਤ? ਪੰਡਤ ਹਰਦਿਆਲ ਜੋਸ਼ੀ ਸੀ, ਮਹਾਨ ਵਿਦਵਾਨ, ਜਿਹੜਾ ਟੇਵੇ ਬਣਾਉਂਦਾ ਸੀ, ਜਨਮ ਪੱਤਰੀਆਂ। ਬਿਰਧ ਸੀ, 70 ਸਾਲ ਦੀ ਉਹਦੀ ਉਮਰ ਸੀ। ਸੇਵਕ ਗਿਆ ਤੇ ਪੰਡਤ ਹਰਦਿਆਲ ਜੀ ਨੂੰ ਜਾ ਕੇ ਬੁਲਾ ਕੇ ਲਿਆਇਆ। ਮਹਿਤਾ ਕਾਲੂ ਜੀ ਦੇ ਪੁੱਤਰ ਪੈਦਾ ਹੋਇਆ, ਉਹਦੀ ਜਨਮ ਪੱਤਰੀ ਬਣਾਉਣੀ ਹੈ। ਪੰਡਤ ਹਰਦਿਆਲ ਜੀ ਆਏ, ਕਿਉਂਕਿ ਪਟਵਾਰੀ ਦੇ ਘਰ ਸੋਹਣਾ ਗੱਫਾ ਮਿਲਣਾ ਸੀ। ਰੈਵਨਿਊ ਜਿਹੜਾ ਮਾਲ ਦਾ ਮਹਿਕਮਾ ਹੈ ਨਾ ਪ੍ਰੇਮੀਓ, ਇਹਦੇ ਵਿੱਚ ਪੋਸਟਾਂ ਹੀ 2 ਹੈ ਪੰਜਾਬ ਵਿੱਚ, ਇੰਡੀਆ 'ਚ। ਇਹ ਆ ਪਟਵਾਰੀ, ਇਹ ਆ DC। ਗੱਬੇ ਤੋਂ ਹੀ ਤੁਰੇ ਫਿਰਦੇ ਅੱਜ ਕੋ ਸਤਨਾਮ। ਪਟਵਾਰੀ ਇੱਕ ਸਭ ਤੋਂ 1 ਨੰਬਰ ਤੇ ਪੋਸਟ ਹੈ ਰੈਵਨਿਊ 'ਚ। DC ਦਾ, ਤਹਿਸੀਲਦਾਰ ਦਾ ਕਿਹਾ ਹਾਈ ਕੋਰਟ ਤੋੜ ਦੂ, ਪਰ ਜੋ ਕੁਛ ਪਟਵਾਰੀ ਲਿਖ ਦੇਵੇ ਉਹ ਨਾ ਕੋਈ ਕੋਰਟ। ਤਾਂ ਹੀ ਤੁਹਾਨੂੰ ਅੱਗੇ ਵੀ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਹੁੰਦਾ ਮਾਲ ਅਫਸਰ ਜ਼ਿਲ੍ਹੇ ਵਿੱਚ, ਰੈਵਨਿਊ ਅਫਸਰ, DRO ਡਿਸਟ੍ਰਿਕਟ ਰੈਵਨਿਊ ਅਫੀਸਰ, ਸਾਰੇ ਜ਼ਿਲ੍ਹੇ ਦੇ ਮਾਲ ਦਾ ਮਹਿਕਮੇ ਦਾ ਇੰਚਾਰਜ ਹੁੰਦਾ। ਤੇ ਪਟਵਾਰੀ ਤਾਂ ਦੇ ਲੋ ਬਹੁਤ ਨੇ, ਉਹ ਇੱਕੋ ਹੁੰਦਾ। ਕੁਦਰਤੀ ਪਟਵਾਰੀ ਯਾਰ ਮਾਲ ਅਫਸਰ ਦੀਆਂ ਕੋਠੀਆਂ ਇਕੱਠੀਆਂ ਤੀਆਂ, ਮਕਾਨ ਪਲਾਟ ਲੈ ਕੇ ਪਾ ਲਏ। ਹੁਣ ਨਿਆਣੇ ਤਾਂ ਇਕੱਠੇ ਹੀ ਖੇਲਦੇ ਆ ਅਮੀਰਾਂ ਗਰੀਬਾਂ ਦੇ। ਉਹ ਜਿਹੜੇ ਮਾਲ ਅਫਸਰ ਦੇ ਮੁੰਡੇ ਕੁੜੀਆਂ ਤੇ ਨਾ, ਉਹ ਪਟਵਾਰੀ ਦੇ ਘਰ ਚਲੇ ਜਾਏ ਕਰਨ ਖੇਲਦੇ ਖੇਲਦੇ। ਜਦ ਪਟਵਾਰੀ ਦੇ ਜਾਣਾ, ਕਦੇ ਛੱਲੀਆਂ ਦਾ ਟੋਕਰਾ ਪਿਆ ਹੈ, ਕਦੇ ਮੂੰਗਫਲੀ ਦੀ ਢੇਕ ਲੱਗੀ ਪਈ ਹੈ, ਕਦੇ ਗੰਨੇ ਚੂਪਣ ਨੂੰ ਮਿਲ ਗਏ, ਕਦੇ ਅੰਬਾਂ ਦਾ ਟੋਕਰਾ ਆਇਆ ਪਿਆ ਹੈ।
ਉਹ ਪਟਵਾਰੀ ਦੇ ਤਾਂ ਨਿੱਤ ਆਉਣਾ ਸਮਾਨ ਹੈ। ਉਹ ਜਿਹੜੇ ਮਾਲ ਅਫਸਰ ਦੇ ਨਿਆਣੇ ਤੇਰੇ ਛੋਟੇ ਛੋਟੇ, ਉਹ ਆਪਣੀ ਮੰਮੀ ਨੂੰ ਆ ਕੇ ਕਹਿੰਦੇ, ਮੰਮੀ ਸਾਡਾ ਡੈਡੀ ਪਟਵਾਰੀ ਕਦ ਬਣੂਗਾ? ਦੇਖੋ ਪਟਵਾਰੀ ਦੀ ਕਿੱਡੀ ਪਾਪੀ ਹੈ। ਪਟਵਾਰੀ ਕਦ ਬਣੋ? ਉਹ ਕਹਿੰਦੀ ਦੁਰ ਫਿਟੇ ਮਤਵਾੜਾ, ਉਹ ਤਾਂ ਸਾਰੇ ਜ਼ਿਲ੍ਹੇ ਦਾ 50 ਪਟਵਾਰੀ ਉਹਦੇ ਹੇਠ ਤਹਿਸੀਲਦਾਰ। ਕਹਿੰਦੇ ਨਹੀਂ ਨਹੀਂ ਡੈਡੀ ਨੂੰ ਕਹੋ ਪਟਵਾਰੀ ਲੱਗੇ, ਕੋ ਖਾਣ ਨੂੰ ਤਾਂ ਮਿਲੇ। ਪਟਵਾਰੀ ਦੀ ਪਦਵੀ ਬਹੁਤ ਵੱਡੀ ਹੈ। ਉਹ ਮੈਂ ਤਾਂ ਪਟਵਾਰੀ 72 ਪਿੰਡਾਂ ਦੇ ਪਟਵਾਰੀ ਸੀ। ਪਿਤਾ ਕਾਲੂ ਜੀ ਗੁਰਸਿੱਖ ਪਿਆਰਿਓ ਆਇਆ ਨੱਠ ਕੇ ਪੰਡਤ, ਤੇ ਜਦ ਆਇਆ ਨਾ ਮਾਤਾ ਦੌਲਤਾਂ ਸੀ ਦਾਈ ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਦੇ ਪ੍ਰਕਾਸ਼ ਦੀ, ਨੋਟ ਕਰਿਓ ਦੌਲਤਾਂ ਦਾਈ। ਉਹਨੂੰ ਬੁਲਾ ਲਿਆ ਤੇ ਦੌਲਤਾਂ ਦਾਈ ਨੂੰ ਪੁੱਛਿਆ ਮੈਨੂੰ ਸਮਾਂ ਦੱਸ ਕੀ ਹੈ? ਉਦੋਂ ਲਗਨ ਕੀ ਸੀ? ਉਦੋਂ ਇਸ਼ਾਰੇ ਕੀ ਹੋਏ? ਇਹ ਲਾਗਨ ਗ੍ਰਹਿ ਰਾਸ ਨਛੱਤਰ, ਨੋਟ ਕਰ ਲਿਓ। ਦਾਸ ਪੜਦਾ ਰਿਹਾ, ਹੁਣ ਛੱਡ ਦਿੱਤਾ ਇਹ ਕੰਮ ਕਿਉਂਕਿ ਇਸ ਕੰਮ ਵਿੱਚ ਪਖੰਡ ਹੈ। ਇਹ 5 ਚੀਜ਼ਾਂ ਇਕੱਠੀਆਂ ਹੋਣ ਜੋਤਿਸ਼ ਲੱਗਦੀ ਹੈ। ਲਾਗਨ ਗ੍ਰਹਿ ਰਾਸ ਨਛੱਤਰ, ਇਹ 5 ਦਾ ਗਿਆਨ ਹੋਵੇ ਤਾਂ ਐਸਟ੍ਰੋਲੋਜੀ ਚੱਲਦੀ ਹੈ। ਉਹਨੇ ਪੁੱਛਣਾ ਸੀ, ਮਾਤਾ ਦੌਲਤਾਂ ਜੀ ਬਾਹਰ ਆਏ, ਸਮਾਂ ਕੀ ਸੀ? ਕਹਿੰਦੀ 1:30 ਵਜਿਆ ਸੀ, 1:30 ਔਰ 2 ਦੇ ਵਿਚਾਲੇ। ਉਹ ਵੀ ਸਮਾਂ ਬਹੁਤ ਅੱਛਾ ਗੁਰਸਿੱਖ ਪਿਆਰੇ। ਨੰਬਰ 2, ਉਦੋਂ ਕੋਲ ਕੌਣ ਸੀ? ਮੈਂ ਸੀ, ਇੱਕ ਸੇਵਾਦਾਰ ਤੁਲਸਾ ਸੀ ਬੀਬੀ, ਅਸੀਂ ਨੌ, ਇੱਕ ਦੌਲਤਾਂ ਇੱਕ ਤੁਲਸਾ। ਉਹ ਨਾਂ ਸੁਣ ਕੇ ਵੀ ਖੁਸ਼ ਹੋ ਗਏ। ਦੌਲਤਾਂ ਤੇ ਤੁਲਸਾ, ਕਿੱਡਾ ਸੁੰਦਰ ਨਾਂ ਗੁਰਸਿੱਖ ਪਿਆਰਿਓ। ਫਿਰ ਇਹ ਦੱਸ ਆਵਾਜ਼ ਕੀ ਆਈ? ਹੁਣ ਸੁਣਿਓ ਜਿਹੜਾ ਤੁਹਾਨੂੰ ਮੈਂ ਬਚਨ ਕਰਨ ਲੱਗਿਆ ਸੂਰਜ ਪ੍ਰਕਾਸ਼ ਦੇ। ਭਾਈ ਸੰਤੋਖ ਸਿੰਘ ਜੀ ਕੀ ਲਿਖਦੇ ਆ ਜੋ ਦੌਲਤਾਂ ਨੇ ਦੱਸਿਆ। ਉਹ ਦੌਲਤਾਂ ਦਾਈ ਕਹਿੰਦੀ, ਪੰਡਤ ਜੀ ਅਜੀਬ ਕੰਮ ਵੇਖਿਆ, ਮੇਰੇ ਹੱਥਾਂ ਵਿੱਚ ਪਤਾ ਨਹੀਂ ਕਿੰਨੇ ਬਾਲਕਾਂ ਨੇ ਜਨਮ ਲਿਆ। ਕਿਉਂਕਿ ਦਾਈ ਦਾ ਕੰਮ ਸੀ ਨਾ, ਬਹੁਤ ਬਾਲਕਾਂ ਨੂੰ ਮੈਂ ਬਹੁ ਸ਼ਿਸ਼ ਜਨਮੇ ਮੋਹ ਕਰ ਮਾਹੀ, ਸੂਰਜ ਪ੍ਰਕਾਸ਼, ਬਹੁ ਸ਼ਿਸ਼ ਜਨਮੇ ਮੋਹ ਕਰ ਮਾਹੀ, ਮੇਰੇ ਹੱਥਾਂ ਵਿੱਚ ਬਹੁਤ ਬੱਚਿਆਂ ਨੇ ਜਨਮ ਲਿਆ, ਪਰ ਐਸੋ ਅਚਰਜ ਕਬ ਦੇਖਿਓ ਨਹੀਂ। ਮਾਈ ਦੌਲਤਾ ਕਹਿੰਦੀ ਜਿਹੜਾ ਅੱਜ ਖੇਡ ਵੇਖਿਆ ਨਾ ਬੱਚੇ ਦਾ, ਇਹ ਮੈਂ ਨਹੀਂ ਜ਼ਿੰਦਗੀ ਚ ਵੇਖਿਆ। ਬਹੁਤ ਬੱਚਿਆਂ ਨੂੰ ਜਨਮ ਦਿੱਤਾ, ਕੀ ਖੇਡ ਵੇਖਿਆ? ਅਸ਼ਟਦੀਪ ਦੀਪਤ ਤੈਂ ਜਾਣੇ, ਉਸ ਕਮਰੇ ਵਿੱਚ 4-4 ਬੱਤੀਆਂ ਦੇ 2 ਦੀਵੇ ਮਚਾਏ ਹੋਏ ਸੀ। ਇਹ ਤਾਂ ਗੱਲ ਭੁੱਲੋ ਨਾ ਤੁਸੀਂ, ਜਿਸ ਕਮਰੇ ਵਿੱਚ ਦੀਵੇ ਹੀ ਹੁੰਦੇ ਤੇ ਆਪਣੇ ਜਿਆਦੇ ਚੜਨਾ ਕਰਨਾ 2 ਬੱਤੀਆਂ ਪਾ ਲਓ। ਇਹ ਆ ਚੌਮੱਖਾ 4 ਬੱਤੀਆਂ ਦੇ ਜਿਆਦਾ ਚੜਨਾ ਕਰਨਾ ਹੁੰਦਾ ਸੀ। ਉੱਥੇ ਕਿਹੜਾ ਐ ਸੀ ਵੀ 0 ਦੀ ਜਗ੍ਹਾ 100 ਵਾਟ ਦਾ ਲਾ ਦੋਗੇ, ਅੱਜ ਕਿਹਾ ਕੋ 7 ਨਾ ਬੱਤੀਆਂ ਹੀ ਪ੍ਰੋਸੀਜਰ ਹੁੰਦਾ ਸੀ। 4-4 ਬੱਤੀਆਂ ਦੇ 2 ਦੀਵੇ, ਅਸ਼ਟਦੀਪ ਦੀਪਤ ਤੈਂ ਜਾਣੇ। 8 ਦੀਵੇ ਹਮਾਰੇ ਬੱਤੀਆਂ ਬਚ ਰਹੀਆਂ ਸੀ, ਪਰ ਛਬ ਘਟ ਗਈ ਬਾਲ ਰੱਬ ਆਨੋ। ਦੇਖੋ ਕੈਸੇ ਬਚਨ ਨੇ। ਪੰਡਤ ਹਰਦਿਆਲ ਨੂੰ ਦੌਲਤਾਂ ਦਾਈ ਕਹਿੰਦੀ ਜਦ ਬੱਚੇ ਨੇ ਜਨਮ ਲਿਆ ਨਾ, ਦੀਵੇ ਮਚਦੇ ਨਹੀਂ ਦਿਖੇ, ਇਹਦੀ ਉਹ ਰੋਸ਼ਨੀ ਹੋ ਗਈ। ਅੱਜ ਕਹੇ ਆਖੋ ਸਤ ਐਸਾ ਗੁਰੂ ਨਾਨਕ ਦਾ ਅਵਤਾਰ, ਕਿਤੇ ਗ੍ਰੰਥ ਪੜੋ। ਛਬ ਘਟ ਗਈ, ਦੀਵਿਆਂ ਦੀ ਲੋਹ ਘਟ ਗਈ। ਇਹ ਬੱਚਾ ਨਹੀਂ ਆਇਆ, ਬਾਲ ਰੱਬ ਆਨੋ, ਰੱਬ ਨਾਮ ਸੂਰਜ ਦਾ। ਇਹ ਤਾਂ ਸੂਰਜ ਵਾਂਗ ਪ੍ਰਕਾਸ਼ ਹੋਇਆ। ਤਾਂ ਹੀ ਭਾਈ ਗੁਰਦਾਸ ਨੇ ਲਿਖੇ ਨਾ, ਮਿੱਟੀ ਧੁੰਦ ਜਗ ਚਾਨਣ ਹੋਆ। ਉਹ ਬੱਤੀਆਂ ਨਹੀਂ ਮੱਝਦੀਆਂ ਦਿਖੀਆਂ। ਹੋਰ ਕੀ ਕੌਤਕ ਵਰਤਿਆ ਉਦੋਂ? ਹੋਰ ਕੌਤਕ ਵਰਤਿਆ ਦੀਰਘ ਨਰ ਜਿਵੇਂ ਬਿਗਸ ਮਿਲੇ ਹੈ। ਜਦ ਬੱਚੇ ਨੇ ਜਨਮ ਲਿਆ ਤੇ ਐਦਾਂ ਹੱਸਿਆ ਪੰਡਤ ਜੀ ਜਿਵੇਂ 2 ਜਵਾਨ ਮਿੱਤਰ ਆਪਸ ਵਿੱਚ ਮਿਲ ਕੇ ਹੱਸਦੇ ਨੇ। ਸਾਰੇ ਬੱਚੇ ਰੋਂਦੇ ਜਨਮਦੇ ਨੇ, ਇਹਨੇ ਤਾਂ ਬਹੁਤ ਉੱਚੀ ਹੱਸਿਆ, ਖੁਸ਼ੀ ਵਿੱਚ ਆਇਆ। ਜ਼ਿਆਦਾ ਗੱਲਾਂ ਪੰਡਤ ਹਰਦਿਆਲ ਨੇ ਸੁਣੀਆਂ, ਬਸ ਸਮਝ ਗਿਆ ਜੋਤਸ਼ੀ ਸੀ ਨਾ, ਬਹੁਤ ਸਿਆਣਾ ਸੀ। ਇਹ ਬਾਲਕ ਨਹੀਂ ਹੈ, ਇਹ ਤਾਂ ਪਰਮੇਸ਼ਰ ਆਪ ਆ ਗਿਆ। ਤੁਹਾਨੂੰ ਯਾਦ ਕਰਾਵਾਂ ਮੈਂ, ਇਸ ਸੰਸਾਰ ਦੇ ਵਿੱਚ ਜੇ ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ ਰੱਬ ਕਿਸੇ ਨੇ ਮੰਨਿਆ ਤਾਂ ਪੰਡਤ ਹਰਦਿਆਲ ਜੋਸ਼ੀ ਨੇ ਮੰਨਿਆ। 8 ਘੰਟੇ ਬਾਅਦ ਜਨਮ ਤੋਂ ਇੰਨੀ ਸ਼ਰਧਾ ਹੋ ਗਈ, ਪਿਤਾ ਕਾਲੂ ਜੀ ਨੂੰ ਕਹਿੰਦਾ ਇਹਦੀ ਜਨਮ ਪੱਤਰੀ ਤਾਂ ਬਣੂਗੀ ਜੇ ਇਹ ਬੱਚੇ ਨੂੰ ਮੈਨੂੰ ਦਿਖਾਉਂਗਾ। ਮੈਂ ਹਸਤ ਰੇਖਾ ਦੇਖਣੀ ਹੈ, ਮੈਂ ਮੱਥੇ ਦੀ ਰੇਖਾ ਵੇਖਣੀ ਹੈ। ਬਹਾਨਾ ਕਾਤੇ ਲਾਇਆ? ਇੰਨੀ ਤੜਪ ਪੈਦਾ ਹੋ ਗਈ ਪੰਡਤ ਹਰਦਿਆਲ ਦੇ ਮਨ ਵਿੱਚ ਕਿ ਜਲਦੀ ਤੋਂ ਜਲਦੀ ਮੈਂ ਇਹਦੇ ਦਰਸ਼ਨ ਕਰਾਂ। ਇਹ ਤਾਂ ਭਗਵਾਨ ਆ ਗਿਆ ਮੇਰੀ ਨਗਰੀ ਵਿੱਚ। ਪੰਡਤ ਹਰਦਿਆਲ ਜੋਸ਼ੀ। ਪਿਤਾ ਕਾਲੂ ਜੀ ਕਹਿੰਦੇ 8 ਘੰਟੇ ਦਾ ਬੱਚਾ, ਸਰਦੀ ਦੀ ਰੁੱਤ, ਕਹਿੰਦਾ ਕੁਝ ਵੀ ਹੋਵੇ ਜੋਸ਼ ਨਹੀਂ ਲੱਗਣੀ ਮੇਰੀ, ਮੈਂ ਹਸਤ ਰੇਖਾ ਵੇਖਣੀ ਹੈ। ਮਾਤਾ ਦੌਲਤਾਂ ਜੀ ਨੂੰ ਅੰਦਰ ਭੇਜਿਆ,
ਮਾਤਾ ਤ੍ਰਿਪਤਾ ਜੀ ਨੇ ਜਵਾਬ ਦੇ ਦਿੱਤਾ, ਸਰਦੀ ਦੀ ਰੁੱਤ ਇੰਨੇ ਬੱਚੇ ਨੂੰ ਬਾਹਰ ਲਿਜਾਣ ਦਾ ਕੀ ਮਤਲਬ। ਪਰ ਦੂਜੀ ਵਾਰ ਪਿਤਾ ਕਾਲੂ ਜੀ ਦਾ ਬਚਨ ਮੰਨਿਆ। ਸਭ ਤੋਂ ਪਹਿਲਾਂ ਕੋਈ 10 ਘੰਟੇ ਦੇ ਮਹਾਰਾਜ ਅਵਤਾਰ ਸੀ। ਰਮਾਲਾਂ ਵਿੱਚ ਲਪੇਟ ਕੇ ਗਰਮ ਕੱਪੜਿਆਂ ਵਿੱਚ ਦੌਲਤਾਂ ਜੀ ਬਾਹਰ ਲੈ ਕੇ ਆਏ। ਗੁਰਸਿੱਖ ਪਿਆਰਿਓ, ਉਹ ਬੀਬੀ ਆਈ ਜੀ, ਤੂੰ ਮੰਨ ਜਾ, ਤੂੰ ਇਹਨੂੰ ਮਨਾ ਲੈ। ਚਲੋ ਪਿਆਰ ਨਾਲ ਆਖੋ ਸਤਨਾਮ ਸ਼੍ਰੀ। ਤਾਂ ਗੁਰਮੁਖ ਪਿਆਰਿਓ ਬਾਹਰ ਲਿਆਏ ਸਤਿਗੁਰਾਂ ਨੂੰ। ਜਦ ਮਹਾਰਾਜ ਆਏ ਨਾ 10 ਘੰਟੇ ਦੀ ਅਵਤਾਰ ਬੜੇ ਆਏ ਇੱਥੇ। ਚਾਤਰ ਛਾਵਰ ਤੇ ਚਾਤਰ ਕੀ ਚੀਜ਼ ਹੈ। ਖੜਾ ਹੋ ਗਿਆ 70 ਸਾਲ ਦਾ ਬਿਰਧ ਪੰਡਤ ਹਰਦਿਆਲ। ਜਦ ਹਸਤ ਰੇਖਾ ਦੇਖੀ, ਚਰਨ ਵੇਖੇ ਮਹਾਰਾਜ ਦੇ, 70 ਸਾਲ ਦੇ ਬ੍ਰਾਹਮਣ ਨੇ ਸਿਰ ਧਰਤਾ 10 ਸਾਲ ਦੇ ਬੱਚੇ ਦੇ ਪੈਰਾਂ ਤੇ। ਗੁਰੂ ਨਾਨਕ ਸਾਹਿਬ ਦਾ ਅਵਤਾਰ ਕਿਤੇ ਇੱਥੇ ਤਾਂ ਹੋਰੇ ਗੱਲਾਂ ਬਣਾ ਲੀਆਂ ਸੀ ਇਤਿਹਾਸ ਦੀਆਂ, ਸੁਣੇ ਸੁਣਾਏ ਤੇ ਹੌਸਲੇ ਸਾਡੇ ਕੋਲ। ਪੰਡਤ ਹਰਦਿਆਲ 70 ਸਾਲ ਦਾ ਸਿਰ ਝੁਕ ਗਿਆ। ਪਿਤਾ ਕਾਲੂ ਜੀ ਕਹਿੰਦੇ, ਪੰਡਤ ਜੀ ਕੀ ਗੱਲ ਹੈ। ਹੱਥ ਬੰਨ ਕੇ ਪੰਡਤ ਹਰਦਿਆਲ ਕਹਿੰਦਾ, ਪਟਵਾਰੀ ਜੀ ਵਹਿਮ ਨਾ ਕਰਿਓ, ਤੁਹਾਡੇ ਘਰ ਮੁੰਡਾ ਜੰਮਿਆ, ਤੁਹਾਡੇ ਘਰ ਵਿਸ਼ਨੂੰ ਭਗਵਾਨ ਆ ਗਿਆ। ਅੱਜ ਕਹੇ ਆਖੋ ਵਾਹਿਗੁਰੂ ਆ ਗਿਆ, ਪਰਮੇਸ਼ਰ ਆ ਗਿਆ। ਉਹ ਹੈਰਾਨ ਕਿ ਪ੍ਰਮਾਤਮਾ, ਕਹਿੰਦਾ ਹਾਂ ਪ੍ਰਮਾਤਮਾ। ਸਾਰੇ ਲਗਨ ਵੇਖੇ ਤੇ ਪੰਡਤ ਹਰਦਿਆਲ ਜੀ ਕਹਿੰਦੇ, ਇਹ ਹੁਣ ਹੱਥ ਦੇਖਦੇ ਆ ਮੈਂ ਇਹਦੇ, ਕਿੱਥੋਂ ਪਤਾ ਲੱਗਿਆ। ਯਾਦ ਕਰਿਓ ਹੁਣ ਛਾਤਰ ਚਾਮਰ, ਚੌਰ ਤੇ ਛਤਰ ਬਹੁਤ ਵਾਰ ਸੁਣਦੇ ਹੋ ਤੁਸੀਂ। ਮਹਾਰਾਜ ਦੇ ਸੱਜੇ ਹੱਥ ਵਿੱਚ ਜਨਮ ਸਮੇਂ ਗੁਰੂ ਨਾਨਕ ਦੇ ਛਤਰ ਦਾ ਨਿਸ਼ਾਨ ਸੀ ਤੇ ਮਹਾਰਾਜ ਦੇ ਖੱਬੇ ਹੱਥ ਵਿੱਚ ਜਨਮ ਤੋਂ ਹੀ ਚੌਰ ਦਾ ਨਿਸ਼ਾਨ ਸੀ। ਉੱਥੋਂ ਚਲੇ, ਕਿਸੇ ਦੇ ਦਿੱਤੀਆਂ ਹੋਈਆਂ ਚੀਜ਼ਾਂ ਨਹੀਂ। ਇਹ ਸੱਜੇ ਹੱਥ ਵਿੱਚ ਛਤਰ ਤੇ ਖੱਬੇ ਹੱਥ ਵਿੱਚ ਗੁਰੂ ਨਾਨਕ ਦੇ ਅਵਤਾਰ ਸਮੇਂ ਚੌਰ ਫੜਿਆ ਹੋਇਆ ਸੀ। ਉਹ ਅਕਾਲ ਪੁਰਖ ਵੱਲੋਂ ਆਪ ਪਰਮੇਸ਼ਰ ਦੀ ਉਹ ਤੁਸੀਂ ਸੁਣਿਆ। ਸੱਚਖੰਡ ਤੋਂ ਇਹ ਦਾਤ ਗੁਰੂ ਨਾਨਕ ਲੈ ਕੇ ਆਏ। ਜਦੋਂ ਹਸਤ ਵਿੱਚ ਚਮਰ ਦੇਖਿਆ, ਤਖਤ ਦੇਖਿਆ, ਘਰ ਨੂੰ ਤੁਰ ਪਿਆ ਪੰਡਤ ਹਰਦਿਆਲ। ਪਟਵਾਰੀ ਜੀ ਨੂੰ ਕਹਿੰਦਾ, ਪਟਵਾਰੀ ਜੀ ਤੇਰੇ ਪੁੱਤ ਦੀ ਜਨਮ ਪੱਤਰੀ ਇੰਨੀ ਛੇਤੀ ਨਹੀਂ ਬਣਨੀ, ਇਹ ਘਰ ਜਾ ਕੇ ਬਣਾਉਂਗਾ। ਆ ਵੀ ਗੱਲ ਯਾਦ ਰੱਖਿਓ। ਹੁਣ ਜਦ ਘਰ ਨੂੰ ਤੁਰਿਆ ਨਾ ਪੰਡਤ ਹਰਦਿਆਲ, ਲਗਨ ਰੇਖਾ ਸਭ ਕੁਝ ਲੈ ਕੇ, ਉਹਨੇ ਰਸਤੇ ਵਿੱਚ ਹੀ ਅਰਦਾਸ ਕੀਤੀ। ਘਰ ਨੂੰ ਜਾਂਦੇ ਜਾਂਦੇ ਨੇ, ਉਹ ਵੀ ਥੋੜੇ ਯਾਦ ਰੱਖਣ ਵਾਲੀ ਹੈ ਅਰਦਾਸ। ਪੰਡਤ ਹਰਦਿਆਲ ਕਹਿਣ ਲੱਗਾ ਰਸਤੇ ਵਿੱਚ ਬਿਰਧ, ਕਹਿੰਦਾ ਹੇ ਵਿਸ਼ਨੂੰ ਭਗਵਾਨ, ਤੂੰ ਮੇਰੇ ਨਗਰ ਵਿੱਚ ਆ ਗਏ ਮਨੁੱਖ ਦਾ ਜਾਮਾ ਪਹਿਨ ਕੇ। ਮੈਨੂੰ ਖੁਸ਼ੀ ਤਾਂ ਬਹੁਤ ਹੈ, ਪਰ ਮੈਨੂੰ ਇੱਕ ਦੁੱਖ ਵੀ ਹੈ। ਉਹ ਦੁੱਖ ਕੀ ਭਾਈ, ਨਾਲੇ ਖੁਸ਼ੀ। ਤੂੰ ਆ ਗਏ ਹੁਣ ਬਚਪਨ ਵਿੱਚ, ਮੈਂ ਬਿਰਧ ਅਵਸਥਾ ਵਿੱਚ। ਮੇਰਾ ਕੋਈ ਪਤਾ ਨਹੀਂ ਕਦ ਹੁਣ ਜਾਣਾ ਪੈ ਜਾਣਾ। ਬਿਰਧ ਅਵਸਥਾ ਹੈ। ਦਰਿਆਵੇ ਕੰਨੇ ਲੁਖੜ, ਦਰਿਆਵੇ ਕੰਨੇ ਲੁਖੜ, ਕੰਨਾ ਕਿਚਰ ਕੋ ਬੰਨੇ ਧੀਰ। ਬਿਰਧ ਅਵਸਥਾ ਤਾਂ ਦਰਿਆ ਦੇ ਕੰਢੇ ਦਰਖਤ ਹੁੰਦਾ। ਮੈਨੂੰ ਹੁਣ ਇੱਕ ਬੇਨਤੀ, ਕਦੇ ਆਪਾਂ ਵੀ ਅਰਦਾਸ ਕਰਾਂਗੇ। ਪੰਡਤ ਹਰਦਿਆਲ ਕਹਿੰਦਾ, ਹੇ ਵਿਸ਼ਨੂੰ ਭਗਵਾਨ ਅਕਾਲ ਪੁਰਖ, ਤੂੰ ਆ ਗਿਆ ਬੱਚੇ ਦੇ ਰੂਪ ਵਿੱਚ, ਮੈਂ ਹੈ ਬਿਰਧ। ਮੇਰੀ ਇੱਕ ਬੇਨਤੀ ਮੰਨ ਲਈ, ਜਦ ਤੱਕ ਤੁਸੀਂ ਵੱਡੇ ਹੋ ਕੇ ਉਪਦੇਸ਼ ਦੇਣਾ ਨਾ ਸ਼ੁਰੂ ਕਰੋਗੇ, ਉਹਨਾਂ ਚਿਰ ਮੈਨੂੰ ਜਿਉਂਦਾ ਰੱਖ ਲਿਓ। ਅੱਜ ਕਹੇ ਆਖੋ ਸਤਨਾਮ। ਇਹ ਅਰਦਾਸ ਸਭ ਤੋਂ ਪਹਿਲੀ ਗੁਰੂ ਨਾਨਕ ਦੇ ਚਰਨਾਂ ਵਿੱਚ ਉਹ ਪੰਡਤ ਹਰਦਿਆਲ ਨੇ ਕੀਤੀ ਸੀ। 70 ਸਾਲ ਦੇ ਬ੍ਰਾਹਮਣ ਨੇ। ਬਾ ਮੇਰੀ ਇੱਕੋ ਮੰਗ ਹੈ, ਹੋਰ ਨਹੀਂ ਤੁਹਾਤੋਂ ਕੁਝ ਵੀ ਮੰਗਦਾ। ਮੈਂ ਜਿਉਂਦਾ ਜਿਉਂਦਾ ਤੁਹਾਡੇ ਮੁਖ ਤੋਂ ਉਪਦੇਸ਼ ਸੁਣ ਲਵਾਂ। ਕੈਸਾ ਉਪਦੇਸ਼ ਹੈ ਗੁਰੂ ਨਾਨਕ ਦਾ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਮੈਨੂੰ ਇੱਕੋ ਮੰਗ ਮੇਰੀ ਪੂਰੀ ਕਰ ਦੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਨਾ ਆਲੇ ਦੁਆਲੇ ਤੁਰੇ ਫਿਰੋ ਇਸ ਘਰ ਨੂੰ ਛੱਡ ਕੇ। ਇਹ ਤੋਂ ਬਿਨਾਂ ਕੁਝ ਨਹੀਂ। ਭਰਮ ਹੈ, ਵਹਿਮ ਹੈ, ਕਿੰਨੇ ਅੱਡੇ ਬਣਾ ਲਏ, ਉਹਨਾਂ ਨੂੰ ਕੋਈ ਦੁੱਖ ਨਹੀਂ। ਸਾਡਾ ਉਹਨਾਂ ਤੇ ਕੋਈ ਸ਼ਿਕਵਾ ਨਹੀਂ। ਮੈਂ ਤੁਹਾਨੂੰ ਵੀ ਕਹਿਣਾ, ਉਹਨਾਂ ਨੂੰ ਮਾੜੇ ਨਹੀਂ ਕਹਿਣਾ। ਨਾ ਬਿਆਸਾ ਵਾਲੇ, ਨਾ ਨਰਕ ਧਾਰੀਏ, ਨਾ ਨੂਰ ਬਹਿਲੀਏ, ਨਾ ਕੁਝ ਹੋਰ ਜਿੰਨੇ ਵੀ ਹੈਗੇ। ਦੁਕਾਨ ਤਾਂ ਖੁੱਲਦੀ ਹੈ ਜੇ ਗਾਹਕ ਹੋਣੇ। ਅੱਜ ਕਹੇ ਆਖੋ ਸਤਨਾਮ। ਉਹਨਾਂ ਨੂੰ ਮਾੜੇ ਕਾਹਨੂੰ ਕਹਿਣੇ। ਡੋਡੇ ਉੱਥੇ ਵਿਕਣਗੇ ਜਿੱਥੇ ਡੋਡੇ ਪੀਨੇ ਹੈ। ਜਿਸ ਪਿੰਡ ਵਿੱਚ ਡੋਡੇ ਪੀਂਦੇ ਨਹੀਂ, ਉੱਥੇ ਦੁਕਾਨ ਕਿੱਥੇ ਖੁੱਲ ਜੂ। ਇਹ ਮਨਮਤੀਆਂ ਦੀ ਦੁਕਾਨ ਜਿਹੜੀ ਖੁੱਲੀ ਹੈ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ, ਇਹ ਤੁਹਾਡੀ ਕਿਰਪਾ ਹੋਈ ਹੈ। ਤੁਸੀਂ ਗਾਹਕ ਬਣੇ ਇਹਨਾਂ ਦੇ। ਜੇ ਗਾਹਕੇ ਨਾ ਹੋਣ, ਤੀਏ ਦਿਨ ਦੁਕਾਨ ਪੱਟ ਕੇ ਲੈ ਜਾਊਗਾ। ਅਸੀਂ ਗਾਹਕ ਬਣੇ ਤਾਂ ਇਹਨਾਂ ਦੀ ਚੜ੍ਹਦੀ ਕਲਾ ਹੋਈ।
जे असी जाइए ही ना दुकाना कितने खुलणगियां। पर थोड़ा तो बुरा हाल मैं पिछले एतवार भी कहा था, बापू इत्थे नानक प्रकाश फिरदा कशहरा पाई, नीली पग बनी, खबरे कृपान भी उपर नूं पाई भी होवे, ते नारे मारदा गुरु माने ग्रंथ, गुरु माने ग्रंथ। ओदा सका भाई वो ब्यास वालियां दा मंत्र लई फिरदा कन्ना च, कहना मैं कन्ना च मंत्र लिया वे। ओदा सका पुत वो कहना मैं सर से सच्चा सौदा करके आउणा। बापू गुरुद्वारे, चाचा ब्यासा, पुत सर से, भतीजा कहता दूर कानू जाना है, नूर महले दिव्य ज्योति दिखदी है, अज आखो सतनाम। वो दिव्य ज्योति देखता फिरदा नूर महल। चारे गए चार सपेरे नू, घर रहेगी एक बेबे एक चाची, दो रह गई ना। वो चार सपेरे नू गए, बेबे चाची सेमिया की थाली भरी फिरदे, कहंदे गुग्गे नू भोग लाउणा है, अज आखो सतनाम, कर लो सिक्खी दा प्रचार। वो माड़ी च चक्की फिरदी। मैं तुहानूं पिछे बैठिया साड़ियां धीआं भैणां, इत्थे तो मजबूर है, इत्थे गुग्गा है नहीं थाली इत्थे भी तैयार थी। एन सेमिया देसी घी दियां, घर सस सौहरा खंघ खा के मर जाण दे, कदे देसी घी दी सेमी बना देण, कदे उहनूं लौंग पा के, गुग्गे दी माड़ी च उत्थे लौंग पा के चाह जाने, अणघाड़िया दुध सप नूं भोग लाउणी है, बाबा जी छको मत्था टेकदे। और मेरिया धीआं ਜਿਹੜੀਆਂ पोतियां ना, ਜਿਹੜੀਆਂ सप्पां नूं बाबे कहनी है, ਇਹ ਲੈ ਕਹਿਨੀ है ना कामयाब, ਇਹ खड्ड विच पए ਤਾਂ बाबे नूं छकाउणीਆਂ सेमियां दुध, खड्ड विच बैठे नूं। जे किते खड्ड तो बाहर दिख जावे ना नूं, ते आ बाबा दिखिया नहीं है, रौला पाया नहीं, लियाई ओ डांग, लियाई ओ गंधाड़ा, लियाई ओ सांगा, फिर कोल खड़ के कटाउणी है। खड्ड विच बैठा बाबा, बाहर फिरदा सप। देखो कितनी छेती चेंज होती है। फिर सगों कोल खड़नगियां मेरिया बीबियां, घर वाले नूं कहणगियां ते होर ना मार, सिर परे ला, आखो सतनाम, सिर सिर कुटेगा। बड़ी बुढ़ी कहूगी जे छड्डो ना, जे हिलदा है, क्योंकि सेमियां खलाइयां वो कड्ढणियां नहीं उहदे विचों। किधर नूं तुहाडी सिੱਖੀ तुरी फिरदी है, कैसे दर नूं छड्ड के सप्पां नूं बाबे। आ तुहानूं मैं बेनती करदा सिੱਖਾਂ नूं भी ते बीबियां नूं, तुहाडे बाबे खड्डां विच नहीं जा करो, जे बाबे देखने हैं फतेहगढ़ साहब दियां नीहां विच खड़े हैं तुहाडे बाबे, उत्थे खड़े हैं सरंद दियां नीहां विच, करो दर्शन। और तुहाडे बाबे चमकौर दी गढ़ी विच ने 18 ते 14 साल दे, तुसीं सप्पां नूं बाबे। किधर नूं असीं सिੱਖ कौम तुरी। ऐसे गुरु नानक दा दर, ऐसे गुरु रामदास महाराज दा दर, जिन्हां दा अज अवतार देवपुरी विच गए। हुण इत्थे सियाणे बैठे ने क्योंकि टेप हो रही है। हुण इहदा भावार्थ सुण लो, सिर्फ 5-6 मिनट रहने, पर टाइम सुन के किते उठण ना लग जाओ, अज आखो सतनाम। सुन लो सारे। देवपुरी मैं गयो, देवकाश धातु है, संस्कृत दे विच चानना, जो सारियां नूं प्रकाश करन वाला वाहिगुरू है। जद सचखंड गए गुरु रामदास महाराज, देवपुरी मैं गयो, तो उत्थे फिर हर सिंघासन परमात्मा ने सिंघासन की दिता। ये सुनियो प्यार दे नाल, क्योंकि गाहां जांदे ने अर्थ अपने विच समाउण दा, अपने विच बिठालण दा। जिउं जल में जल आए खटाना, त्यों ज्योति संग हर सिंघासन दियो। श्री गुरु रामदास जी नूं अपने विच एदां मिला लिया जिवें पानी विच पानी मिल जांदा। हर सिंघासन वाहिगुरू ने एक मिक जोत नाल जोत मिला ली। हर सिंघासन दियो श्री गुरु तैं बैठायो, श्री श्रेष्ठ गुरु, गुरुआं दे गुरु गुरु रामदास, उन्हां नूं अंदर समा लिया, अपने हिरदे रूपी सिंघासन देता। रहस कियो सुरदेव, सारे बैकुंठ दे विच जय जयकार हो गई। सतगुरु तेग बहादुर जी दी शहीदी होई ना, लोग तां रोए, पर जय जयकार सुर लोक विच होई। है सब जग भयो, जय 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 सुर लोक। चौथे पातशाह दे जाण तो भी फिर असुर गए ते भाग भाव तिल भीतर कंपे। असुर केड़े ने? राक्षस। बचे उन्हां तो काम क्रोध लोभ मोह हंकार। बस गुरु रामदास जी दे दर्शन करन तो ये पापी नड़ जाने। थोड़े भी नड़दे, जाओ अंबरसर परिक्रमा विच जा रो, ये पंजे कोल नहीं रहने। परिक्रमा विच जांदियां दे असुर गए ते भाग भाव तिल भीतर कंपे। जेड़े पाप होने वो कंबन लग जाने, मन कहन लग जाता हुण गाहां नूं नहीं ये करने, मैथों बुरा काम होया। वो दर्शन ही ऐसे ने, पाप तिन भीतर कंपे।
काटे सो पाप तिन नरों के 7 साल गुरगद्दी कीती संसार तार दिता नाम दे बेड़े जहाज बना के अंबरसर हरमंदर साहब गुरुवाल दी बाणी काटे सो पाप तिन नरों के गुरु रामदास जिन पायो छातर ਸਿੰਘਾਸਨ ਜਿਹੜਾ ਤੁਹਾਨੂੰ ਬਚਨ ਚੱਲਿਆ ਸੀ ਉਹ ਅਕਾਲ ਪੁਰਖ ਵੱਲੋਂ ਚੌਰ ਛੱਤ ਜਿਹੜਾ ਗੁਰੂ ਨਾਨਕ ਨੂੰ ਦੇ ਕੇ ਭੇਜਿਆ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਨੂੰ ਬਖਸ਼ ਦਿੱਤਾ ਛਾਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ ਸੋ ਤੁਹਾਨੂੰ ਹੁਣ ਬੇਨਤੀ ਹੈ ਦਾਸ ਦੀ 2.5 ਮਹੀਨੇ ਵਿੱਚ ਭਾਈ ਇਹ ਸੇਵਾ ਪੂਰੀ ਹੋਈ ਹੈ ਨਾ ਦਾਸ ਨੇ ਕੀਤੀ ਹੈ ਨਾ ਕਿਸੇ ਹੋਰ ਨੇ ਇਹ ਜਿਹੜੀ ਸੇਵਾ ਸੰਪੂਰਨ ਹੋਈ ਹੈ ਮਹਾਰਾਜ ਨੇ ਆਪ ਕਰਾਈ ਹੈ ਸਵਈਆਂ ਦੀ ਕਿਉਂਕਿ ਸਵਈਏ ਤਾਂ ਉਹ ਬਾਣੀ ਹੈ ਇਹ ਤਾਂ ਪੜ੍ਹਨੇ ਵੀ ਮੁਸ਼ਕਲ ਨੇ ਸਿਆਣੇ ਬੈਠੇ ਨੇ ਵਿੱਚ ਇਹਨਾਂ ਦਾ ਤਾਂ ਸੁਧ ਪਾਠ ਕਰਨਾ ਹੀ ਔਖਾ ਹੈ ਅਰਥ ਤਾਂ ਇੱਕ ਪਾਸੇ ਰਹਿ ਗਏ ਇਹ ਸਤਿਗੁਰਾਂ ਨੇ ਆਪ ਕਿਰਪਾ ਕੀਤੀ ਹੈ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਉਹਨਾਂ ਉਦਮ ਸੀ ਇਹ ਕਿ ਪੂਰੇ ਕਰੋ ਜੀ ਜ਼ਰੂਰ ਕਰੋ ਮੈਂ ਵਿੱਚ ਨੂੰ ਵੀ ਛੁੱਟੀ ਮੰਗੀ ਸੀ ਪਰ ਪ੍ਰਧਾਨ ਉਹਨੇ ਕਹਿੰਦੇ ਨਹੀਂ ਹੈ ਜੀ ਵਿੱਚ ਰਹਿ ਗਏ ਫਿਰ ਪੂਰਾ ਨਹੀਂ ਹੋਣਾ ਬਾਣੀ ਦਾ ਕੰਮ ਸੋ 60 ਟੇਪਾਂ ਦੇ ਵਿੱਚ ਇਹ ਸਵਈਆਂ ਦੀ ਕਥਾ ਪੂਰੀ ਹੋਈ ਹੈ ਸਾਰੇ ਸਵਈਏ ਗੁਰੂ ਮਹਾਰਾਜ ਦੀ ਕਿਰਪਾ ਤੁਹਾਡੀ ਸੰਗਤ ਦਾ ਸਹਿਯੋਗ ਮੈਂ ਦੇਖਦਾ ਰਿਹਾ ਕਿ ਇੱਕ ਦਿਨ ਵੀ ਕਈ ਗੁਰਮੁਖ ਪਿਆਰੇ ਨੇ ਮਿਸ ਨਹੀਂ ਕੀਤਾ ਕੰਮਕਾਰ ਛੱਡ ਕੇ ਸੰਪੂਰਨ ਲੜੀਵਾਰ 2 ਵਕਤ ਆਉਂਦੇ ਰਹੇ ਨੇ ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਵੀ ਇਹ ਗੁਰੂ ਮਹਾਰਾਜ ਦੀ ਕਥਾ ਐਸੀ ਹੈ ਸਤਿਗੁਰਾਂ ਦੀ ਤੁਹਾਡੀ ਸੰਗਤ ਦੀ ਪ੍ਰਬੰਧਕਾਂ ਨੇ ਬੜਾ ਸੋਹਣਾ ਉਦਮ ਕੀਤਾ ਜਿਹੜੀ ਗੁਰਬਾਣੀ ਦੀ ਕਥਾ ਨਾਲ ਜੁੜਨਾ ਇਹ ਬ੍ਰਹਮ ਗਿਆਨ ਸਾਗਰ ਹੈ ਸਮੁੰਦਰ ਹੈ ਭਾਈ ਗੁਰੂ ਮਹਾਰਾਜ ਦਾ ਤੁਹਾਡਾ ਤੇ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਉਦਮ ਕਰਕੇ ਦਾਸ ਨੂੰ ਇਹ ਸੇਵਾ ਬਖਸ਼ੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦਾਸ ਤੋਂ ਇਹ ਸੇਵਾ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਲਈ ਹੈ ਮੈਂ ਤੁਹਾਡੇ ਚਰਨਾਂ ਵਿੱਚ ਗਾਹਾਂ ਟੇਪਾ ਸੁਣਨ ਵਾਲਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਬੰਦਾ ਭੁੱਲਣਹਾਰ ਹੈ ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਦੱਸਣ ਦੀ ਕਿਰਪਾਲਤਾ ਕਰਨੀ ਕੱਲੇ ਕੋਲੇ ਕੋਲ ਐਡਰੈਸ ਹੈ ਪਾਤੋਲੇ ਲੱਖ ਰਹਿ ਜਾਂਦਾ ਗੁਰਸਿੱਖ ਪਿਆਰਿਓ ਇੱਥੇ ਬਾਣੀ ਦਾ ਤਾਂ ਪਤਾ ਹੀ ਨਹੀਂ ਅਥਾਹ ਸਾਗਰ ਹੈ ਗੁਰੂ ਨਾਨਕ ਨੇ ਇੱਕ ਬਚਨ ਲਿਖਿਆ 12 ਤੇ ਵਧੇਕ ਵਿੱਚ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇਰਾ ਨਿਕਲ ਉਹ ਬੰਦਿਆ ਜੇ ਐਡਾ ਵੱਡਾ ਵੀ ਤਰਾਕ ਤੂੰ ਹੋ ਜਵੇਂ ਸਮੁੰਦਰ ਨੂੰ ਲੰਘਣ ਜੋਗਾ ਬਹੁਤ ਤਾਰੂ ਹੋ ਜਵੇਂ ਪਰ ਫੇਰ ਵੀ ਆਪਣੇ ਵੱਡਿਆਂ ਨੂੰ ਪੁੱਛਦਾ ਰਹੀ ਆਖੋ ਸਤਿਨਾਮ ਫੇਰ ਵੀ ਹੋਰਾਂ ਨੂੰ ਪੁੱਛਦਾ ਰਹੀ ਕਿਵੇਂ ਤਰੀਦਾ ਬਾਣੀ ਤਾਂ ਅਥਾਹ ਸਾਗਰ ਹੈ ਗਲਤੀਆਂ ਤੋਂ ਖਿਮਾ ਬਖਸ਼ ਦਿਓ ਜੇ ਕੋਈ ਗਲਤੀ ਹੋਵੇ ਗੁਰੂ ਦੇ ਬਚਨ ਹਿਰਦੇ ਵਸਾਇਓ ਤੇ ਤੁਹਾਡੇ ਚਰਨਾਂ ਵਿੱਚ ਬੇਨਤੀ ਬੀਬੀਆਂ ਨੂੰ ਮੈਂ ਪਹਿਲੀ ਵਾਰ ਵੀ ਬੇਨਤੀ ਕਰਕੇ ਗਿਆ ਸੀ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਕਿ ਬੀਬੀਓ ਤੁਸੀਂ ਬੱਚਿਆਂ ਦੀ ਸੰਭਾਲ ਕਰੋ ਜ਼ਿੰਮੇਵਾਰੀ ਸਮਝੋ ਸਿੱਖੀ ਦੀ ਤੁਸੀਂ ਸਿੱਖਾਂ ਸਿੱਖ ਧਰਮ ਵਿੱਚ ਪੈਦਾ ਹੋਈਆਂ ਤੁਹਾਡਾ ਅਰਦਾਸ ਵਿੱਚ ਨਾਂ ਲਿਆ ਜਾਂਦਾ ਉਹਨਾਂ ਬੀਬੀਆਂ ਦਾ ਧਿਆਨ ਧਰੋ ਤੁਸੀਂ ਬੱਚਿਆਂ ਨੂੰ ਸਾਂਭ ਲਓ ਇੱਕੋ ਪਰਨ ਕਰ ਲਓ ਕਿ ਬੱਚੇ ਦੇ ਸਿਰ ਨਹੀਂ ਮੁੰਨਣੇ ਬਾ ਪਨੀਰੀ ਨੂੰ ਸਾਂਭ ਲਓ ਬੂਟੇ ਠੀਕ ਹੋ ਜਾਣਗੇ ਐਵੇਂ ਥੋੜੀ ਜੀ ਅਣਗਹਿਲੀ ਕਰਦੀਆਂ ਨੇ ਧੀਆਂ ਭੈਣਾਂ ਬੱਚਿਆਂ ਦੇ ਸਿਰ ਮੁੰਨਣ ਲੱਗੀਆਂ 2.5 ਸਾਲ ਦਾ ਨਹੀਂ ਹੁੰਦਾ ਨਿਆਣਾ ਜਦ ਉਹਨੂੰ ਘਰੋਟਣਾ ਬਣਾ ਦੇਣੀ ਹੈ ਆ ਦੇਖੋ ਅੱਜ ਜਨਮ ਦਿਨ ਮਨਾਇਆ ਗੁਰਸਿੱਖ 3 ਦਿਨ ਬੱਚਾ ਸੇਵਾ ਕਰਦਾ ਰਿਹਾ ਮਨ ਖੁਸ਼ੀ ਹੁੰਦਾ ਸੀ ਇਹ 3 ਸਾਲ ਦੇ ਨੂੰ ਇਹ ਘਰੋਟਣਾ ਬਣਾ ਦੇਣੀ ਹੈ ਮੌਜ ਬਣ ਗਈ ਨਾ ਨੜਾਉਣਾ ਪਵੇ ਆ ਕੈਲੀਫੋਰਨੀਆ ਮੈਨੂੰ ਮਿਲ ਗਈ ਇੱਕ ਬੀਬੀ 2 ਖਿੱਚੀ ਫਿਰੇ ਘਰੋਟਣੇ ਜੇ ਮੈਨੂੰ ਕਹਿੰਦੀ ਬਾਬਾ ਜੀ ਹੱਥ ਧਰੋ ਸਿਰ ਪਰ ਮੈਂ ਕਿਹਾ ਬੀਬੀ ਸਿਰ ਤਾਂ ਹੈ ਹੀ ਨਹੀਂ ਹੱਥ ਕਿੱਥੇ ਧਰਾਂ ਜੇ ਸਿਰ ਹੋਵੇ ਤਾਂ ਹੱਥ ਧਰਾਂ ਨਾਲੇ ਮੂਰਖ ਹੋਊ ਬਾਬਾ ਜਿਹੜਾ ਧਰੂਗਾ ਕਿਉਂਕਿ ਸੂਲਾ ਵਰਗੇ ਤਾਂ ਬਾਲ ਹੈ ਹੱਥ ਛਿੱਲ ਹੋ ਜਾਣਾ ਕੋਈ ਪੈਨਸਿਲਿਨ ਲਾਉਣੀ ਪਊਗੀ ਟੈਰਾਮਾਈਸਿਨ ਕਿੱਧਰ ਨੂੰ ਤੁਰ ਪਈਆਂ ਸੀ ਉਹ ਮੈਂ ਉਹਨੂੰ ਕਿਹਾ ਬੀਬੀ ਮੁੰਨੇ ਕਾਤੇ ਹੈ ਕਹਿੰਦੀ ਬਾਬਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਇੱਥੇ ਜੌਬ 'ਚ ਮੁਸ਼ਕਿਲ ਮਿਲਦੀਆਂ ਨੇ ਮੈਨੂੰ ਟਾਈਮ ਨਹੀਂ ਕਦ ਨਲਾਵਾਂ ਕਦ ਕੇਸਾਂ ਵਿੱਚ ਕੰਘਾ ਫੇਰਾਂ ਕਦ ਪੱਗ ਬੰਨਾਂ ਕਹਿੰਦੀ ਮੈਂ ਕਮੇ ਨਵੇੜਤਾ ਮੈਂ ਕਿਹਾ ਬਹੁਤ ਅਕਲ ਵਾਲੀ ਹੈ ਬੀਬੀ ਆਪਣਾ ਵੀ ਨਵੇੜ ਲੈ ਅੱਜ ਕੋਈ ਸਤਨਾਮ ਤੈਨੂੰ ਵੀ ਸ਼ੈਂਪੂ ਲੈਣਾ ਹੋਊ 65 ਦਾ ਤੂੰ ਵੀ ਕੋਈ ਕੇਸ ਲਿਖਾਰ ਲਿਆਉਂਦੀ ਹੋਗੇ ਨਵੇੜ ਆਪਣਾ ਵੀ ਨਾਲੇ ਦੋਏ ਮਾਂ ਪੁੱਤ ਇੱਕ ਜੇ ਹੋ ਕਿੱਧਰ ਨੂੰ ਤੁਰੇ ਫਿਰਦੇ ਆ ਸ਼ਾਮ ਨੂੰ ਬੱਚਿਆਂ ਨੂੰ ਬੜੀ ਮਹਿੰਗੀ ਸਿੱਖੀ ਮਿਲੀ ਹੈ ਖੋਪਰੀਆਂ ਤਰਾ ਤਰਾ ਕੇ ਬੰਦ ਕਟਾ ਕਟਾ ਕੇ ਕੇਸ ਮਿਲੇ ਨੇ ਬੀਬੀਆਂ ਬੱਚਿਆਂ ਨੂੰ ਸਾਂਭੋ ਤੇ ਤੁਹਾਨੂੰ ਇੱਕ ਬੇਨਤੀ ਹੈ ਤੁਸੀਂ ਧਰਮ ਪ੍ਰਚਾਰ ਨੂੰ ਸਾਂਭੋ ਸਭ ਤੋਂ ਵੱਧ ਖਰਚ ਸਭ ਤੋਂ ਵੱਧ ਧਿਆਨ ਸਿੱਖੀ ਦੇ ਪ੍ਰਚਾਰ ਵੱਲ ਕਰ ਦਿਓ ਇਹ ਸੰਤਾਂ ਤੋਂ ਨਹੀਂ ਹੋਣਾ ਇਹ ਕਮੇਟੀਆਂ ਤੋਂ ਨਹੀਂ ਹੋਣਾ ਮੈਂ ਤਾਂ ਹੁਣ ਗੱਭੇ ਫਸਿਆ ਮੈਂ ਤੁਸੀਂ ਸੰਤ ਕਹਿੰਦੇ ਉਧਰ ਕਮੇਟੀ ਦਾ ਮੈਂਬਰ ਹੈ ਜੀਪੀਸੀ ਦਾ
धर्म प्रचार का भी 10 मैंबर है। नहीं साढ़े बस की गल। क्यों नहीं बस की गल? इस कमेंट्री में तुसी 6 जी रहने हो एक फैमिली दे। गुरमुखो 6 ही कमाई करोगे ना, घर का भला सोचोगे ता काम चलना। 5 भला सोचो, बगाड़न वाला इको बथेरा सुहागा फेर दूगा को सतनाम। वो तो सारे ही कमर कसा लाओ। तुसी कले कले घर घर अंदर धर्मसाल होवे कीर्तन सदा बस। घर घर कला कला सिख। ये ब्यास वाले ता ही बधे हैं। 5 मिनट रहने सिर्फ मेरे ता बधे हैं ब्यास वाले, आसमान तो नहीं गिरे। मैं ਇਹਦੇ ਨਾਲ भी यकीन करदा कि सरकार ने पैदा कीते हैं। सरकारां तां साडियां पंजाब च आलियां किन्ने के सिख बना ले असीं ना। इन्हां विच एक टैकनीक है, ਉਹੀ ਤੁਸੀਂ ਲੈ ਲਓ। ਤੁਹਾਡੇ इलाके च कमेंटरी च एक बन जाए ना ब्यास वालियां दा चेला, ਉਹ रज के रोटी नहीं खांदा जब तक 10 ना बना लवे। मिन्नतां करूगा घरां च जाके। पंजाब च कहने किराया तेरा मैं दिना, आ ब्यासा नूं चलीए। गरीबां दा किराया कोलों, गरीबां दियां लड़कियां दे विआह, हस्पताल फ्री चलदा ब्यासा वेख लो, बीमारां दे इलाज फ्री। तेनू किराया मैं दिना, मेरे गुरु कोल चल। गाहां होर सुन लो, जे बहुता गरीब होवे ना कोई, ਉਹਨੂੰ ਕਹਿਣਗੇ ਤੈਨੂੰ ਦਿਹਾੜੀ ਵੀ ਮੈਂ ਦਿੰਦਾ, ਮੇਰੇ ਗੁਰੂ ਕੋਲ ਚੱਲ। ਦਿਹਾੜੀ ਆਪਣੇ ਕੋਲੋਂ ਲੇਬਰ ਨੂੰ ਬਿਆਸਾ ਲੈ ਕੇ ਜਾਣਗੇ। ਤੁਹਾਡਾ ਦੱਸਾਂ ਤੁਸੀਂ ਕੀ ਕਰਦੇ ਕਿ ਜਾਣਦੇ ਹੀ ਹੈ। ਤੁਹਾਡਾ ਕੰਮ ਇਹ ਹੈ, ਤੁਸੀਂ ਕਿਰਾਇਆ ਤਾਂ ਕਿਸੇ ਨੂੰ ਕੀ ਦੇਣਾ ਹੈ, ਦਿਹਾੜੀ ਤਾਂ ਕੀ ਦੇਣੀ ਹੈ। ਤੁਹਾਡਾ ਗੁਆਂਢੀ ਕਿਤੇ ਗੁਰਦੁਆਰੇ ਆਉਣ ਲੱਗ ਜਾਵੇ ਨਾ ਤੜਕੇ ਉੱਠ ਕੇ, 7ਵੇਂ ਦਿਨ ਉਹਦਾ ਜਲੂਸ ਕੱਢ ਦੋਗੇ। 7ਵੇਂ ਦਿਨ ਗੱਲਾਂ ਕਰੋਗੇ, ਇਹ ਜਿਹੜਾ ਤੜਕੇ ਹੀ ਫਿਰਦਾ ਕੁਛ ਕਰੂਗਾ। ਵਧਾ ਲਓ ਸਿੱਖੀ। ਇਹ ਕਹਿੰਦੇ ਐਵੇਂ ਨਹੀਂ ਤੜਕੇ ਕੜਵੀ ਖੜਕਾਉਂਦਾ, ਇਹ ਕੁਛ ਕਰੂ। ਹਾਂ ਬੰਬ ਚਲਾਊਗਾ, ਆਖੋ ਸਤਨਾ ਬਿਠਾਊਗਾ ਗੁਰਦੁਆਰੇ। ਹਾਂ ਸਿੱਖੋ ਕਮਰ ਕਸਾ ਲਾਓ। ਅੱਜ ਚੌਥੇ ਪਾਤਸ਼ਾਹ ਦਾ ਹੁਕਮ ਸੁਣ ਲਓ, ਜਿਨ੍ਹਾਂ ਦਾ ਗੁਰਪੁਰਬ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾ। ਅੱਜ ਦੇ ਗੁਰੂ ਦਾ ਜੀ ਦਾ ਅੱਜ ਗੁਰਪੁਰਬ ਹੈ। कमर कसा लै लो सिखी के प्रचार का, जिथे तक तिनका तिनका किणी किणी मिल के समुद्र बन जाती है। उद्यम करो जिथे तक तुहाडी पहुंच है। कमेटी वाले नूं मैं बेनती करदा कि सब तो वध ध्यान गुरमत प्रचार का। मैं भी इधर ख्याल रखदा है, जिन्ना श्रोमणी कमेटी का पैसा है मैं तुहानूं दस दिना, विचों गल दसी दी नहीं हुंदी है। वो 7.5 बंदियां दे हत्थ है, जिथे भी करोड़ा अरबां रुपया खर्चना। मैं ओहदा भी मैंबर है हाई कमांड का। सारे दस्खतां नाल जाने, तुहानूं तां नहीं दसीदा, फिर तुसीं चिट्ठियां पाउण लग जाने को साडे गुरुद्वारे नूं इन्ना दे दो। साडी भी यही पहुंच है कि कलैक्शन किवें होवे, गोलक किवें भरे, साडी भी पहुंच हैगी। पर इत्थे भी इन्हां दी भी होगी, चाहीदा पैसे बिना किते काम चलदा। नाले मैं तां तुहानूं होर भी कहना भी जिहड़े कमेटी वाले हुंदे ने प्रधान सैकटरी, ਇਹ ਹੁੰਦੇ अंजन। ट्रेन ਦੇ अंजन नहीं देखे तुसीं? संगत ਹੁੰਦੀ है डब्बे, संगत डब्बे है। अंजन खर्च करदा हुंदा तेल, डीजल, इलैक्ट्रिसिटी, कोले। ਜਿਹੜਾ माल ਹੁੰਦਾ ਉਹ ਤਾਂ ਡੱਬਿਆਂ 'ਚ ਹੁੰਦਾ ਹੈ। ਆਖੋ ਸਤਨਾਮ, ਅੰਜਨ 'ਚ ਤਾਂ ਧੂੰਆਂ ਹੀ ਹੁੰਦਾ ਖਿੱਚਣ ਦਾ। ਇਹ ਜਿਹੜਾ ਮਾਲ ਤੁਸੀਂ ਪਾਉਣ ਦੇਣੇ ਉਹ ਤਾਂ ਤੁਹਾਡੇ ਡੱਬਿਆਂ 'ਚੋਂ ਨਿਕਲਣੇ, ਬਟੂਆਂ 'ਚੋਂ। ਇਹ ਤਾਂ ਖਰਚਣ ਵਾਲੇ ਹੀ ਹੈ, ਕੋਲੇ ਫੂਕ ਦੇਣਗੇ, ਤੇਲ ਫੂਕ ਦੇਣਗੇ, ਗੈਸ ਫੂਕ ਦੇਣਗੇ। ਇਹ ਦੋਹਾਂ ਦਾ, ਪਰ ਦੋਹਾਂ ਦਾ ਮੇਲ ਐਸਾ ਹੈ, ਜੇ ਡੱਬੇ ਨੂੰ ਅੰਜਨ ਨਾ ਮਿਲੇ ਰਸਤੇ 'ਚ ਖੜਾ ਰਹਿ ਜੂ, ਮਾਲ ਵਿੱਚੇ ਖਰਾਬ ਹੋ ਜੂ। ਇਹ ਦੋਹਾਂ ਦਾ ਮੇਲ ਹੈ, ਸੰਮਤੀ ਨਾਲ ਰਿਹਾ ਕਰੋ। ਪਰ ਕਮੇਟੀ ਨੂੰ ਇੱਕ ਚੀਜ਼ ਚਾਹੀਦੀ ਹੈ, ਇਹੀ ਨਾ ਦੇਖਣ ਪੌਂਡ ਕਿੰਨੇ ਇਕੱਠੇ ਹੋ ਗਏ, ਪੌਂਡ ਕਿੰਨੇ ਜੋੜੇ, ਕਮਰੇ ਕਿੰਨੇ ਬਣਾਤੇ, ਵਾਸ਼ਰੂਮ ਕਿੰਨੇ ਬਣਾਤੇ, ਕਾਰਪੇਟ ਕਿੰਨੇ ਵਿਛਾਤੇ। ਕਮੇਟੀ ਵਾਲੇ ਸਾਲ ਬਾਅਦ ਇਹ ਦੇਖਣ ਗੁਰੂ ਨਾਲ ਕਿੰਨੇ ਜੋੜਦੇ, ਅਸੀਂ ਗੁਰੂ ਵਾਲੇ ਕਿੰਨੇ ਬਣਾਏ। ਬਸ ਇੱਥੇ ਆ ਜਾਈਏ ਜੇ ਅਸੀਂ, ਫਿਰ ਆਨੰਦ ਆਨੰਦ ਹੈ। ਅੰਮ੍ਰਿਤ ਪ੍ਰਚਾਰ ਵੀ ਹੁੰਦਾ ਹੈ, ਪਿੱਛੇ ਵੀ ਹੋਣਾ ਸੀ, ਦਾਸ ਤੋਂ ਆ ਨਹੀਂ ਹੋਇਆ। ਕੱਲਾ ਕੱਲਾ ਮੇਰੀ ਭੈਣ ਧੀ ਬੀਬੀ, ਕੱਲੀ ਕੱਲੀ ਵੀਰ ਬਜ਼ੁਰਗ, ਕੱਲਾ ਕੱਲਾ ਉਦਮ ਕਰੋ। ਜਿੰਨਾ ਯੋਗਦਾਨ ਪਾ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ। ਬਸ ਬੇਨਤੀ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੇ, ਤੁਹਾਨੂੰ ਮਾਰਨ ਵਾਲਾ ਕੋਈ ਨਹੀਂ। ਜੇ ਤੋਂ ਟੁੱਟ ਗਏ ਤੇ ਤੁਹਾਨੂੰ ਰੱਖਣ ਵਾਲਾ ਕੋਈ ਨਹੀਂ। ਬਸ ਹੁਣ ਜਿੰਨੀ ਕੋਸ਼ਿਸ਼ ਹੋ ਰਹੀ ਹੈ, ਆ ਦਿੱਲੀ ਤੋਂ ਤੁਸੀਂ 에ਅਰਪੋਰਟ ਉਤਰ ਕੇ ਜਾਂਦੇ ਨਹੀਂ, ਹੁਸ਼ਿਆਰਪੁਰ ਨੂੰ, ਜਲੰਧਰ ਨੂੰ, ਨਵੇਂ ਸ਼ਹਿਰ ਨੂੰ, ਕਪੂਰਥਲੇ ਨੂੰ, ਹਾਈਵੇ ਤੇ ਇਹ ਕੰਮ ਬਣ ਗਿਆ ਪੰਜਾਬ 'ਚ ਕਿ ਬੱਸ ਸਟੈਂਡ ਤਾਂ ਹੁੰਦਾ 10 ਕਿਲੋਮੀਟਰ ਬਾਅਦ,
ਭਗਵਾਨ ਸਟੈਂਡ ਆਉਂਦਾ 2 ਕਿਲੋਮੀਟਰ ਬਾਅਦ। ਹਾਈਵੇ ਤੇ ਇੰਨੇ ਚਾਹ ਦੇ ਢਾਬੇ ਨਹੀਂ ਜਿੰਨੇ ਬ੍ਰਹਮ ਗਿਆਨੀ ਬੈਠੇ ਹੈ, ਜਿੰਨੇ ਭਗਵਾਨ ਬੈਠੇ ਹੈ। ਇਹ ਕਿਉਂ ਬਣੇ ਹੈ ਡੇਰੇ? ਇਹ ਕਿਉਂ ਸਤਸੰਗ ਭਵਨ ਬਣੇ ਹੈ? ਇਹ ਸਤਸੰਗ ਭਵਨ ਨਹੀਂ, ਇਹ ਸਿੱਖ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚਾਲੇ ਬੈਰੀਅਰ ਲੱਗੇ ਨੇ। ਕੰਨਾਂ ਖੜੀਆਂ ਕੀਤੀਆਂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੱਕ ਨਾ ਪੁੱਜ ਜਾਵੇ। ਹੋਰ ਮਤਲਬ ਹੈ ਕੋਈ ਨਹੀਂ ਇਹਨਾਂ ਦਾ। ਇੱਥੇ ਵੀ ਬਣੇ ਹੋਏ ਮੈਂ ਤੇ ਨਾਂ ਨਾ ਲਵਾਓ ਉਹਨਾਂ ਦਾ। ਗੁਰੂ ਕੋਲ ਨਾ ਦੇ ਧਾਰੀਆਂ ਕੋਲ ਪੁੱਜਣ। ਇਹ ਬੈਰੀਅਰ ਨੇ, ਕੰਡੇ ਵਾਲੀਆਂ ਤਾਰਾਂ, ਜਿਨ੍ਹਾਂ ਦਾ ਨਾਂ ਸਤਸੰਗ ਰੱਖਿਆ ਕਿ ਗੁਰੂ ਕੋਲ ਜਾਣ ਤੋਂ ਸਿੱਖ ਨੂੰ ਰੋਕ ਦੋ। ਕਿਉਂ? ਇਹ ਦਰਖਤ ਖੜੇ ਨੇ ਬਾਹਰ, ਦਰਖਤ ਦਾ ਪੱਤਾ ਤੋੜੋ ਪੱਤਾ ਸੁੱਕੂ, ਟਾਹਣੀ ਤੋੜੋ ਟਾਹਣੀ ਸੁੱਕ ਜੂ, ਟਾਹਣਾ ਵੱਢ ਦੋ ਟਾਹਣਾ ਸੁੱਕ ਜੂ, ਪਰ ਜੇ ਉਹਦੀ ਜੜ ਵੱਢ ਦੋ ਫਿਰ ਸਭ ਕੁਝ ਆਪੇ ਸੁੱਕ ਜੂ ਨਾ। ਇਹ ਹੈ ਸਾਜ਼ਿਸ਼। ਹੁਣ ਅੱਜ ਦੇ ਜ਼ਮਾਨੇ ਦੀ RS ਲੈ ਲਓ, ਗਵਰਨਮੈਂਟ ਲੈ ਲਓ ਕਿ ਸਿੱਖਾਂ ਨੂੰ ਉੱਪਰੋਂ ਪੱਤੇ ਨਾ ਤੋੜੋ, ਛਾਂਗੋ ਨਾ ਇਹਨਾਂ ਨੂੰ, ਵੱਢੋ ਨਾ, ਇਹਨਾਂ ਦੀ ਜੜ ਵੱਢ ਦੋ, ਸਭ ਕੁਝ ਆਪੇ ਸੁੱਕ ਜੂ। ਤੁਹਾਡੀ ਜੜ ਹੈ ਗੁਰੂ ਗ੍ਰੰਥ ਸਾਹਿਬ, ਗੁਰਬਾਣੀ। ਤੁਹਾਨੂੰ ਉਹ ਤੋਂ ਦੂਰ ਕੀਤਾ ਜਾ ਰਿਹਾ ਹੈ। ਜੇ ਬਾਣੀ ਤੋਂ ਤੁਸੀਂ ਦੂਰ ਹੋ ਗਏ, ਬਸ ਜੜ ਤੋਂ ਟੁੱਟਿਆ ਦਰਖਤ ਕਦੇ ਹਰਾ ਨਹੀਂ ਹੁੰਦਾ। ਹਾਂ, ਟਾਹਣੀਆਂ ਸੁੱਕ ਜਾਣ ਬਰਫ਼ ਨਾਲ, ਲੋ ਨਾਲ, ਉਹ ਮੁੜ ਕੇ ਹਰੀਆਂ ਹੋ ਜਾਂਦੀਆਂ। ਸੋ ਬਚਣਾ ਇਹਨਾਂ ਤੋਂ, ਮਨਮਤੀਆਂ ਤੋਂ। ਗੁਰਬਾਣੀ ਤੇ ਬਾਣੇ ਦੇ ਭਾਈ ਧਾਰਨੀ ਬਣੋ। ਇਹ ਬੇਨਤੀਆਂ ਤੁਹਾਡੇ ਕੋਲ ਜ਼ਰੂਰੀ ਸਮਝ ਕੇ, ਕਿਉਂਕਿ ਖਤਰਾ ਬਹੁਤ। ਹੁਕਮ ਐਲਾਨ ਕਰ ਦਿੱਤਾ ਹੈ ਤਲਵਾਰ ਫੜ ਕੇ RSS ਵਾਲਿਆਂ ਨੇ ਕਿ ਹਿੰਦੁਸਤਾਨ ਵਿੱਚ ਕੇਵਲ ਹਿੰਦੂ ਰਹੂਗਾ। ਖਬਰਾਂ ਤੁਸੀਂ ਦੇਖੀਆਂ TV ਵਿੱਚ। ਇਹ ਤੋਂ ਵੱਡਾ ਤੁਸੀਂ ਹੋਰ ਕੁਝ ਸੁਣਨਾ ਚਾਹੁੰਦੇ ਹੋ ਕਿ ਹਿੰਦੁਸਤਾਨ ਵਿੱਚ ਜਿਹੜਾ ਤੇ ਕੇਵਲ ਹਿੰਦੂ ਰਹੂ। ਔਰ ਸਾਨੂੰ ਉਹ ਭਾਈ ਕਹਿੰਦੇ ਜਿਨ੍ਹਾਂ ਦੇ ਹਿੰਦੂ ਨਾਂ ਨੂੰ ਸਾਡੇ ਗੁਰੂ ਨੇ ਸੀਸ ਦੇ ਕੇ ਬਚਾਇਆ ਹੈ। ਅੱਜ ਕੇ ਆਖੋ ਸਤ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ, ਉਹੀ ਸਾਡੇ ਉੱਤੇ ਡਾਂਗਾ ਚੱਕਦੇ ਨੇ। ਇਹ ਤਿਲਕਰ ਜੰਜੂ ਇੱਥੇ ਦਿਖਣਾ ਨਹੀਂ ਸੀ ਜੇ 9ਵੇਂ ਪਾਤਸ਼ਾਹ ਸ਼ਹੀਦੀ ਨਾ ਦਿੰਦੇ, ਜੇ ਵਾਜਾਂ ਵਾਲੇ ਅੰਮ੍ਰਿਤ ਨਾ ਛਕਾਉਂਦੇ। ਕਿੱਥੇ ਇੱਥੇ ਰਾਜ ਹੁੰਦਾ ਇਹਨਾਂ ਦਾ? ਅਸੀਂ ਕਿਰਤਕਣ ਬਣ ਗਏ। ਪਰ ਤੁਸੀਂ ਸੁਚੇਤ ਹੋ। ਬਹੁਤ ਧੰਨਵਾਦ ਤੁਹਾਡਾ। ਤੇ ਉਹਨਾਂ ਦਾ ਮੈਂ ਉਚੇਚਾ ਧੰਨਵਾਦ ਕਰਦਾ। ਕੋਈ 9-10 ਫੈਮਲੀਆਂ ਹਨ ਜਿਨ੍ਹਾਂ ਨੇ ਗਰੀਬ ਬੱਚੀਆਂ ਨੂੰ ਸਪਾਂਸਰ ਕੀਤਾ। ਇੱਕ ਵਿਆਹ ਵਾਸਤੇ, ਇੱਕ ਬੱਚੇ ਨੂੰ ਵੀ ਸਪਾਂਸਰ ਕੀਤਾ ਵਿਦਿਆ ਵਾਸਤੇ। ਇਹ ਇੱਕ ਸਾਧਨ ਹੈ ਹੁਣ ਸਿੱਖੀ ਵੱਲ ਲੋਕਾਂ ਨੂੰ ਲਿਆਉਣ ਦਾ। ਗਰੀਬਾਂ ਦੀ ਬਾਹ ਫੜੋ, ਮਜਲੂਮਾਂ ਦੀ ਬਾਹ ਫੜੋ, ਉਹਨਾਂ ਦੇ ਬੱਚੇ ਅਡਾਪਟ ਕਰੋ। ਤੁਸੀਂ ਵੀ ਆਪਣੇ ਆਪਣੇ ਪਿੰਡ ਵਿੱਚ ਜਿੱਥੋਂ ਦੇ ਬੈਠੇ ਹੋ ਇੱਕ ਬੱਚਾ ਅਡਾਪਟ ਕਰ ਲਓ। ਤੁਹਾਡੇ ਵਾਸਤੇ ਮਾਈਨਰ ਹੈ। ਉਸ ਬੱਚੇ ਨੂੰ ਸ਼ਰਤ ਰੱਖ ਦਿਓ ਕਿ ਤੇਰੀ ਪੜ੍ਹਾਈ ਅਸੀਂ ਕਰਾਵਾਂਗੇ, ਤੂੰ ਅੰਮ੍ਰਿਤ ਛਕ ਤੇ ਗੁਰਸਿੱਖ ਬਣ। ਦੇਖੋ ਇੱਕੋ ਇੱਕ ਤਰੀਕਾ ਰਹਿ ਗਿਆ। 2-3 ਬੱਚੇ ਤੁਹਾਡੇ ਖਾਤਰ ਕੀ ਔਖੇ ਨੇ? 400 ਪਾਉਂਡ 1 ਸਾਲ ਦੀ ਬੱਚੇ ਦੀ ਪੜ੍ਹਾਈ ਦਾ ਖਰਚਾ ਕੀ ਔਖਾ ਤੁਹਾਨੂੰ? 600 ਇੱਕ ਬੱਚੇ ਦੀ ਵਿਆਹ ਦਾ। ਇੱਕ ਬੱਚੀ ਨੂੰ ਤੁਸੀਂ ਗਰੀਬ ਦੀ ਨੂੰ ਵਿਆਹੋਗੇ, 2 ਪਰਿਵਾਰ ਗੁਰਸਿੱਖੀ ਨਾਲ ਜੁੜ ਜਾਣਗੇ। ਦੇਖੋ ਕਿੱਥੇ ਤੱਕ ਸਿੱਖੀ ਦੇ। ਇਹੀ ਹੁਣ ਰਾਹ ਰਹਿ ਗਿਆ ਇੱਕ। ਇਹੀ ਤੁਹਾਡੇ ਈਸਾਈ ਵਰਤ ਰਹੇ ਨੇ, ਇਹੀ ਬੋਧੀ, ਇਹੀ ਜੈਨੀ, ਇਹੀ ਸਾਰੇ ਵਰਤ ਰਹੇ ਨੇ। ਸੋ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਇਆ ਬਖਸ਼ੀ ਹੈ। ਹੋਰ ਵੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ 20-22 ਬੱਚੀਆਂ ਦੀ ਲਿਸਟ ਹੈ। ਜੇ 10 ਬੱਚੀਆਂ ਦੇ ਨਾਂ ਤੁਹਾਡੇ ਵੱਲੋਂ ਆਏ ਨੇ, ਅੱਜ ਦਾ ਦਿਨ ਦਾਸ ਤੁਹਾਡੇ ਕੋਲ ਇੱਥੇ ਹੈ, ਬਾਅਦ ਵਿੱਚ ਮਿਲ ਸਕਦੇ ਹੋ। ਉਦਮ ਕਰੋ। ਹੋਰ ਵੀ ਪ੍ਰੇਮੀ ਉਹਨਾਂ ਗਰੀਬ ਬੱਚੀਆਂ ਵਾਸਤੇ ਜਿਨ੍ਹਾਂ ਨੇ ਸਪਾਂਸਰ ਕਰਨਾ ਹੋਵੇ, ਦਾਸ ਕੋਲ ਫਾਰਮ ਲੈ ਸਕਦੇ ਹੋ। ਬਹੁਤ ਧੰਨਵਾਦ ਸਾਰਿਆਂ ਦਾ, ਕਮੇਟੀ ਵਾਲਿਆਂ ਦਾ, ਪ੍ਰਬੰਧਕਾਂ ਦਾ। ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮਿਹਰ ਦਾ ਸਦਕਾ ਇਹ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਗ੍ਰੰਥ ਪੰਥ ਦੇ ਝੰਡੇ ਝੂਲ ਰਹੇ ਨੇ, ਲੰਗਰ ਚੱਲ ਰਹੇ ਨੇ, ਖੰਡ ਪਾਠ ਹੋ ਰਹੇ ਨੇ। ਜਿਨ੍ਹਾਂ ਨੇ ਟੇਪਾਂ ਲੈਣੀਆਂ ਹੁਣ ਚੌਪਈ ਸਾਹਿਬ ਜੀ ਅਰਥਾਂ ਸਮੇਤ ਟੈਕਸਲਾ ਕੰਪਨੀ ਨੇ ਕਰਾਈ ਹੈ। ਚੌਪਈ ਸਾਹਿਬ ਦੇ ਅਰਥ ਕਿਉਂਕਿ ਮੁਗਾਲਤਾ ਪਾਇਆ ਜਾ ਰਿਹਾ ਸੀ, ਉਹ ਤੁਸੀਂ ਹੇਠੋਂ ਉਹ ਜੀਸੂ ਢਿੱਲੋਂ ਬੈਠਾ ਹੱਥ ਬੰਨੀ ਲੇਟ ਆਇਆ, ਇਹਦੀ ਡਿਊਟੀ ਸੀ ਟੇਪਾਂ ਦੇਣ ਦੀ। ਹੁਣ ਇਹ ਹੇਠ ਖੜੂਗਾ, ਉੱਥੋਂ ਤੁਸੀਂ ਜਾਂਦੇ ਹੋਏ ਟੇਪਾਂ ਲੈ ਲਿਓ। ਫਿਰ ਤੁਹਾਤੋਂ ਭੁੱਲਾਂ ਤੋਂ ਖਿਮਾ ਤੇ ਬਹੁਤ ਮਨ ਕਰਕੇ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।